ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1057 1057 ਨੰਬਰ ਅੰਕ ਤੋਂ ਅੱਗੇ ਪਾਠ ਕਰਨਾ ਹੈ। ਮਾਰੂ ਰਾਗ ਵਿੱਚ ਮਹਿਲਾ ਤੀਜਾ। ਸਤਵੀਰ ਵੀਰ ਜੀ 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 ਵੀਰ ਜੀ। ਵੀਰ ਜੀ ਇਹ ਜੋ ਵੀ ਸ਼ਬਦ ਸ਼ੇਅਰ ਕਰ ਰਹੇ ਆ ਨਾ ਜੀ, ਉਹਦੇ ਵਿੱਚ ਨਾ ਇਹ ਜਿਹੜੇ ਇੰਗਲਿਸ਼ ਵਾਲੇ ਮੀਨਿੰਗਸ ਹੈ ਨਾ ਇਸ ਨੂੰ ਹਟਾ ਦਿਓ, ਸਿਰਫ ਸ਼ਬਦ ਹੀ ਸ਼ੇਅਰ ਕਰੋ, ਫਿਰ ਉੱਪਰਲੇ ਨੀਚੇ ਵਾਲੇ 3-4 ਪੰਕਤੀਆਂ ਵੀ ਨਾਲ ਦਿਖਣ ਲੱਗ ਜਾਣ। ਉਹਨਾਂ ਕਈ ਵੀਰ ਕਹਿੰਦੇ ਨੇ ਕਿ ਇੰਗਲਿਸ਼ ਵਾਲਾ ਸਾਨੂੰ ਜਿਹੜੀ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਇੰਗਲਿਸ਼ ਪੜ੍ਹ ਲੈਂਦੇ ਨੇ, ਇਸ ਕਰਕੇ ਨਹੀਂ ਵੀਰ ਜੀ ਉਹ ਕੀ ਕਹਿੰਦੇ ਨੀਚੇ ਵਾਲੇ ਜਿਹੜੇ ਅਰਥ ਹੈ ਨਾ ਉਹ ਡਿਲੀਟ ਕਰ ਦਿੰਦੇ ਨਾ, ਉੱਪਰਲੀ 2-3 ਤੁਕਾਂ ਵੀ ਨਾਲ ਆ ਜਾਂਦੀ ਹੈ ਤੇ ਫਿਰ ਉਹ ਕੀ ਕਹਿੰਦੇ ਰੀਕੈਪ ਕਰਨਾ ਦਿਖਣ ਲੱਗ ਜਾਂਦੇ ਪਿਛਲੇ ਤੁਕਾਂ ਦੇ। ਜਿਹੜੀ ਕੁਝ ਲੋਕਾਂ ਨੂੰ ਨਾ ਬੇਸਿਕ ਮੈਸੇਜ ਚਾਹੀਦਾ ਹੁੰਦਾ ਨਾ ਕੁਝ ਲੋਕਾਂ ਨੂੰ, ਤੇ ਉਹਨਾਂ ਨੂੰ ਹੈਲਪ ਕਰਦਾ ਥੋੜਾ ਜਿਹਾ। ਪੰਕਤੀ ਇੱਕ ਵਾਰ ਆਪਾਂ ਪੂਰਾ ਸਕਰੀਨ ਤੇ ਆ ਹੀ ਰਿਹਾ ਹੈ, ਤ੍ਰੈਵੋ ਪੰਕਤੀਆਂ ਤੇ ਆ ਹੀ ਰਹੀਆਂ ਨੇ, ਵੈਸੇ ਵੀ ਥੋੜਾ ਜਿਹਾ ਨਾ ਸਹਾਰਾ ਮਿਲ ਜਾਂਦਾ ਬੰਦੇ ਨੂੰ ਜਿਹਨੂੰ ਨਹੀਂ ਕਈ ਸੰਗਤਾਂ ਦੀ ਮੀਨਿੰਗਸ ਕਹਿ ਰਹੇ ਵੀ ਜੀ ਜਿਹੜਾ ਉਹਦਾ ਉਹ ਲਿਖਣ ਵਾਲਾ ਕੀ ਕਹਿੰਦੇ ਤੁਕਾਂ ਦਾ ਜਿਹੜਾ ਉਚਾਰਨ ਹੈ ਉਹ ਲੱਗਾ ਰਹਿਣ ਦੋ, ਜੇ ਮੀਨਿੰਗਸ ਉਹ ਕਰ ਸਕਦੇ ਹੋ ਤਾਂ ਅੱਛਾ ਹੈ। ਵੀ ਜੀ ਟਰਾਈ ਕਰਦੇ ਨੇ। ਓਕੇ ਸੋ ਪ੍ਰਭਦੀਪ ਜੀ ਟਰਾਈ ਕਰ ਰਹੇ ਹੋ। ਤ੍ਰੈਵੋ ਲਾਈਨਾਂ ਤੇ ਆ ਹੀ ਰਹੀਆਂ ਨੇ, ਇੱਕ ਇੱਕ ਪਦਾ ਪੂਰਾ ਆ ਹੀ ਰਿਹਾ ਉਹਦੇ ਬਾਵਜੂਦ। ਯਾ ਵੀ ਜੀ ਠੀਕ ਹੈ ਵੀ ਜੀ। ਸਦੀਪ ਜੀ ਅਗਰ ਪੋਸੀਬਲ ਹੈ ਤੇ ਦੇਖ ਲਓ, ਨਹੀਂ ਤੇ ਸਕਰੋਲ ਕਰਦੇ ਰਹਿਣਾ ਨਾਲ ਦੇ ਨਾਲ। ਯਾ ਵੀ ਜੀ ਪ੍ਰਭਦੀਪ ਜੀ ਨਾਲ ਦੇ ਨਾਲ ਤੁਸੀਂ ਸਟਾਰਟ ਕਰਕੇ ਰਿਕਾਰਡਿੰਗ ਆਨ ਹੋਗੀ। ਠੀਕ ਹੈ ਸਦੀਪ ਜੀ, ਠੀਕ ਹੈ ਜੀ। ਹਾਂਜੀ, ਰਲ ਮਿਲ ਕੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1057 1057 ਨੰਬਰ ਅੰਕ ਤੋਂ ਅੱਗੇ ਪਾਠ ਕਰਨਾ। ਮਾਰੂ ਰਾਗ ਵਿੱਚ ਮਹਿਲਾ ਤੀਜਾ ਜੀ ਦੇ ਸ਼ਬਦਾਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 13ਵੇਂ 16 ਦੇ 12ਵੇਂ ਪਦੇ ਤੱਕ ਦਾ ਪਾਠ ਹੋਇਆ ਹੈ। ਅੱਜ ਅੱਗੋਂ ਪਾਠ ਕਰਨਾ। ਮਨਮੁਖ ਭੂਲਾ ਠੌਰ ਨਾ ਪਾਏ, ਜੋ ਧੁਰ ਲਿਖਿਆ ਸੋ ਕਰਮ ਕਮਾਏ। ਵਿਖਿਆ ਰਾਤੇ ਵਿਖਿਆ ਖੋਜੈ, ਮਰ ਜਨਮੈ ਦੁਖ ਤਾਹਾ ਹੈ। ਮਨਮੁਖ ਭੂਲਾ ਠੌਰ ਨ ਪਾਏ, ਜੋ ਧੁਰ ਲਿਖਿਆ ਸੋ ਕਰਮ ਕਮਾਏ। ਵਿਖਿਆ ਰਾਤੇ ਵਿਖਿਆ ਖੋਜੈ, ਮਰ ਜਨਮੈ ਦੁਖ ਤਾਹਾ ਹੈ। ਮਨਮੁਖ ਭੂਲਾ, ਮਨਮੁਖ ਦੇ ਬਾਰੇ ਪਹਿਲਾਂ ਵੀ ਕਾਫੀ ਗੱਲ ਹੋ ਚੁੱਕੀ ਹੈ। ਮਨਮੁਖ ਭੂਲਾ, ਆਪਣੇ ਮਨ ਦੇ ਪਿੱਛੇ ਟੁਰਨ ਵਾਲਾ। ਗੁਰਮੁਖ, ਜੋ ਗੁਰੂ ਦੀ ਗੱਲ ਸੁਣ ਕੇ ਸਮਝ ਕੇ ਬੁੱਝ ਕੇ ਟੁਰਨ ਵਾਲਾ, ਗੁਰੂ ਵੱਲ ਮੂੰਹ ਕਰਕੇ। ਤੇ ਜਿਹੜਾ ਮਨਮੁਖ ਹੈ, ਗੁਰੂ ਦੇ ਵੱਲ ਪਿੱਠ ਕਰਕੇ। ਮਨਮੁਖ, ਅਸੀਂ ਧਿਆਨ ਦੇਈਏ ਨਾ, ਦਿਨ ਵਿੱਚ ਕਈ ਵਾਰੀ ਅਸੀਂ ਗੁਰੂ ਵੱਲ ਮੂੰਹ ਕਰਕੇ ਟੁਰਨ ਦੀ ਚੇਸ਼ਟਾ ਕਰਦੇ ਹੋਵਾਂਗੇ ਜ਼ਰੂਰ ਸਾਰੇ ਹੀ, ਤੇ ਕਈ ਵਾਰੀ ਐਸਾ ਵੀ ਸਮਾਂ ਆਉਂਦਾ ਹੋਣਾ ਹੈ ਜਦੋਂ ਅਸੀਂ ਗੁਰੂ ਵੱਲ ਪਿੱਠ ਕਰ ਲੈਂਦੇ ਹੋਵਾਂਗੇ। ਕਈ ਵਾਰੀ ਜਦੋਂ ਸਾਡੇ ਤੇ ਕਦੀ ਵਿਕਾਰ ਪ੍ਰਭਾਵ ਪਾ ਜਾਂਦੇ ਨੇ, ਕਦੀ ਸਾਡੇ ਉੱਤੇ ਮਾਇਆ ਦਾ ਪ੍ਰਭਾਵ ਆ ਜਾਂਦਾ ਹੈ, ਤੇ ਗੁਰੂ ਸਾਹਿਬ ਕਹਿ ਰਹੇ ਨੇ ਮਨਮੁਖ ਭੂਲਾ ਠੌਰ ਨਾ ਪਾਏ। ਜਿਹੜੇ ਆਪਣੇ ਮਨ ਦੇ ਸੁਣ ਕੇ ਟੁਰਨ ਵਾਲਾ ਹੈ, ਉਹਦੇ ਮਨ ਨੂੰ ਟਿਕਾਣਾ ਨਹੀਂ ਮਿਲਦਾ। ਠੌਰ ਤੋਂ ਕੀ ਪਾਵੇ ਟਿਕਾਣਾ, ਉਹਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਉਹ ਮਨ ਉਸਦਾ ਭਟਕਦਾ ਰਹਿੰਦਾ ਹੈ, ਦੌੜਦਾ ਰਹਿੰਦਾ ਹੈ। ਅਸੀਂ ਪਿਛਲੇ ਪਦਿਆਂ ਵਿੱਚ ਅਸੀਂ ਧਿਆਨ ਦੇਈਏ ਨਾ, ਉਹ ਗੁਰੂ ਸਾਹਿਬ ਨੇ ਗੁਰ ਸੇਵਾ ਤੇ ਸਭ ਕੁਝ ਪਾਏ, ਸੇਵਕ ਸੇਵੇ, ਸਾਰੀ ਜਿਹੜੀ ਜ਼ਿਕਰ ਕਰ ਰਹੇ ਹਨ, ਇੱਕ ਤਰ੍ਹਾਂ ਦੀ ਗੁਰਮੁਖਾਂ ਦੇ ਬਾਰੇ ਜ਼ਿਕਰ ਕਰ ਰਹੇ ਹਨ। ਉਨ ਸੇਵਕਾਂ ਦੀ ਜ਼ਿਕਰ ਕਰ ਰਹੇ ਹਨ ਜਿਹੜੇ ਸੇਵਕ ਗੁਰੂ ਦੇ ਸ਼ਬਦ ਦੇ ਰਾਹੀਂ ਸੱਚ ਦੀ ਰਾਹ ਤੇ ਟੁਰ ਰਹੇ ਹਨ, ਕਾਰ ਵਿਹਾਰ ਕਰ ਰਹੇ ਹਨ। ਹੁਣ ਇਸ ਪਦੇ ਦੇ ਵਿੱਚ ਮਨਮੁਖ ਦਾ ਜ਼ਿਕਰ ਕਰ ਰਹੇ ਹਨ। ਮਨਮੁਖ ਦੇ ਖੱਕੇ ਨੂੰ ਔਂਕੜ ਹੈ, ਇੱਕ ਮਨਮੁਖ ਦਾ ਜ਼ਿਕਰ ਕਰ ਰਹੇ ਹਨ। ਇੱਕ ਦੇ ਰਾਹੀਂ ਮਾਨੋ ਸਭ ਨੂੰ ਸਮਝਾਣਾ ਕਰ ਰਹੇ ਹਨ। ਮਨਮੁਖ ਭੂਲਾ ਠੌਰ ਨਾ ਪਾਏ, ਜੋ ਧੁਰ ਲਿਖਿਆ ਸੋ ਕਰਮ ਕਮਾਏ। ਜੋ ਧੁਰ ਤੋਂ ਹੀ ਲਿਖਿਆ, ਹੁਣ ਧੁਰ ਤੋਂ ਇਹ ਸਿਸਟਮ ਬਣਾ ਦਿੱਤਾ ਗਿਆ। ਬਾਰ ਇਹ ਜ਼ਿਕਰ ਆ ਰਿਹਾ, ਧੁਰ ਤੋਂ ਲਿਖਿਆ, ਧੁਰ ਤੋਂ ਲਿਖਿਆ। ਜਿਹੋ ਜੇ ਅਸੀਂ ਕਾਰ ਵਿਹਾਰ ਕਰਦੇ ਹਾਂ, ਉਸ ਕਾਰ ਵਿਹਾਰ ਦੇ ਆਧਾਰ ਤੇ ਜੋ ਧੁਰ ਤੋਂ ਲਿਖਿਆ ਜਾਂਦਾ ਹੈ, ਆਪਾਂ ਉਸ ਹੁਕਮ ਦੇ ਆਧਾਰ ਤੇ ਉਹ ਕਰਮ ਫਿਰ ਅਸੀਂ ਕਮਾਉਂਦੇ ਰਹਿੰਦੇ ਹਾਂ। ਕਰਮਾਂ ਬਾਰੇ ਵੀ ਜ਼ਿਕਰ ਆਇਆ ਸੀ। ਜੋ ਅਸੀਂ ਸੋਚਦੇ ਹਾਂ, ਬਾਰ ਸਾਡੀ ਸੁਰਤ ਜਿੱਥੇ ਟਿੱਕੀ ਰਹਿੰਦੀ ਹੈ, ਉਹ ਸਾਡਾ ਸੁਭਾਅ ਬਣਦਾ ਰਹਿੰਦਾ। ਜੋ ਅਸੀਂ ਸੁਭਾਅ ਬਣਦਾ, ਉਹ ਅਸੀਂ ਕਰਮ ਕਰਨ ਲੱਗ ਪੈਂਦੇ ਹਾਂ। ਜੋ ਅਸੀਂ
ਕਰਮ ਬਾਰ-ਬਾਰ ਕਰਦੇ ਆ ਉਹ ਸਾਡੇ ਸੰਸਕਾਰ ਬਣਦੇ ਹਨ ਤੇ ਜੋ ਸਾਡੇ ਸੰਸਕਾਰ ਬਣਦੇ ਹਨ ਉਹ ਸੰਸਕਾਰ ਸਾਨੂੰ ਬਾਰ-ਬਾਰ ਉਹੀਓ ਕਰਮ ਬਾਰ-ਬਾਰ ਰਿਪੀਟ ਕਰਨ ਤੇ ਸਾਨੂੰ ਬਾਰ-ਬਾਰ ਸਾਨੂੰ ਪ੍ਰੇਰਿਤ ਕਰਦੇ ਹਨ ਬਾਰ-ਬਾਰ ਉਹੀਓ ਕਰਮ ਸਾਡੇ ਸੰਸਕਾਰ ਸਾਨੂੰ ਬਾਰ-ਬਾਰ ਪ੍ਰੇਰਿਤ ਕਰਦੇ ਹਨ ਅਸੀਂ ਉਹੀਓ ਕੰਮ ਕਰੀ ਜਾਈਏ ਗੁਰੂ ਸਾਹਿਬ ਕਹਿ ਰਹੇ ਜੋ ਧੁਰ ਲਿਖਿਆ ਸੋ ਕਰਮ ਕਮਾਏ ਵਿਖਿਆ ਰਾਤੇ ਵਿਖਿਆ ਖੋਜੈ ਮਰ ਜਨਮੇ ਦੁੱਖ ਤਾਹਾ ਹੈ ਦੇਖੋ ਮਰ ਜਨਮੇ ਦਾ ਜ਼ਿਕਰ ਆ ਗਿਆ ਮਰ ਜਨਮੇ ਤੋਂ ਪਾਓ ਕਦੀ ਮਰ ਰਿਹਾ ਕਦੀ ਜਨਮ ਹੋ ਰਿਹਾ ਮਰ ਜਨਮੇ ਆਤਮਕ ਤੌਰ ਤੇ ਮੌਤ ਹੁੰਦੀ ਜਾ ਰਹੀ ਹੈ ਜਦੋਂ ਅਸੀਂ ਵਿਕਾਰਾਂ ਦੀ ਗੁਲਾਮੀ ਦੇ ਵਿੱਚ ਜਦੋਂ ਅਸੀਂ ਕਾਰ ਵਿਹਾਰ ਕਰਦੇ ਹਾਂ ਤੇ ਉਹ ਇਸ ਤਰ੍ਹਾਂ ਵੇ ਜਿਸ ਤਰ੍ਹਾਂ ਅਸੀਂ ਵੱਖ-ਵੱਖ ਜੂਨਾਂ ਵਿੱਚ ਅਸੀਂ ਜਨਮ ਲਈ ਜਾ ਰਹੇ ਹਾਂ ਕਦੀ ਸਾਡੇ ਤੇ ਕਾਮ ਕਦੀ ਕ੍ਰੋਧ ਕਦੀ ਲੋਭ ਮੋਹ ਅਹੰਕਾਰ ਸਾਡੇ ਤੇ ਪ੍ਰਭਾਵ ਪਾਉਂਦੇ ਰਹਿੰਦੇ ਹਨ ਉਹ ਸਾਨੂੰ ਖਿੱਚ ਕੇ ਦੂਜੇ ਜਨਮਾਂ ਵਿੱਚ ਲਈ ਜਾਂਦੇ ਹਨ ਤੇ ਇਸ ਸਰਕਲ ਤੋਂ ਆਰਾਮ ਕਿਸ ਤਰ੍ਹਾਂ ਮਿਲਿਆ ਸਰਕਲ ਤੋਂ ਸਾਡਾ ਕਿਉਂਕਿ ਇੱਕ ਪੂਰੀ ਸਿਸਟਮ ਬਣ ਚੁੱਕਾ ਹੈ ਸਾਡੇ ਅੰਦਰ ਦਾ ਸੋਚਣੀ ਤੋਂ ਲੈ ਕੇ ਸੁਰਤ ਜਿੱਥੇ ਟਿੱਕੀ ਹੈ ਸਾਡੇ ਕਰਮ ਤੋਂ ਲੈ ਕੇ ਸੰਸਕਾਰਾਂ ਤੋਂ ਲੈ ਕੇ ਬਾਰ-ਬਾਰ ਕਰਮ ਕਰਨ ਤੱਕ ਇੱਕ ਘੇਰੇ ਵਿੱਚ ਅਸੀਂ ਮਰਨ ਜਨਮ ਦੇ ਜੂਨਾਂ ਵਿੱਚ ਅਸੀਂ ਫਸ ਚੁੱਕੇ ਹਾਂ ਤੇ ਉਨ ਜੂਨਾਂ ਦੇ ਵਿੱਚੋਂ ਨਿਕਲੀਏ ਕਿਸ ਤਰ੍ਹਾਂ ਤੇ ਉਹ ਜਦੋਂ ਗੁਰੂ ਦੇ ਸ਼ਬਦ ਦੇ ਆਧਾਰ ਤੇ ਗੁਰੂ ਦੇ ਸ਼ਬਦ ਨਾਲ ਅਸੀਂ ਜਦੋਂ ਜੁੜਨਾ ਕਰਦੇ ਹਾਂ ਤੇ ਸਾਡੀ ਸੋਚਣੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਸੁਰਤ ਜਿਹੜੀ ਹੈ ਸੱਚ ਵਾਲੇ ਪਾਸੇ ਜੁੜਨੀ ਸ਼ੁਰੂ ਹੋ ਜਾਂਦੀ ਹੈ ਘੜੀਏ ਸੁਰਤ ਮਤ ਮਨ ਬੁੱਧ ਅਸੀਂ ਧਿਆਨ ਦਈਏ ਨਾ ਘੜੀਏ ਸੁਰਤ ਪਹਿਲੇ ਸੁਰਤ ਘੜੀ ਜਾਂਦੀ ਹੈ ਸੁਰਤ ਪਹਿਲੇ ਜਿਹੜੀ ਮਾਇਆ ਦੇ ਪ੍ਰਭਾਵ ਹੇਠ ਨੈਗੇਟਿਵ ਵਾਲੇ ਪਾਸੇ ਟਿੱਕੀ ਹੋਈ ਸੀ ਉਹ ਘੜੀ ਗਈ ਸਾਡੀ ਸੋਚਣੀ ਬਦਲਣਾ ਸ਼ੁਰੂ ਹੋ ਗਈ ਸਾਡਾ ਜਿਹੜਾ ਧਿਆਨ ਜਿਹੜਾ ਹੈ ਉਹ ਸੱਚ ਵਾਲੇ ਪਾਸੇ ਜੁੜਨਾ ਸ਼ੁਰੂ ਹੋ ਗਿਆ ਆਰੰਭ ਸ਼ੁਰੂ ਹੋ ਗਿਆ ਉਹਦੇ ਨਾਲ ਕੀ ਹੋਇਆ ਮਤ ਘੜੀ ਗਈ ਮਤ ਤੋਂ ਕੀ ਭਾਵ ਹੈ ਸਾਡੀ ਸਮਝ ਵਿੱਚ ਸੱਚ ਆਉਣ ਲੱਗ ਪਿਆ ਜਦੋਂ ਸੱਚ ਸਮਝ ਵਿੱਚ ਸੱਚ ਆਉਣ ਲੱਗ ਗਿਆ ਤਾਂ ਘੜੀਏ ਸੁਰਤ ਮਤ ਮਨ ਫਿਰ ਮਨ ਵੀ ਘੜਿਆ ਜਾਣ ਲੱਗਾ ਪਹਿਲੇ ਮਨ ਮੈਲ ਨਾਲ ਭਰਿਆ ਸੀਗਾ ਮਨ ਮੈਲਾ ਸਭ ਕੁਝ ਮੈਲਾ ਕਰਮ ਮੈਲ ਦੀ ਕਰੀ ਜਾ ਰਹੇ ਸੀ ਜਿਸ ਦਾ ਜ਼ਿਕਰ ਮਰ ਜਨਮੇ ਦਾ ਜ਼ਿਕਰ ਆ ਰਿਹਾ ਬਾਰ-ਬਾਰ ਜਨਮ ਮਰਨ ਦਾ ਜ਼ਿਕਰ ਆ ਰਿਹਾ ਫਿਰ ਮਨ ਵੀ ਘੜਿਆ ਗਿਆ ਜਦੋਂ ਮਨ ਵੀ ਘੜਿਆ ਗਿਆ ਤੇ ਬੁੱਧ ਵੀ ਘੜੀ ਗਈ ਗੁਰੂ ਸਾਹਿਬ ਕਹਿ ਰਹੇ ਨੇ ਘੜੀ ਜਾਣ ਤੋਂ ਕੀ ਭਾਵ ਹੈ ਮੈਲ ਵਿੱਚੋਂ ਨਿਕਲ ਗਈ ਸੁਰਤ ਵਿੱਚੋਂ ਮੈਲ ਨਿਕਲੀ ਮਤ ਵਿੱਚੋਂ ਮੈਲ ਨਿਕਲੀ ਮਨ ਵਿੱਚੋਂ ਨਿਕਲੀ ਤੇ ਫਿਰ ਬੁੱਧ ਵੀ ਪ੍ਰਕਾਸ਼ ਹੋ ਗਈ ਬੁੱਧ ਵਿੱਚ ਵੀ ਚਾਨਣ ਹੋ ਗਿਆ ਹੁਣ ਜਿਹੜਾ ਹੈ ਉਹ ਜਿਹੜਾ ਜਨਮ ਮਰਨ ਦਾ ਗੇੜ ਸੀ ਜਿਹੜਾ ਰੋਜ਼ਾਨਾ ਅਸੀਂ ਕਈ ਜੂਨਾਂ ਭੁਗਤ ਜਾਂਦੇ ਸੀ ਉਹ ਜੂਨਾਂ ਵਿੱਚੋਂ ਅਸੀਂ ਬਾਹਰ ਨਿਕਲ ਗਏ ਵਿਖਿਆ ਰਾਤੇ ਵਿਖਿਆ ਖੋਜੇ ਇੱਥੇ ਜ਼ਿਕਰ ਜਿਹੜਾ ਗੁਰੂ ਸਾਹਿਬ ਕਰ ਰਹੇ ਹਨ ਨਾ ਪੂਰਾ ਮਨਮੁਖ ਦਾ ਦ੍ਰਿਸ਼ਟਾਂਤ ਸਾਨੂੰ ਦੇ ਰਹੇ ਹਨ ਕਿ ਮਨਮੁਖ ਵਿਖਿਆ ਤੋਂ ਕੀ ਭਾਵ ਹੈ ਜ਼ਹਿਰ ਕੱਲ ਵੀ ਜ਼ਿਕਰ ਆਇਆ ਸੀ ਨਾ ਪਰਮਲ ਵਾਸ ਮਨ ਤਾਹਾ ਹੈ ਉੱਥੇ ਖੁਸ਼ਬੂ ਦਾ ਜ਼ਿਕਰ ਆਇਆ ਸੀ ਉੱਥੇ ਜ਼ਿਕਰ ਆਇਆ ਸੀ ਕਿ ਸੱਪ ਜਿਹੜੇ ਹਨ ਚੰਦਨ ਦੇ ਪੇੜ ਦੇ ਨਾਲ ਲਿਪਟੇ ਰਹਿੰਦੇ ਹਨ ਕਿਉਂ ਲਿਪਟੇ ਰਹਿੰਦੇ ਹਨ ਕਿਉਂਕਿ ਸੱਪਾਂ ਦੇ ਅੰਦਰ ਜ਼ਹਿਰ ਹੁੰਦਾ ਹੈ ਜਿਹੜਾ ਉਹਨਾਂ ਨੂੰ ਅੰਦਰੋਂ ਸਾੜਦਾ ਰਹਿੰਦਾ ਹੈ ਅੰਦਰੋਂ ਤਪੇ ਰਹਿੰਦੇ ਹਨ ਦੁਖੀ ਰਹਿੰਦੇ ਹਨ ਉਸ ਤਪਸ਼ ਤੋਂ ਬਚਣ ਦੇ ਲਈ ਉਹਨਾਂ ਨੂੰ ਸ਼ੀਤਲਤਾ ਦੀ ਲੋੜ ਹੁੰਦੀ ਹੈ ਉਹ ਸ਼ੀਤਲਤਾ ਉਹਨਾਂ ਨੂੰ ਜਿਹੜੇ ਚੰਦਨ ਦੇ ਨਿਕਟ ਸੱਪ ਵਸਦੇ ਹਨ ਉਹ ਉੱਤੇ ਚੰਦਨ ਦੇ ਨੂੰ ਜਾ ਕੇ ਲਿਪਟ ਜਾਂਦੇ ਹਨ ਤੇ ਉਹਨਾਂ ਨੂੰ ਸ਼ੀਤਲਤਾ ਪ੍ਰਾਪਤ ਹੁੰਦੀ ਹੈ ਇੱਥੇ ਗੁਰੂ ਸਾਹਿਬ ਵਿਖਿਆ ਰਾਤੇ ਅਸੀਂ ਵੀ ਤੱਕੀਏ ਨਾ ਅੰਦਰੋਂ ਅਸੀਂ ਦੁਖੀ ਹਾਂ ਪਰੇਸ਼ਾਨ ਹਾਂ ਅਸੀਂ ਵੀ ਅੰਦਰੋਂ ਤਪ ਰਹੇ ਹਾਂ ਗੁਰੂ ਸਾਹਿਬ ਸਮਝਾ ਰਹੇ ਹਨ ਕਿਉਂ ਤਪ ਰਹੇ ਹਾਂ ਵਿਖਿਆ ਰਾਤੇ ਜ਼ਹਿਰ ਵਿੱਚ ਅਸੀਂ ਅੰਦਰ ਕੂੜ ਭਰਿਆ ਹੋਇਆ ਜ਼ਹਿਰ ਭਰਿਆ ਹੋਇਆ ਵਿਖਿਆ ਰਾਤੇ ਵਿਖਿਆ ਖੋਜੇ ਤੇ ਜੀਵਨ ਕੀ ਬਣ ਗਿਆ ਜ਼ਹਿਰ ਹੀ ਖੋਜ ਰਹੇ ਹਾਂ ਜ਼ਹਿਰ ਹੀ ਕਮਾ ਰਹੇ ਹਾਂ ਜ਼ਹਿਰ ਹੀ ਖਾ ਰਹੇ ਹਾਂ ਐਂ ਸਮਝੀਏ ਜ਼ਹਿਰ ਵਿੱਚ ਜਨਮ ਹੋ ਚੁੱਕਾ ਹੈ ਖੁਰਾਕ ਵੀ ਜ਼ਹਿਰ ਦੀ ਬਣ ਗਈ ਹੈ ਜ਼ਹਿਰ ਗੰਦਗੀ ਖਾਈ ਜਾ ਰਹੇ ਹਾਂ ਗੰਦਗੀ ਖਾ ਕੇ ਰੋਗੀ ਬਣ ਗਏ ਹਾਂ ਰੋਗੀ ਬਣ ਕੇ ਹਾਏ ਹਾਏ ਵਾਲਾ ਜੀਵਨ ਬਤੀਤ ਕਰੀ ਜਾ ਰਹੇ ਹਾਂ ਵਿਖਿਆ ਰਾਤੇ ਵਿਖਿਆ ਖੋਜੇ ਮਰ ਜਨਮੇ ਤਾਹਾ ਹੈ ਤੇ ਉਹਦਾ ਨਤੀਜਾ ਕੀ ਨਿਕਲ ਰਿਹਾ ਬਾਰ-ਬਾਰ ਵੱਖ-ਵੱਖ ਜੂਨਾਂ ਵਿੱਚ ਜਨਮ ਮਰਨ ਹੋਈ ਜਾ ਰਿਹਾ ਤੇ ਦੁੱਖ ਤਾਹਾ ਹੈ ਉਹਨੂੰ ਦੁੱਖ ਬਹੁਤੇ ਦੁੱਖ ਹਨ ਗੁਰੂ ਸਾਹਿਬ ਨੇ ਇੰਝ ਸਮਝ ਲਈਏ ਕਿ ਇੱਥੇ ਸਾਨੂੰ ਦੁੱਖ ਸਮਝਾ ਰਹੇ ਹਨ ਕਿ ਦੁਖੀ ਅਸੀਂ ਕਿਉਂ ਆ
ਤੇ ਇੱਕ ਪਾਸੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਦੁਖੀ ਕਿਉਂ ਹੋ, ਦੂਜੇ ਪਾਸੇ ਨਾਲ ਦੇ ਨਾਲ ਅੱਗੇ ਸਮਝਾਈ ਜਾਂਦੇ ਨਾਲ ਦੇ ਨਾਲ ਦੁੱਖਾਂ ਵਿੱਚੋਂ ਨਿਕਲਣਾ ਕਿਸ ਤਰ੍ਹਾਂ ਹੈ, ਦੁੱਖਾਂ ਦਾ ਇਲਾਜ ਕੀ ਹੈ। ਨਾਲ ਦੇ ਨਾਲ ਗੁਰੂ ਸਾਹਿਬ ਸਾਡੇ ਰੋਗ ਵੀ ਦੱਸ ਰਹੇ ਨੇ, ਨਾਲ ਦੇ ਨਾਲ ਇਲਾਜ ਵੀ ਦੱਸ ਰਹੇ ਨੇ, ਸਾਨੂੰ ਦਵਾਈ ਵੀ ਦੇ ਰਹੇ ਨੇ ਕਿ ਅਸੀਂ ਉਸ ਦਵਾਈ ਨੂੰ ਖਾ ਕੇ ਸ਼ਬਦ ਰੂਪ ਸ਼ਬਦ ਨਾਲ ਜੁੜ ਕੇ ਇਹਨਾਂ ਰੋਗਾਂ ਨੂੰ ਦੂਰ ਕਰ ਸਕੀਏ ਤੇ ਰੋਗਾਂ ਤੋਂ ਇਲਾਜ ਕਰਕੇ ਚੰਗਾ ਤੇ ਸੁੱਚਾ ਜੀਵਨ ਜੀ ਸਕੀਏ। ਜੀ ਹਰਵਿੰਦਰ ਵੀਰ ਜੀ। ਇੱਥੇ ਪਹਿਲੀ ਪੰਕਤੀ ਜਿਹੜੇ ਜ਼ਿਕਰ ਕਰਦੀ ਪਈ ਮਨਮੁਖ ਭੂਲਾ, ਜਿਹੜਾ ਮਨਮੁਖ ਕਹਿੰਦੇ ਉਸ ਬੰਦੇ ਨੂੰ ਜੋ ਆਪਣੇ ਜੀਵਨ ਦੀ ਅਗਵਾਈ ਗੁਰੂ ਕੋਲੋਂ ਪੁੱਛ ਕੇ ਨਹੀਂ ਚੱਲਦਾ ਹੈ। ਉਹ ਸ਼ਾਇਦ ਧਰਮੀ ਬੰਦਾ ਹੋ ਸਕਦਾ, ਉਹ ਆਪਣੇ ਆਪ ਵੱਲੋਂ ਜਿਹੜਾ ਹੈ ਨਾ, ਕਿਉਂਕਿ ਉਹ ਆਪਣੇ ਵੱਲੋਂ ਧਰਮ ਕਰਦਾ ਪਿਆ, ਕਹਿੰਦਾ ਵੀ ਮਨਮੁਖ ਭਗਤ ਕਰੈ ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਦੇਖੋ ਉਹ ਕਹਿੰਦਾ ਵਰਤ ਨੇਮ ਸੰਜਮ ਮੈਂ ਰਹਿਤਾ, ਅੱਗੇ ਕਹਿੰਦੇ ਤਿਸਕਾ ਆੜ ਨਾ ਪਾਇਆ ਪਾਓ ਅੱਧੀ ਕੋੜੀ ਰੱਬ ਦੀ ਦਰਗਾਹ ਵਿੱਚ, ਰੱਬ ਦੀਆਂ ਨਜ਼ਰਾਂ ਵਿੱਚ, ਰੱਬ ਦੀ ਹਜ਼ੂਰੀ ਵਿੱਚ ਉਹਦੀ ਇਤਨੀ ਵੀ ਵੈਲਿਊ ਨਹੀਂ ਮਿਲਣੀ ਤੈਨੂੰ। ਵਰਤ ਨੇਮ ਸੰਜਮ ਮੈਂ ਰਹਿਤਾ ਤਾਂ ਕਾ ਆੜ ਨਾ ਪਾਇਆ ਉਹਾਂ ਚਲਨ ਔਰ ਹੈ ਭਾਈ, ਇਹ ਬਿਦ ਕਾਮ ਨਾ ਆਇਆ। ਇਹ ਤੇਰਾ ਵਰਤ, ਲੇਕਿਨ ਮਨਮੁਖ ਬੰਦਾ ਕੀ ਹੈ, ਉਹਨੇ ਫੈਸਲੇ ਕਰ ਲਿੱਤੇ ਨੇ। ਉਹ ਕਹਿੰਦਾ ਨਹੀਂ ਜੀ ਮੈਂ ਇਹ ਕੰਮ ਕਰਨਾ, ਮੈਂ ਜੀ ਨੰਗੇ ਪੈਰੀ ਜਾਣਾ ਹੈ, ਮੈਨੂੰ ਬੜਾ ਸਕੂਨ ਮਿਲਦਾ ਜੀ, ਮੈਂ ਫਲਾਣੇ ਕਿਸਮ ਦੇ, ਮੈਂ ਫਲਾਣੇ ਰੰਗ ਦੇ ਕੱਪੜੇ ਪਾ ਲੈਣਾ, ਮੈਂ ਜੀ ਉਤੋਂ ਇਹ ਕਰ ਲੈਣਾ ਆਡੰਬਰ ਦੇ ਕੰਮ, ਮੈਨੂੰ ਜੀ ਬੜਾ ਸਕੂਨ ਮਿਲਦਾ, ਮੈਨੂੰ ਬੜਾ ਚੰਗਾ ਲੱਗਦਾ। ਤੂੰ ਗੁਰੂ ਨੂੰ ਪੁੱਛਣਾ, ਗੱਲ ਤੇ ਸਾਰੀ ਸੀ ਕਿ ਰੱਬ ਨੂੰ ਚੰਗਾ ਲੱਗਦਾ ਜਾਂ ਨਹੀਂ ਲੱਗਦਾ। ਤਾਂ ਮਨਮੁਖ ਜਿਹੜਾ ਹੈ ਨਾ, ਮਨਮੁਖ ਬੰਦਾ ਹੀ, ਮਨਮੁਖ ਦਾ ਮਤਲਬ ਅਸੀਂ ਨਾਰਮਲੀ ਕਈ ਵਾਰ ਸਮਝਦੇ ਹਾਂ ਕਿ ਚੋਰ ਡਾਕੂ ਰੇਪਿਸਟ ਟੈਕਨ ਬੜਾ ਖੂਖਾਰ ਜਿਹਾ ਬੰਦਾ, ਨਹੀਂ, ਜ਼ਰੂਰੀ ਨਹੀਂ ਹੈ। ਹੋ ਸਕਦਾ ਕਿ ਸਾਡੇ ਨਾਲੋਂ ਜ਼ਿਆਦਾ ਸਫੇਦ ਕੱਪੜੇ ਉਹਦੇ ਹੋਣ, ਉਹ ਬੱਗੇ ਕੱਪੜੇ ਤੀਰਥ ਮੰਝ ਵਸਨ, ਕਹਿੰਦਾ ਘੁੱਟ ਜੀਆਂ ਖਾਵਨੇ, ਉਹ ਦਿਖਣ ਨੂੰ ਤੇ ਹੋ ਸਕਦਾ ਕਿ ਸਾਡੇ ਨਾਲੋਂ ਜ਼ਿਆਦਾ ਧਰਮੀ ਦਿਸਦੇ ਹੋਣ, ਉਹਨਾਂ ਦਾ ਧਾਰਮਿਕ ਅਟਰੈਕਸ਼ਨ ਸ਼ਾਇਦ ਇੱਕ ਨਾਰਮਲ ਬੰਦੇ ਨਾਲੋਂ ਜ਼ਿਆਦਾ ਹੋਵੇ। ਉਹ ਲੇਕਿਨ ਗੁਰੂ ਕਹਿੰਦੇ ਮਨਮੁਖ ਭੂਲਾ, ਜਾਂ ਇੱਕ ਉਹ ਕਹਿੰਦੇ ਵੀ ਉਹ ਕਹਿੰਦੇ ਮਨਮੁਖ ਮੂਲੋਂ ਭੁੱਲਿਆ ਵਿੱਚ ਲਬ ਲੋਭ ਅਹੰਕਾਰ, ਅੱਗੇ ਕਹਿੰਦੇ ਨੇ ਝਗੜਾ ਕਰਦਿਆਂ ਅੰਧਨ ਗੁਦਰੈ ਸ਼ਬਦ ਨਾ ਕਰੇ ਵਿਚਾਰ। ਉਹਨੇ ਸ਼ਬਦ ਦੀ ਅਗਵਾਈ ਵਿੱਚ ਕਰਮ ਨਹੀਂ ਕੀਤਾ, ਉਹ ਸ਼ਬਦ ਦੀ ਅਗਵਾਈ ਵਿੱਚ ਧਰਮ ਨਹੀਂ ਕਰਦਾ ਪਿਆ, ਇਸ ਵਾਸਤੇ ਉਹਦੀ ਧਰਮ ਦੀ ਕਿਰਿਆ ਵੀ ਭਰਮ ਮੰਨੀ ਜਾਂਦੀ ਪਈ। ਅੱਜ ਸਾਡੇ ਘਰਾਂ ਵਿੱਚ ਵੀ ਦੇਖ ਲਓ ਨਾ, ਅਸੀਂ ਕੀ ਕਰਦੇ ਹਾਂ ਨਾਰਮਲੀ, ਵੀ ਅਸੀਂ ਸਾਡੇ ਆਪਣੇ ਘਰਾਂ ਵਿੱਚ ਸੀ, ਮੇਰੇ ਆਪਣੇ ਘਰ ਵਿੱਚ ਸੀ ਵੀ ਸਾਲਾਨਾ ਚਲੋ ਜੀ ਪਾਠ ਰਖਵਾ ਲਿੱਤਾ, ਗੁਰਦੁਆਰਾ ਸਾਹਿਬ ਅਖੰਡ ਪਾਠ ਰਖਵਾ ਲਿੱਤਾ, ਪਾਠੀਆਂ ਨੂੰ ਘਰ ਬੁਲਾਇਆ, ਉਹ ਨਾਲ ਸਾਡੇ ਭੁਆਜੀ ਆ ਗਏ, ਫਲਾਣੇ ਬੰਦਾ ਆ ਗਏ, ਜੀ 5-7 ਲੇਡੀਜ਼ ਲਾ ਕੇ ਕਿਚਨ ਵਿੱਚ ਜਿਹੜੀਆਂ ਨੇ ਨਾ ਉਹ ਲੰਗਰ ਦੀ ਸੇਵਾ ਕਰਦੀਆਂ ਪਈਆਂ ਨੇ, ਨਾ ਕਦੀ ਜਾ ਕੇ ਪਾਠ ਸੁਣਿਆ। ਉਦੋਂ ਇਹਦੇ ਨਾਲ ਅਲਟੀਮੇਟਲੀ ਤੁਸੀਂ ਜੇ ਕਿਸੇ ਅੱਛੇ ਬੰਦੇ ਨੂੰ ਘਰ ਬੁਲਾਇਆ ਹੈ ਨਾ, ਉਹਦੇ ਨਾਲ ਬੈਠ ਕੇ ਕੋਈ ਗੁਰਮਤਿ ਵਿਚਾਰ ਕਰ ਲੈਂਦੇ। ਔਰ ਜੀ ਮੱਧ ਦਾ ਸਮਾਂ ਹੋ ਗਿਆ ਜੀ, ਹੁਣ ਗੁਰਦੁਆਰੇ, ਅੱਛਾ ਕਿਹੜਾ ਬੇਟਾ ਜਾਏਗਾ ਜੀ, ਅੱਛਾ ਬੇਟਾ ਕੱਲ ਤੇਰੀ ਡਿਊਟੀ, ਤੂੰ ਉਹਦੇ ਗੁਰਦੁਆਰੇ ਦੁੱਧ ਲੈ ਕੇ ਜਾਣਾ ਹੈ, ਵੀ ਉਹ ਮੱਧ ਦੀ ਅਰਦਾਸ ਹੈ ਵਗੈਰਾ। ਅਸੀਂ ਉਦੋਂ ਕੋਈ ਗੁਰੂ ਨੂੰ ਪੁੱਛਿਆ ਨਹੀਂ ਵੀ ਇਹ ਇਸ ਕਿਸਮ ਦੀ ਜਿਹੜੀ ਕਿਰਿਆ ਜਿਹੜੀ ਹੈ। ਹਰ ਸਾਲ ਮੇਰਾ ਜੀ ਨੇਮ ਹੈ ਜੀ, ਮੈਂ ਦਰਬਾਰ ਸਾਹਿਬ ਹਰ ਸਾਲ ਜਾਣਾ ਵਾ, ਇੱਕ ਸਾਲ ਮੈਂ ਤੇ ਉਹ 1 ਮਹੀਨੇ ਵਿੱਚ ਦਰਬਾਰ ਸਾਹਿਬ, ਮੈਂ ਤੇ ਹਰ ਪੂਰਨਮਾਸ਼ੀ ਤੇ ਜੀ ਹਜੂਰ ਸਾਹਿਬ ਜਾਣਾ ਹੀ ਜਾਣਾ। ਅਸੀਂ ਗੁਰੂ ਨੂੰ ਨਹੀਂ ਪੁੱਛਦੇ, ਕਹਿੰਦੇ ਸਤਿਗੁਰ ਪੁੱਛ ਨਾ ਮਾਰਗ ਚਾਲੀ ਸੂਤੀ ਰਹਿਨ ਵਿਹਾਨੀ। ਕਹਿੰਦੇ ਮਨਮੁਖ ਮੂਲੋਂ ਭੁੱਲਿਆ, ਉਹਦੇ ਅੰਦਰ ਹੈ ਕਿ ਉਹ ਭੁੱਲਿਆ ਹੋਇਆ ਉਹ ਕਿਉਂ ਹੈ, ਕਹਿੰਦੇ ਵਿੱਚ ਲਬ ਲੂ ਅਹੰਕਾਰ। ਕਹਿੰਦਾ ਝਗੜਾ ਕਰਦੇ ਆ, ਉਹ ਝਗੜਾ ਕਰੇਗਾ ਤੁਹਾਡੇ ਨਾਲ, ਤੁਸੀਂ ਉਹਨੂੰ ਸ਼ਬਦ ਦੀ ਵਿਚਾਰ ਕੋਈ ਖੋਲ ਕੇ ਰੱਖੋਗੇ ਨਾ, ਤੁਹਾਡੇ ਨਾਲ ਝਗੜਾ, ਕਹਿੰਦਾ ਉਹ ਝਗੜਾ ਕਰਦੇ ਆ ਅੰਤ ਨੇ ਗੁੱਦੇ, ਕਹਿੰਦਾ ਸ਼ਬਦ ਨਾ ਕਰੇ ਵਿਚਾਰ। ਉਸਨੂੰ ਕਹਿੰਦਾ ਨਾ ਆਪਾਂ ਬੈਠ ਕੇ ਵਿਚਾਰ ਹੀ ਲਈਏ ਨਾ, ਵੀ ਤੁਸੀਂ ਉਹ ਅੱਛਾ ਉਹ ਕਿਸੇ ਕੋਲੋਂ ਇਹ ਥੋੜੀ ਨਾ ਕਹਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨਹੀਂ ਆ, ਤੇ ਸ਼ਬਦ ਦੀ ਵਿਚਾਰ ਹੀ ਕਰ ਲਓ। ਜੇ ਸ਼ਬਦ ਉਹਦੀ ਅਗਵਾਈ ਦਿੰਦਾ ਹੈ ਤੇ ਤੂੰ ਵੀ ਕਰ, ਤੇ ਮੈਂ ਵੀ ਕਰਾਂ। ਤੇ ਜੇ ਸ਼ਬਦ ਉਹਦੀ ਪ੍ਰੋੜਤਾ ਨਹੀਂ ਪਿਆ ਕਰਦਾ, ਫਿਰ ਨਾ ਤੇਰੇ ਕੀਤੇ ਦਾ ਫਾਇਦਾ ਹੈ, ਨਾ ਮੇਰੇ ਕੀਤੇ ਦਾ ਫਾਇਦਾ ਹੈ। ਲੇਕਿਨ ਮਨਮੁਖ ਬੰਦਾ ਹੈ ਨਾ, ਕਹਿੰਦੇ ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਨ ਭਰਮਾਏ। ਮੁਗਧ ਚੱਲਾ, ਤੂੰ ਜਿਹਨੂੰ ਸਮਝ ਨਹੀਂ ਆ ਰਹੀ, ਉਹਨੇ ਫੈਸਲੇ ਗੁਰੂ ਕੋਲੋਂ ਨਹੀਂ ਲਿੱਤੇ, ਉਹ ਆਪਣੇ ਵੱਲੋਂ ਸਟਾਰਟ ਹੋ ਗਿਆ ਵੀ ਅੱਜ ਕੁਝ ਚੀਜ਼ਾਂ ਜਿਹੜੀਆਂ ਨੇ ਅਸੀਂ ਕਿਉਂ ਟੀਚਰ ਕੋਲ ਜਾਂਦੇ ਆ। ਮੈਂ 2-3 ਦਿਨ ਪਹਿਲਾਂ ਵੀ ਐਗਜ਼ਾਮਪਲ ਲੈਂਦੇ ਪਏ ਸੀ ਵੀ 1 ਤੋਂ ਲੈ ਕੇ 100 ਤੱਕ ਜੋੜਨਾ ਹੈ, ਵੀ 1 + 2 ਜਮਾ ਕਿੰਨਾ ਹੁੰਦਾ ਜਾਏਗਾ। ਤਾਂ ਬੰਦਾ ਟੀਚਰ ਕੋਲ ਜਾਏਗਾ ਨਾ, ਜਿਹਨੂੰ ਟੀਚਰ ਨੇ ਜਾਂਚ ਸਿਖਾ ਦਿੱਤੀ ਨਾ, ਉਹ 10 ਸੈਕਿੰਡ ਅੰਦਰ ਉਹਦਾ ਆਨਸਰ ਕੱਢ ਦੇਗਾ। ਤੇ ਜਿਹੜਾ ਉਹ ਬੱਚਾ ਜਿਹੜਾ ਟੀਚਰ ਕੋਲ ਨਹੀਂ ਗਿਆ, ਉਹ ਭਟਕਦਾ ਹੀ ਰਹੇਗਾ ਵੀ ਉਹ ਮਨਮੁਖ ਪ੍ਰਾਣੀ ਮੁਗਧ ਹੈ।
ਨਾਮਹੀਨ, ਨਾਮ ਨਹੀਂ ਉਹਦੇ ਕੋਲ, ਨਾਮ ਪਾਉ ਹੁਕਮਾਂ ਦੀ ਸੋਝੀ ਨਹੀਂ ਹੈ। ਤੇ ਜਬ ਲੋਕ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਜੀਵਨ ਉਹ ਸਚਿਆਰ ਹੋਣ ਦਾ ਸਾਧਨ ਹੀ ਹੁਕਮਾਂ ਦੀ ਸੋਝੀ ਸੀ, ਲੇਕਿਨ ਕਿਉਂਕਿ ਉਹਨੇ ਹੁਕਮਾਂ ਦੀ ਸੋਝੀ ਗੁਰੂ ਕੋਲ ਲਿੱਤੀ ਨਹੀਂ, ਕਹਿੰਦੇ ਵੀ ਉਹ ਕਹਿੰਦੇ ਮਨਮੁਖ ਮੁਗਧ ਨਰ ਕੋਰਾ ਹੋਏ। ਉਹ ਗੁਰਮਤਿ ਦੇ ਗਿਆਨ ਤੋਂ ਬਿਲਕੁਲ ਸਖਣਾ ਕੋਰਾ ਹੁੰਦਾ, ਉਹ ਆਪਣੇ ਮਨੋਂ ਕਰੀ ਜਾਂਦਾ ਪਿਆ। ਕਹਿੰਦੇ ਮਨਮੁਖ ਭੂਲਾ ਠੌਰ ਨਾ ਪਾਏ, ਜੋ ਧੁਰ ਲਿਖਿਆ ਸੋ ਕਰਮ ਕਮਾਏ। ਹੁਣ ਜਿਹੜੇ ਇਹ ਸਾਰੇ ਜਿਹੜੇ ਕੰਮ ਨੇ ਨਾ, ਵੀ ਇਹ ਧੁਰੋਂ ਲਿਖਿਆ ਹੈ, ਇਹ ਪ੍ਰੀ ਆਰਡੇਨਡ ਹੈ, ਵੀ ਪਗੋ ਪਿਤਾਨਾ ਆਪਣਾ ਕੀਆ ਕਮਾਨਾ, ਅਲਮਲ ਖਾਈ ਸੀ ਵਿਛਾਈ ਪਾਈ, ਮੂਰਖ ਅੰਦੇ ਪਤ ਗਵਾਈ। ਹੁਣ ਇਹ ਰੱਬ ਨੇ ਐਸੇ ਲਿਖ ਦਿੱਤੇ ਨੇ, ਮਨਮੁਖਤਾਈ ਦੇ ਕਿਹੜੇ ਕਰਮ ਨੇ ਉਹ ਗੁਰੂ ਨੇ ਸਪਸ਼ਟ ਕਰ ਦਿੱਤੇ ਨੇ ਤੁਹਾਨੂੰ, ਵੀ ਉਹ ਤੀਰਥਾਂ ਦੇ ਜਾਣ ਦਾ ਕੀ ਫਾਇਦਾ ਹੈ, ਵੀ ਉਹ ਕੱਲ ਵੀ ਗੱਲ ਕਰਦੇ ਵੀ ਵਿਵੇਕਹੀਨ ਸਗਲ ਅਸਰਮ ਕੀ ਨੇ, ਮਨੁਆ ਨਹਿ ਪਤੀ ਨੇ, ਵਿਵੇਕਹੀਨ ਦੇ ਹੀ ਧੋਏ। ਪਾਗਲ ਬੰਦਾ, ਮੂਰਖ ਬੰਦਾ ਜਿਹੜਾ ਹੈ ਨਾ, ਉਹ ਧਾਰਮਿਕ ਕਿਰਿਆ ਸਮਝ ਕੇ ਜਾ ਕੇ ਇਸ਼ਨਾਨ ਕਰੀ ਜਾਂਦਾ ਪਿਆ। ਹੁਣ ਗੁਰੂ ਤੇ ਕਹਿੰਦਾ ਪਿਆ ਹੋਵੇ ਉਹਨੇ, ਹੁਣ ਗੁਰੂ ਨੇ ਦੇ ਕਹਿ ਦਿੱਤਾ ਕਿ ਜਿਹੜਾ ਬੰਦਾ ਇਹ ਕਰਮ ਕਰੇਗਾ ਉਹਨੂੰ ਗੁਰੂ ਮੂਰਖ ਕਹਿੰਦਾ ਪਿਆ। ਹੁਣ ਇਹ ਤੇ ਪ੍ਰੀ ਆਰਡੇਨਡ ਹੈ, ਲੇਕਿਨ ਉਹ ਫਿਰ ਵੀ ਐਸੇ ਕਰਮ ਜਿਨ੍ਹਾਂ ਦੇ ਅਗੇਂਸਟ ਮਾਲਕ ਨੇ ਲੇਖ ਲਿਖੇ ਹੋਏ ਨੇ, ਉਹ ਗੁਰੂ ਕੋਲੋਂ ਜਾ ਨਹੀਂ ਰਿਹਾ, ਉਹਨੂੰ ਸਮਝ ਨਹੀਂ ਆ ਰਹੀ, ਉਹ ਅਗਵਾਈ ਫਿਰ ਵੀ ਅਗਵਾਈ ਲੈਣ ਵਾਸਤੇ ਵੀ ਗੁਰੂ ਕੋਲ ਜਾਣ ਨੂੰ ਤਿਆਰ ਨਹੀਂ। ਕਹਿੰਦਾ ਮੈਨੂੰ ਚੰਗਾ ਲੱਗਦਾ, ਮੈਂ ਜੀ ਨਹਾ ਕੇ ਆਣਾ ਨਾ, ਮੈਨੂੰ ਚੰਗਾ ਲੱਗਦਾ, ਮੈਨੂੰ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲਦੀ, ਮੈਂ ਕੁਝ ਇਹ ਕੰਮ ਕਰਨਾ ਮੈਨੂੰ ਬੜੀ ਸ਼ਾਂਤੀ ਮਿਲਦੀ। ਗੁਰੂ ਨੂੰ ਪੁੱਛਿਆ ਨਹੀਂ, ਕਹਿੰਦਾ ਫਿਰ ਜੋ ਉਸਦੇ ਪ੍ਰਤਾਈ ਜੋ ਮਾਲਕ ਨੇ ਆਲਰੇਡੀ ਲੇਖ ਲਿਖੇ ਹੋਏ ਨੇ, ਉਹ ਕਹਿੰਦੇ ਸੋ ਹੋਵੇ ਜੀਆ ਆਪਣਾ ਕੀਆ, ਜੋ ਤੂੰ ਕਰੇਗਾ ਫਿਰ ਉਹ ਜਿਹੜਾ ਭੁਗਤਾਨ ਹੈ ਉਹ ਭੁਗਤ ਨੂੰ ਕੀ ਕੀਤਾ ਜਾ ਸਕਦਾ, ਜੋ ਤੂੰ ਲਿਖਿਆ ਸੋ ਕਰਮ ਕਮਾਏ। ਕਹਿੰਦਾ ਵਿਖਿਆ ਰਾਤੇ ਵਿਖਿਆ ਖੋਜੈ। ਉਹਨਾਂ ਦਾ ਸਾਰਾ ਜੀਵਨ ਵਿਖਿਆ, ਇੱਥੇ ਕਹਿ ਲੋ ਵਿਖਿਆ ਵਾਲੀ ਵਿਚਾਰਧਾਰਾ ਵਿੱਚ ਕਹਿ ਲੋ, ਮਸਤ ਕਹਿ ਲੋ, ਜਾਂ ਵਿਖਿਆ ਕਹਿ ਲੋ, ਮਾਇਆ ਕਹਿ ਲੋ, ਵੀ ਉਹ ਉਹਨਾਂ ਦਾ ਸਾਰਾ ਜੀਵਨ ਜਿਹੜਾ ਨਾ ਉਹ ਕੇਵਲ ਮਾਇਕ ਸੁਖ ਜਿਹੜਾ ਨਾ ਉਹਦੇ ਵਿੱਚ ਹੀ ਮਸਤ ਨੇ, ਵਿੱਚ ਲਵ ਲੋਭ ਹੰਕਾਰ ਹੈ, ਉਹ ਉਹਨੂੰ ਹੀ ਖੋਜਦੇ ਰਹਿੰਦੇ ਨੇ। ਆਪਣੇ ਖੋਜਣਾ ਕੀ ਚੀਜ਼ ਸੀ, आपने पहले भी कहा भी खोज मार्ग बेटा ना तू वो गुरमत दी रोशनी विच सही जीवन दा रस्ता खोजदा, लेकिन उन्हां दी खोज की हो चुकी है भी दो पैसा कित्थों दी मिलेगा, या बिख वाली विचारधारा कह लो, दोनों पासे झुका सकने हैं भी बिख वाली विचारधारा दे विच ही वो मस्त ने ते ओदी खोज करी जांदे पे ने। ਉਹ ਵਾਲੀ ਵਿਚਾਰਧਾਰਾ ਜੋ ਉਹਨਾਂ ਦੇ ਆਤਮਕ ਮੌਤ ਦਾ ਕਾਰਨ ਬਣ ਜਾਏਗੀ। ਅਸੀਂ ਕਈ ਵਾਰ ਕਹਿੰਦੇ ਨਾ ਵੀ ਅਸੀਂ ਉਹ ਅੱਛਾ ਜਿਹੜੇ ਜੈਮੋਲੋਜੀ ਵਿੱਚ ਬਿਲੀਵ ਕਰਦੇ ਨੇ, ਕਹਿੰਦੇ ਛਾਪ ਪਾ ਕੇ, ਤੈਨੂੰ ਗੁਰਦੁਆਰੇ ਜਾਣ ਤੋਂ ਥੋੜੀ ਨਾ ਮਨਾ ਕੀਤਾ, ਜਾ ਗੁਰਦੁਆਰੇ ਕਹਿੰਦੇ ਕਿ ਛਾਪ ਪਾ ਲੈ। ਹੁਣ ਅਸੀਂ ਇਹ ਨਹੀਂ ਸਮਝ ਰਹੇ ਕਿ ਇਹ ਛਾਪ ਪਾਣਾ ਹੀ ਇੱਕ ਫਰੀਦ ਸਾਹਿਬ ਦਾ ਬੜਾ ਪਿਆਰਾ ਜਾਂਦਾ ਹੈ, ਉਹ ਕਹਿੰਦਾ ਜਿੰਨਾ ਨਾ ਉਹ ਸੁਹਾਗਣੀ, ਉਹਦੀ ਪਹਿਲੀ ਲਾਈਨ ਆਉਂਦੀ ਹੈ ਢੂੰਡੇਂਦੀ ਹੈ ਸੁਹਾਗ ਕੂ, ਵੀ ਤੈਨੂੰ ਰੱਬ, ਤੈਨੂੰ ਖਸਮ, ਤੈਨੂੰ ਆਪਣਾ ਪਤੀ ਤੈਨੂੰ ਢੂੰਡਣਾ ਪੈਂਦਾ ਪਿਆ। ਕਹਿੰਦਾ ਢੂੰਡੇਂਦੀ ਏ ਸੁਹਾਗ ਕੂ, ਕਹਿੰਦਾ ਤੋ ਤਨ ਕਾਈ ਕੋਰ, ਤੇਰੇ ਵਿੱਚ ਕੋਈ ਕਮੀ ਹੈ, ਰੱਬ ਨੂੰ ਢੂੰਡਣ ਦੀ ਲੋੜ ਪੈਣੀ ਨਹੀਂ ਸੀ ਚਾਹੀਦੀ, ਰੱਬ ਤੇ ਹਰ ਥਾਂ ਤੇ ਮੌਜੂਦ ਹੈ, ਫਿਰ ਤੈਨੂੰ ਕਿਉਂ ਕਹਿੰਦੇ ਢੂੰਡੇਂਦੀ ਏ ਸੁਹਾਗ ਕੂ, ਕਹਿੰਦਾ ਤੋ ਤਨ ਕਾਈ ਕੋਰ, ਜਿੰਨਾ ਨਾਮ ਸੁਹਾਗਨੀ ਤਿੰਨਾ ਝਾਕ ਨਾ ਹੋ। ਉਹ ਕਿਸੇ ਹੋਰ ਪਾਸੇ ਝਾਤ ਨਹੀਂ ਮਾਰਦੀਆਂ। ਮੈਂ ਜੇ ਤੈਨੂੰ ਭਰੋਸਾ ਨਹੀਂ ਹੋ ਰਿਹਾ ਨਾ, ਜੇ ਤੂੰ ਫਿਰ ਤੂੰ ਪੱਥਰ ਪਾਇਆ ਹੀ ਕਿਉਂ, ਜੇ ਤੂੰ ਇਹ ਵਾਸਤੂ ਤੇ ਇਹ ਜੋ ਤੇਰੇ ਆਤਮਕ ਮੌਤ ਦਾ ਕਾਰਨ ਬਣਨਗੀਆਂ, ਤੂੰ ਇਹਨਾਂ ਵਿੱਚ ਤੈਨੂੰ ਰੱਬ ਦੀ ਸਮਰੱਥਾ ਤੇ ਤੈਨੂੰ ਭਰੋਸਾ ਨਹੀਂ ਵੀ ਤੂੰ ਅੱਛਾ ਆਨੰਦ ਕਾਰਜ ਤੋਂ ਪਹਿਲਾਂ ਅਸੀਂ ਜੀ ਉਹ ਜੈਮਾਲਾ ਵੀ ਕਰਨੀ ਹੈ, ਅਸੀਂ ਜਿਹੜਾ ਜੀ ਉਹ ਛਾਪਾਂ ਵੀ, ਤੈਨੂੰ ਗੁਰਮਤਿ ਦੇ ਸਿਧਾਂਤ, ਤੈਨੂੰ ਜੋ ਗੁਰੂ ਤੇਰਾ ਆਨੰਦ ਕਾਰਜ ਕਰਵਾਏਗਾ ਤੈਨੂੰ ਉਸ ਤੇ ਭਰੋਸਾ ਨਹੀਂ। ਤੂੰ ਉਹ ਹਿੰਦੂ ਵੇ ਆਫ ਮੈਰਿਜ ਨਾਲ ਵੀ ਕਰਨਾ ਚਾਹੁੰਦਾ, ਤੂੰ ਕ੍ਰਿਸਚਨ ਵੇ ਆਫ ਮੈਰਿਜ ਨਾਲ ਵੀ ਕਰਨਾ ਚਾਹੁੰਦਾ, ਤੈਨੂੰ ਭਰੋਸਾ ਨਹੀਂ ਆ ਰਿਹਾ ਤੈਨੂੰ ਵੀ ਉਹ ਕਹਿੰਦੇ ਨੇ ਵੀ ਵਿਖਿਆ ਰਾਤੇ, ਉਹ ਇਹਦੇ ਵਿੱਚ ਹੀ ਮਸਤ ਨੇ। ਇੱਕ ਸੱਚ ਦੀ ਵਿਚਾਰਧਾਰਾ, ਇੱਕ ਜ਼ਹਿਰ ਦੀ ਵਿਚਾਰਧਾਰਾ ਹੈ, ਲੇਕਿਨ ਕੁਝ ਬੰਦੇ ਜਿਹੜੇ ਨਾ ਉਹ ਜ਼ਹਿਰ ਵਾਲੀ ਵਿਚਾਰਧਾਰਾ ਵਿੱਚ ਹੀ ਮਸਤ ਨੇ। ਵਿਖਿਆ ਰਾਤੇ ਵਿਖਿਆ ਖੋਜੇ, ਤੁਸੀਂ ਉਹਨਾਂ ਦੇ ਕੋਲ ਬਹੁਤ ਪੜ੍ਹਾਈ ਹੁੰਦੀ ਉਹਨਾਂ ਦੀ, ਤੁਸੀਂ ਕਿਸੇ ਵਾਸਤੂ ਵਾਲੇ ਬੰਦੇ ਨੂੰ ਪੁੱਛੋ, ਉਹ ਤੁਹਾਨੂੰ ਸਾਇੰਟੀਫਿਕ ਇੱਥੇ ਲਗਾਉਂਦੇ ਨਾ, ਉਹ ਤੋਂ ਇਹ એનર્ਜੀ ਆਉਂਦੀ, ਇਹ એનર્ਜੀ ਔਰਾ, ਇਹ ਅਵਸਥਾ, ਇਹਨਾਂ ਦੇ ਨਾਲ ਕੋਈ ਚੀਜ਼ ਡਿਸਕਸ ਨਹੀਂ ਕੀਤੀ ਜਾ ਸਕਦੀ। ਐਸੇ ਵਰਡਸ ਨੇ, ਇਤਨੇ ਇਨਟੈਂਜੀਬਲ ਵਰਡਸ ਨੇ, ਬਸ ਉਹ ਅੱਛਾ ਤੇ ਘਰ ਜਾ ਕੇ ਗ੍ਰੀਨ ਪੱਟਾ ਮਾਰ ਦੋਗੇ ਨਾ, ਉਹ ਵਾਲੀ એનર્ਜੀ ਆਉਂਦੀ ਨਾ, ਉਹ ਨਹੀਂ ਆਉਂਦੀ, ਇਸ ਡਾਇਰੈਕਸ਼ਨ ਤੋਂ ਮੌਤ ਆਉਂਦੀ ਹੁੰਦੀ, ਉਹ ਸ਼ੀਸ਼ਾ ਦੇਖ ਕੇ ਉਹ ਰਿਫਲੈਕਟ ਹੋ ਜਾਂਦੀ ਹੈ, ਕੋਈ ਉਹ ਕਹਿੰਦੇ ਇਹਦੀ ਖੋਜ ਵਿੱਚ ਲੱਗੇ। ਜਿਹੜੀ ਬਿਖ ਵਾਲੀ ਵਿਚਾਰਧਾਰਾ ਹੈ
ਜਾਂ ਦੂਜਾ ਪੱਖ ਜੇ ਮਾਇਆ ਦਾ ਵੀ ਲਗਾਉਣਾ ਚਾਹੋ ਮੈਂ ਕਹਿੰਦਾ ਉਹ ਵੀ ਕੋਈ ਕੇਵਲ ਜ਼ਿੰਦਗੀ ਦੀ ਦੌੜ ਭੱਜ ਕਿਤੇ ਤੱਕ ਲੱਗੀ ਹੈ, ਪੈਸਾ 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 ਪੈਸਾ, ਉਹਦਾ ਵੱਡਾ ਸਤਕਾਰ ਮਾਨ ਸਾਰਾ ਉਹਦੇ ਅੰਦਰ ਵੀ ਵਿਖਿਆ, ਰਾਤੇ ਵਿਖਿਆ ਖੋਜੇ। ਕਹਿੰਦੇ ਐਸੇ ਜੀਵਨ ਦੀ ਹਾਲਤ ਕੀ ਹੈ? ਕਹਿੰਦਾ ਮਰ ਜਨਮ ਹੈ ਦੁੱਖ ਤਾਹਾਂ ਹੈ, ਉਹ ਘੜੀ ਘੜੀ ਆਤਮਕ ਮੌਤ ਜੰਮਦਾ ਮਰਦਾ ਹੀ ਰਹੇਗਾ। ਉਹਦੇ ਵਿੱਚੋਂ ਦੁੱਖ ਜਿਹੜੇ ਨੇ ਨਾ ਉਹ ਕਹਿੰਦਾ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜ ਹੈ ਦੁੱਖ ਖਾਏ। ਇੱਕ ਹੋਰ ਸ਼ਬਦ ਆਂਦਾ ਕਹਿੰਦਾ ਵਿਖਿਆ ਅਜੂ ਸੁਰਤ ਸੁਖ ਆਸਾ, ਹਜੇ ਜ਼ਹਿਰ ਤੇਰੀ ਸੁਰਤ, ਜ਼ਹਿਰ ਵਾਲੀ ਵਿਚਾਰ ਧਾਰਾ ਤੇਰੀ ਸੁਰਤ ਤੋਂ ਉਤਰੀ ਨਹੀਂ। ਵਿਖਿਆ ਅਜੂ ਸੁਰਤ ਕਹਿੰਦਾ ਫਿਰ ਸੁੱਖਾਂ ਦੀ ਆਸਾ ਕਰਨਾ ਵੀ ਕਿਵੇਂ ਹੋ ਸਕਦਾ? ਜੇ ਤੇਰੀ ਸੁਰਤ ਵਿੱਚ ਅਜੇ ਵਿਖਿਆ ਵਾਲੀ ਵਿਚਾਰ ਧਾਰਾ ਨਹੀਂ ਗਈ ਨਾ, ਤੂੰ ਇਹ ਆਸ ਕਰਨੀ ਛੱਡ ਦੇਗੀ ਤੇਰਾ ਜੀਵਨ ਜਿਹੜਾ ਜੀਵਨ ਹੈ ਨਾ ਉਹ ਕਦੀ ਸੁਖੀ ਹੋ ਸਕਦਾ। ਹਾਂ ਵੀ ਉਹ ਕਹਿੰਦੇ ਹਾਂ ਜਾ ਕਿਵੇਂ ਸਕਦੀ ਹੈ, ਜ਼ਹਿਰ ਦਾ ਪ੍ਰਭਾਵ ਦੂਰ ਕਿਵੇਂ ਹੋਏਗਾ? ਕਹਿੰਦੇ ਅਨਦਿਨ ਨਾਮੇ ਰਤਿਆ ਵਿਖਿਆ ਵਿੱਚੋਂ ਜਾਏ। ਨਾਮ ਨੂੰ ਪੁੱਛ ਕੇ ਕੰਮ ਕਰੇਗਾ ਨਾ, ਨਾਮ ਤੇਰੇ ਸਾਰੇ ਬੰਧਨ ਤੋੜ ਦੇਗਾ। ਤੂੰ ਹੁਕਮ ਵਿੱਚ, ਜੋ ਕੋਈ ਨੌਕਰ ਹੁਕਮ ਵਿੱਚ ਕੰਮ ਕਰਦਾ, ਘਰ ਦੀ ਬਾਈ ਹੈ ਤਾਂ ਸਾਡਾ ਕੋਈ ਸੇਲਸਮੈਨ ਹੈ, ਸਾਡਾ ਕੋਈ ਫੈਕਟਰੀ ਦਾ ਵਰਕਰ ਹੈ, ਜਿਸ ਤਰ੍ਹਾਂ ਅਸੀਂ ਉਹਨੂੰ ਕੰਮ ਕਰਨ ਨੂੰ ਕਿਹਾ, ਜੇ ਉਸ ਤਰ੍ਹਾਂ ਉਹ ਹੁਕਮ ਦੇ ਅਨੁਕੂਲ ਕੰਮ ਕਰਦਾ ਉਹਨੂੰ ਕੋਈ ਸਜ਼ਾ ਮਿਲ ਸਕਦੀ ਹੈ? ਸਜ਼ਾ ਮਿਲ ਨਹੀਂ ਸਕਦੀ, ਹਕਦਾਰ ਬਣੇਗਾ ਨਹੀਂ ਸਜ਼ਾ ਦਾ। ਉਹ ਕਹਿੰਦੇ ਵੀ ਉਹ ਇਹ ਮਨਮੁਖ ਬੰਦਾ ਹੈ, ਉਹ ਕੇਵਲ ਦੁੱਖ ਬੀਜਦਾ ਹੈ, ਦੁੱਖਾਂ ਦਾ ਖੇਤ ਹੈ। ਹਾਂ ਕਹਿੰਦੇ ਅੰਤਿਨ ਨਾਮੇ ਰਤਿਆ ਵਿਖਿਆ ਵਿੱਚੋਂ ਜਾਏ। ਹਾਂਜੀ ਜੀ ਵੀਰ ਜੀ, ਬੜੀ ਖੂਬਸੂਰਤੀ ਨਾਲ ਆਪ ਜੀ ਨੇ ਜਿਹੜੀ ਨੋਰਮਲ ਡੇਜ਼ ਦੇ ਵਿੱਚ ਅਸੀਂ ਜਿਹੜੇ ਹੋਰ ਪ੍ਰਭਾਵਾਂ ਦੇ ਹੇਠ ਆ ਜਾਂਦੇ ਆ ਉਸ ਦੇ ਨਾਲ ਰਿਲੇਟ ਕਰਕੇ ਆਪ ਜੀ ਨੇ ਬੜੀ ਖੂਬਸੂਰਤੀ ਦੇ ਨਾਲ ਭੁੱਲਾ ਔਰ ਨਾ ਪਾਏ, ਟਿਕਾਣਾ ਨਹੀਂ ਮਿਲ ਰਿਹਾ ਨਿਜ ਘਰ ਦੇ ਵਿੱਚ, ਟਿਕਾਣਾ ਵਾਸਾ ਨਹੀਂ ਮਿਲ ਰਿਹਾ। ਕੱਲ ਵੀ ਸਾਂਝ ਬਣੀ ਸੀ ਕਿ ਗੰਢਾਂ ਜਿਹੜੀਆਂ ਸਾਡੇ ਮਨ ਵਿੱਚ ਪੈ ਜਾਂਦੀਆਂ। ਅਸੀਂ ਧਿਆਨ ਦਈਏ ਨਾ, ਇੱਕ ਉਦਾਹਰਨ ਆਪ ਜੀ ਵੀ ਤੀਰਥ ਦਾ ਇਸ਼ਨਾਨ ਦਾ ਵੀ ਉਦਾਹਰਨ ਆਪ ਜੀ ਸਾਂਝ ਪਾ ਰਹੇ ਸੀ। ਅਸੀਂ ਗੰਢਾਂ ਕਿਸ ਤਰ੍ਹਾਂ ਖੁੱਲਦੀਆਂ, ਸ਼ਬਦ ਦੇ ਰਾਹੀਂ ਗੰਢ ਇੱਕ ਖੁੱਲੀ ਕਿ ਤੀਰਥ ਸਮਝ ਆ ਗਿਆ ਤੇ ਨਾਲ ਹੀ ਦੂਜੀ ਗੰਢ ਅਸੀਂ ਨਾਲ ਹੀ ਪਾ ਲੈਂਦੇ ਹਾਂ। ਕਿਹੜੀ ਗੰਢ ਨਾਲ ਪਾ ਲੈਂਦੇ ਹਾਂ ਜੀ? ਅਸੀਂ 68 ਤੀਰਥਾਂ ਜਿਹੜੇ ਦੂਜੇ ਮਤ ਦੇ ਹਨ ਨਾ, ਅਸੀਂ ਉੱਥੇ ਇਸ਼ਨਾਨ ਕਰਨ ਨਹੀਂ ਜਾਂਦੇ। ਹੁਣ ਅਸੀਂ ਜਿਹੜੇ ਨਾ ਹੁਣ ਦੂਜੇ ਤੀਰਥ ਨਵੇਂ ਬਣਾ ਲਏ, ਅਸੀਂ ਉੱਥੇ ਇਸ਼ਨਾਨ ਕਰਨ ਜਾਂਦੇ ਹਾਂ। ਅਸੀਂ ਹੁਣ ਉੱਥੇ ਇਸ਼ਨਾਨ ਕਰਦੇ ਹਾਂ, ਨਵੀਂ ਗੰਢਾਂ ਨਾਲ ਹੀ ਅਸੀਂ ਪਾ ਲੈਂਦੇ ਹਾਂ। ਪਰ ਸ਼ਬਦ ਜਿਹੜਾ ਨਾ ਉਹ ਸਾਰੀਆਂ ਹੀ ਗੰਢਾਂ ਖੋਲ ਦਿੰਦਾ ਹੈ। ਇਹ ਨਹੀਂ ਕਿ ਇੱਕ ਭਰਮ ਤੋਂ ਕੱਢ ਕੇ ਦੂਜੇ ਭਰਮ ਵਿੱਚ ਪੈ ਗਏ। ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਹਰ ਕਿਸਮ ਦੇ ਭਰਮ ਸਾਡੇ ਮਨ ਦੇ ਵਿੱਚੋਂ ਕੱਢ ਦਿੰਦੇ ਹਨ। ਬੜੇ ਅੱਛੇ ਤਰੀਕੇ ਨਾਲ ਵੀਰ ਜੀ ਆਪ ਜੀ ਨੇ ਸਾਂਝ ਪਾਈ ਹੈ। ਵਿੰਦਰੀ ਭੂਆ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਮੁਖ ਭੂਲਾ ਠੌਰ ਨਾ ਪਾਏ, ਜੋ ਦੁਰ ਲਿਖਿਆ ਸੋ ਕਰਮ ਕਮਾਏ। ਜੋ ਤੁਰ ਲਿਖਿਆ ਸੋ ਕਰਮ ਕਮਾਏ, ਇਸ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਇੱਕ ਸਿਧਾਂਤ ਦੱਸਿਆ ਕਿ what you sow so shall you reap। ਜੋ ਤੂੰ ਕਰੇਗਾ ਤੈਨੂੰ ਉਹੀ ਮਿਲੇਗਾ। this is the law of attraction। ਔਰ ਇਹੀ ਸੱਚ ਹੈ, ਇਹ ਪੂਰੀ ਜ਼ਿੰਦਗੀ ਇਸ ਸਿਧਾਂਤ ਦੇ ਉੱਪਰ ਸਾਡਾ ਚੱਲ ਰਿਹਾ ਹੈ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸਿਧਾਂਤ ਦੇ ਉੱਪਰ ਜਿਹੜਾ ਮਨ ਸੀ, ਜਿਹੜਾ ਮਨ ਹੈਗਾ ਸੀ, ਉਹ ਜਿਹੜਾ ਮਨ ਆਪਣਾ ਮਨਮੁਖੀ ਬਣ ਚੁੱਕਾ ਸੀ, ਜੋ ਗੁਰੂ ਦੀ ਅਗੇਂਸਟ, ਉਹਨਾਂ ਦੀ ਅਗਵਾਈ ਤੋਂ ਅਗੇਂਸਟ ਉਹ ਆਪਣੇ ਮਨ ਦੇ ਰਸਤੇ ਵਿੱਚ ਟੁਰ ਰਿਹਾ ਹੈ, getting into all illusions, ਮਨਮਤੀ, ignorance, vices ਦੇ ਨਾਲ ਜਦੋਂ ਉਹ ਚੱਲਦਾ ਹੈ ਤਾਂ ਫਿਰ ਉਹ ਆਪਣਾ ਸਥਾਨ ਭਟਕ ਜਾਂਦਾ, ਆਪਣੇ ਸਥਾਨ ਤੋਂ ਭਟਕ ਜਾਂਦਾ। he gets lost। ਉਸਨੂੰ ਕੀ ਹੋ ਜਾਂਦਾ ਕਿ ਉਸਨੂੰ ਉਹ ਚੀਜ਼ ਨਹੀਂ ਮਿਲ ਪਾਉਂਦੀ। ਕਿਉਂ? ਕਿਉਂਕਿ ਵਿਖਿਆ ਰਾਤੇ ਵਿਖਿਆ ਖੋਜੇ, ਕਿਉਂਕਿ ਉਹ ਪੂਰੀ ਤਰ੍ਹਾਂ ਸਾਂਝ ਪਾ ਚੁੱਕਾ ਹੈ ਉਸ ਵਿਖਿਆ, ਉਸ ਪੋਇਜ਼ਨ, ਉਸ ਇਗਨੋਰੈਂਸ, ਅਗਿਆਨਤਾ ਦੇ ਵਿੱਚ, ਉਸਦੇ ਸਾਰੇ ਜਿਤਨੇ ਵੀ ਅਵਗੁਣਾਂ ਦੇ ਨਾਲ ਪੂਰੀ ਤਰ੍ਹਾਂ ਮਸਤ ਹੋ ਚੁੱਕਿਆ ਹੈ। ਔਰ ਉਸਨੇ ਆਪਣੇ ਡੀਡਸ ਦੇ ਵਿੱਚ ਵੀ, ਪਰਫਾਰਮੈਂਸ ਵਿੱਚ ਵੀ ਉਸਨੂੰ ਪ੍ਰਵੇਸ਼ ਕਰ ਦਿੱਤਾ, ਅਮਲੀ ਜੀਵਨ ਵਿੱਚ ਵੀ। ਜਦੋਂ ਇਹ ਆਪਣੇ ਇਸ ਚੀਜ਼ ਵਿੱਚ ਲੈ ਕੇ ਆਉਂਦਾ ਹੈ ਤੇ ਫਿਰ ਉਸਦੇ ਅੰਦਰ ਜਿਤਨੇ ਵੀ 84 ਲੱਖ ਜੂਨ ਸਾਡੇ ਅੰਦਰ ਹਨ, ਜੋ ਅਸੀਂ ਕਹਿੰਦੇ ਨੇ ਕਿ ਸਰੀਰਕ ਨਹੀਂ ਹੈ, but they are in the form of an instinct। तो फिर ਅਸੀਂ ਜਨਮ ਮਰਨ ਦੇ ਵਿੱਚ ਰਹਿ ਜਾਂਦੇ ਆ। ਕਦੀ ਅਸੀਂ ਕੁੱਤਾ ਬਣ ਜਾਂਦੇ ਆ, ਕਦੇ ਅਸੀਂ ਸੂਰ ਬਣ ਜਾਂਦੇ ਆ, ਕਦੇ ਅਸੀਂ ਸੱਪ ਬਣ ਜਾਂਦੇ ਆ, ਕਦੇ ਅਸੀਂ ਹਾਥੀ ਬਣ ਜਾਂਦੇ ਆ। ਜਨਮ ਮਰਨ ਹੁੰਦਾ ਰਹਿੰਦਾ ਸਾਡੇ ਅੰਦਰ। ਔਰ ਇਹੀ ਜੋ ਹੈ, ਕਿਉਂਕਿ ਇਹ ਜਿਹੜੇ ਇਨਸਟਿੰਕਟਸ ਹਨ, ਇਹ ਜਿਹੜੀਆਂ ਬਿਰਥੀਆਂ ਹੈਗੀਆਂ, ਇਹ ਫਿਰ ਸਾਨੂੰ ਦੁੱਖ ਦਿੰਦੀਆਂ ਹੈਗੀਆਂ। ਪਰ ਦਿੰਦੀਆਂ ਕਿਉਂ ਹੈਗੀਆਂ? ਕਿਉਂਕਿ ਅਸੀਂ ਪੂਰੀ ਤਰ੍ਹਾਂ ਸਾਂਝ ਪਾ ਚੁੱਕੇ ਹਾਂ ਉਸ ਸਾਰੇ ਵਿਖਿਆ ਦੇ ਨਾਲ, ਸਾਂਝ ਪਾ ਚੁੱਕੇ ਹਾਂ with all the vices। ਅਸੀਂ ਸਾਂਝ ਪਾ ਚੁੱਕੇ ਹਾਂ with all the ਅਗਿਆਨਤਾ, the ignorance, the illusions, the myths।
ਔਰ ਇਸੇ ਕਰਕੇ ਅਸੀਂ ਭੋਗ ਰਹੇ ਹਾਂ, ਬਿਕੋਜ਼ ਦ ਲਾਅ ਆਫ ਅਟਰੈਕਸ਼ਨ ਇਜ਼ ਵਰਕਿੰਗ। ਜੋ ਤੁਰ ਲਿਖਿਆ ਸੋ ਕਰਮ ਕਮਾਏ, what you sow so shall you reap, this is the law of attraction। ਹਾਂਜੀ ਅੱਗੇ। जी ਭੂਆ जी, बिल्कुल शॉर्टेज आप बहुत सोहना एक्सप्लेन कर देंगे हो, बहुत चंगी तरह समझा देंगे जी। सुखविंदर ਵੀਰ ਜੀ। ਹਾਂਜੀ ਵੀਰ ਜੀ, ਬੰਦ ਦੇ ਵਿੱਚ ਨਾ ਸਤਿਗੁਰੂ ਜੀ ਸਾਨੂੰ ਸਾਡੀ ਉਸ ਅਵਸਥਾ ਦਾ ਬਿਆਨ ਕਰ ਰਹੇ ਨੇ ਜਿਸ ਅਵਸਥਾ ਵਿੱਚ ਸਾਡੇ ਮਨ ਦਾ ਧਿਆਨ ਗੁਰੂ ਤੋਂ ਹਟ ਕੇ ਸਤਿਗੁਰੂ ਜੀ ਦੀ ਸਿੱਖਿਆ ਤੋਂ ਉਲਟ, ਕੱਚੀ ਬਾਣੀ ਵੀ ਆਪਾਂ ਉਸ ਨੂੰ ਕਹਿ ਸਕਦੇ ਹਾਂ, ਉਸ ਨੂੰ ਆਪਾਂ ਕੀ ਕਹਿੰਦੇ ਆ, ਘਰ ਕੀ ਨਾਰ ਤਿਆਗਾ ਅੰਧਾ ਵਾਲੀ ਗੱਲ ਵੀ ਕਰ ਸਕਦੇ ਹਾਂ। ਕਿਉਂਕਿ ਕਿਉਂ ਘਰ ਕੀ ਨਾਰ ਇਸਨੇ ਤਿਆਗ ਕੇ ਇਹ ਅੰਧਾ ਹੋ ਚੁੱਕਾ ਹੈ, ਇਹ ਮਨਮੁਖ ਹੋ ਚੁੱਕਾ ਹੈ, ਇਹ ਭੁੱਲ ਗਿਆ। ਗੁਰੂ ਕੋਲ ਆਏਗਾ ਤਾਂ ਗੁਰੂ ਭੁੱਲੇ ਮਾਰਗ ਜਿਹਨੇ ਬਤਾਇਆ ਕਰ ਦੇਗਾ। ਠੌਰ ਨਾ ਪਾਏ, ਕਿੱਥੇ ਜੋ ਠੌਰ ਨਹੀਂ ਮਿਲਿਆ। ਨਿੱਜ ਕਰ ਮਹਿਲ ਇਸ ਨੂੰ ਪ੍ਰਾਪਤ ਨਹੀਂ ਹੋ ਰਿਹਾ। ਨਿੱਜ ਕਰ ਮਹਿਲ ਵਿੱਚ ਜਿੱਥੇ ਸਤਿਗੁਰੂ ਜੀ ਵਸਦੇ ਹਨ ਉੱਥੇ ਇਸ ਨੂੰ ਥਾਂ ਪ੍ਰਾਪਤ ਨਹੀਂ ਹੋ ਰਹੀ। ਕਿ ਇਹ ਜਿਸ ਨੂੰ ਆਪਾਂ ਉਹਦੇ ਸਤਿਗੁਰੂ ਜੀ ਸਮਝਾ ਰਹੇ ਨੇ, ਜੋ ਧੁਰ ਲਿਖਿਆ ਸੋ ਕਰਮ ਕਮਾਏ। ਅਗਰ ਅਸੀਂ ਧੁਰ ਲਿਖਿਆ ਦਾ ਮਤਲਬ ਇਹ ਸਮਝਾਂਗੇ ਨਾ ਕਿ ਸਤਿਗੁਰੂ ਜੀ ਨੇ ਇਹ ਇਨਸਾਨ ਦਾ ਮਨ ਜੋ ਧੁਰ ਲਿਖਿਆ ਵੀ ਆਪਣੇ ਆਪ ਉਸ ਤਰ੍ਹਾਂ ਹੀ ਇਹ ਮਨਮੁਖ ਬਣ ਜਾਂਦਾ, ਇਸ ਤਰ੍ਹਾਂ ਗੱਲ ਨਹੀਂ ਹੈ। ਗੁਰਬਾਣੀ ਦਾ ਇੱਕ ਇਹਦੇ 'ਚ ਜਿਹੜਾ ਲਫ਼ਜ਼ ਲਿਖਿਆ ਨਾ, ਲਿਖਿਆ, ਮਨ ਹੀ ਲਿਖਦਾ ਹੈ ਕਿ ਉਸਨੇ ਕੀ ਕਮਾਣਾ। ਕਿਉਂਕਿ ਥੱਲੇ ਲਿਖਿਆ, ਥੱਲੇ ਇਹ ਨਹੀਂ ਲਿਖਿਆ ਕਿ ਦੇਖੋ ਥੱਲੇ ਆ ਰਿਹਾ, ਇਸੇ ਬੰਦ ਵਿੱਚ ਆ ਰਿਹਾ, ਵਿਖਿਆ ਰਾਤੇ ਵਿਖਿਆ ਖੋਜੈ। ਮਨ ਖੋਜ ਰਿਹਾ ਕਿਸ ਨੂੰ? ਵਿਖਿਆ। ਮਨ ਬਿਲਕੁਲ ਆਜ਼ਾਦ ਹੈ। ਸਤਿਗੁਰੂ ਜੀ ਨੇ ਮਨ ਨੂੰ ਆਜ਼ਾਦ ਕੀਤਾ ਹੋਇਆ ਕਿ ਮਨ ਤੂੰ ਖੋਜ, ਕਿ ਉਸਨੂੰ ਕਹਿੰਦੇ ਨੇ ਮਨ ਖੋਜ ਮਾਰਗ। ਮਨ ਤੂੰ ਮਾਰਗ ਖੋਜ, ਲੇਕਿਨ ਕਿਹੜਾ ਮਾਰਗ ਖੋਜਣਾ ਹੈ? ਤੈਨੂੰ ਆਜ਼ਾਦ ਕੀਤਾ। ਲੇਕਿਨ ਸਤਿਗੁਰੂ ਜੀ ਕਹਿੰਦੇ ਨੇ, ਇਹ ਮਨ ਤੂੰ ਮਾਰਗ ਨੂੰ ਖੋਜ। ਲੇਕਿਨ ਮਨ ਕੀ ਕਰਦਾ ਹੈ? ਮਨ ਸਤਿਗੁਰੂ ਜੀ ਦਾ ਮਾਰਗ ਨਹੀਂ ਖੋਜਦਾ, ਜਿਸ ਨੂੰ ਕਹਿੰਦੇ ਨੇ ਨਾ ਤਨ ਮਨ ਖੋਜੇ ਤਾਂ ਨਾਉ ਪਾਏ। ਇੱਕ ਜਗ੍ਹਾ ਸਤਿਗੁਰੂ ਹੋਰ ਕਹਿੰਦੇ ਨੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਮਨ ਅਗਰ ਉਸ ਪਰਮਾਤਮਾ ਨੂੰ ਜਿਹੜਾ ਉਸਦੇ ਪਿੰਡ ਵਿੱਚ ਵੀ ਵਸ ਰਿਹਾ, ਜਿਹੜਾ ਬ੍ਰਹਿਮੰਡ 'ਚ ਵਸ ਰਿਹਾ, ਉਹੀ ਇਹਦੇ ਅੰਦਰ ਵਸ ਰਿਹਾ, ਅਗਰ ਉਸ ਨੂੰ ਖੋਜੇਗਾ ਕਹਿੰਦੇ ਉਸ ਨੂੰ ਪਾ ਜਾਏਗਾ। ਹੁਣ ਇਹ ਕਰ ਕੀ ਰਿਹਾ? ਇਸਨੇ ਇੱਕ ਐਕਟ ਕੀ ਕਰ ਰਿਹਾ ਹੈ? ਇਹ ਉਸ ਤਨ ਮਨ ਨੂੰ ਵਿੱਚੋਂ ਨਾਮ ਨੂੰ ਨਹੀਂ ਖੋਜ ਰਿਹਾ। ਤਨ ਮਨ ਖੋਜੇ ਤਾਂ ਨਾਮ ਪਾ ਸਕਦਾ ਹੈ, ਇਸ ਨੂੰ ਕਹਿੰਦੇ ਨੇ ਜੋ ਖੋਜਿਆ ਸੋ ਪਾਵੈ। ਇਹ ਖੋਜ ਰਿਹਾ ਵਿਖਿਆ। ਔਰ ਫਿਰ ਸਤਿਗੁਰੂ ਜੀ ਦਾ, ਪਰਮਾਤਮਾ ਜੀ ਦਾ ਇੱਕ ਲਾਅ ਵਿੱਚ ਆ ਜਾਂਦਾ, ਉਹ ਹੈਗਾ ਕਿ ਲੇਖਾ ਲਿਖੀਐ ਮਨ ਕੈ ਭਾਏ। ਮਨ ਤੂੰ ਜੋ ਪਸੰਦ ਕੀਤਾ ਬਸ ਤੇਰਾ ਉਹ ਲੇਖਾ ਲਿਖਿਆ ਗਾ, ਇਹ ਤੂੰ ਆਪਣਾ ਲੇਖ ਆਪ ਲਿਖ ਦਿੱਤਾ। ਮਨ ਤੂੰ ਵਿਖਿਆ ਪਸੰਦ ਕੀਤੀ, ਵਿਖਿਆ ਵਿੱਚ ਰਤ ਰਿਹਾ, ਵਿਖਿਆ ਨੂੰ ਖੋਜ ਰਿਹਾ, ਬਸ ਤੂੰ ਇਹ ਕੰਮ ਕਰ ਲਿਆ, ਬਸ ਤੇਰੇ ਤੇ ਉਹ ਜਿਹੜਾ ਯੂਨੀਵਰਸਲ ਲਾਅ ਹੈ ਤੇਰੇ ਤੇ ਅਪਲਾਈ ਹੋ ਗਿਆ। ਉਹ ਯੂਨੀਵਰਸਲ ਲਾਅ ਕੀ ਹੈ? ਦਿਨ ਰਾਤ ਕਮਾਇੜੋ ਸੁਆਇਓ ਮੱਥ ਹੈ। ਤੂੰ ਦਿਨ ਰਾਤ ਵਿਖਿਆ ਵਿੱਚ ਰਤ ਰਿਹਾ, ਵਿਖਿਆ ਨੂੰ ਖੋਜ ਰਿਹਾ, ਬਸ ਕਹਿੰਦੇ ਤੇਰਾ ਇਹੀ ਲੇਖ ਤੇਰੇ ਮੱਥੇ, ਤੇਰੀ ਇਹੀ ਕਿਸਮਤ ਬਣ ਜਾਏਗੀ ਕਿ ਤੂੰ ਮਨਮੁਖ ਭਾਵ ਤੇਰਾ ਮੂੰਹ ਗੁਰੂ ਵੱਲ ਤਾਂ ਰਿਹਾ ਨਹੀਂ, ਤੇਰਾ ਮਨ ਵੱਲ ਹੀ ਮੂੰਹ ਰਹੇਗਾ, ਮਨ ਦੀ ਮੱਤ ਦੇ ਅਨੁਸਾਰ ਹੀ ਤੂੰ ਚੱਲੇਗਾ। ਇਸ ਨੂੰ ਸਤਿਗੁਰੂ ਕਹਿੰਦੇ ਪਰ ਤੈਨੂੰ ਹੁਣ ਕਹਿੰਦੇ ਤੈਨੂੰ ਨਿੱਜ ਘਰ ਦੇ ਵਿੱਚ ਅੰਦਰ ਵਸਦੇ ਰੱਬ ਦੀ ਨਾਮ ਦੀ ਪ੍ਰਾਪਤੀ ਨਹੀਂ ਹੋਏਗੀ। ਤੂੰ ਜੋ ਬ੍ਰਹਮੰਡੇ ਸੋਏ ਪਿੰਡੇ ਨੂੰ ਨਹੀਂ ਖੋਜ ਰਿਹਾ, ਇਸ ਲਈ ਤੈਨੂੰ ਜੋ ਖੋਜਿਆ ਸੋ ਪਾਵੈ ਤੂੰ ਨਹੀਂ ਪਾਏਗਾ, ਤੂੰ ਠੌਰ ਨਹੀਂ ਪਾਏਗਾ। ਚਲੋ ਕਹਿੰਦੇ ਜੋ ਖੋਜਿਆ ਸੋ ਪਾਵੈ, ਇੱਥੇ ਕਹਿੰਦੇ ਨਹੀਂ, ਤੂੰ ਭੁੱਲਾ, ਤੂੰ ਠੌਰ ਨਾ ਪਾਏ, ਤੂੰ ਨਹੀਂ ਪਾਏਗਾ। ਕਿਉਂਕਿ ਤੂੰ ਉਹ ਕਰਮ ਕੀਤਾ, ਹੁਣ ਤੂੰ ਕਰਮ ਕਿਹੜੇ ਕਰਨੇ? ਸੋ ਕਰਮ ਕਮਾਏ। ਜੋ ਤੂੰ ਕੰਮ ਕੀਤਾ ਤੇਰੇ ਤੇ ਉਹੀ ਅਪਲਾਈ ਹੋਏਗਾ। ਅਗਰ ਮਨ ਨੇ ਨਾਮ ਨੂੰ ਖੋਜੇਗਾ ਤਾਂ ਇਹਦਾ ਲੇਖ ਲਿਖਿਆ ਜਾਏਗਾ, ਇਹਨੂੰ ਨਾਮ ਦੀ ਪ੍ਰਾਪਤੀ ਹੋਏਗੀ। ਅਗਰ ਇਹ ਵਿਖਿਆ ਨੂੰ ਖੋਜੇਗਾ ਤਾਂ ਇਹਦੇ ਅੰਦਰ ਇਹਦੀ ਲੇਖ ਲਿਖਿਆ ਜਾਏਗਾ ਕਿ ਇਹਨੂੰ ਵਿਖਿਆ ਦੀ ਹੀ ਪ੍ਰਾਪਤੀ ਹੋਏਗੀ। ਉਹਦੇ ਨਾਲ ਕੀ ਹੋਏਗਾ? ਦੇਖੋ, ਸ਼ਬਦ ਨੂੰ ਖੋਜੇਗਾ ਤਾਂ ਸ਼ਬਦ ਮਰੋ ਫਿਰ ਜੀਵੋ ਸਦ ਹੀ ਹੋ ਜਾਏਗਾ। ਵਿਖਿਆ ਨੂੰ ਖੋਜੇਗਾ ਤਾਂ ਵਿਖਿਆ ਦੇ ਵਿੱਚ ਸ਼ਬਦ ਦੇ ਘਰੋਂ ਮਰ ਜਾਏਗਾ, ਸਤਿਗੁਰੂ ਜੀ ਦੇ ਘਰੋਂ ਮਰ ਜਾਏਗਾ। ਉਹ ਜਿਹੜਾ ਜੀਵਨ ਜਿਸ ਨੂੰ ਸਤਿਗੁਰੂ ਜੀ ਕਹਿੰਦੇ ਨਾ, ਪਰ ਸਤਿਗੁਰ ਕੈ ਜਨਮੈ ਗਵਨ ਮਟਾਇਆ, ਵੀ ਸਤਿਗੁਰੂ ਦੇ ਜਨਮ ਦੇ ਨਾਲ ਤਾਂ ਸਾਡਾ ਆਵਾਗਮਨ ਮਿਟ ਜਾਏਗਾ। ਲੇਕਿਨ ਇੱਥੇ ਆਵਾਗਮਨ ਸਟਾਰਟ ਕਰ ਰਿਹਾ, ਕਹਿ ਰਹੇ ਕਹਿੰਦੇ ਨਹੀਂ, ਤੂੰ ਸਤਿਗੁਰੂ ਦੇ ਘਰੋਂ ਮਰ ਗਿਆ, ਤੂੰ ਗੁਰੂ ਦੀ ਮੱਤ ਵੱਲੋਂ ਮਰ ਗਿਆ, ਤੇਰੀ ਮੂਈ ਸੁਰਤ ਬਾਦ ਅਹੰਕਾਰ ਹੋ ਗਿਆ। ਇੱਥੇ ਬੋਲ ਲਿਖਿਆ ਨਾ ਮਰਿਆ ਕੀ ਹੁੰਦਾ ਹੈ? ਮੂਈ ਸੁਰਤ ਬਾਦ ਅਹੰਕਾਰ ਉਹ ਨਾ ਹੁਆ ਜੋ ਦਵਿੰਸਰ, ਤੇਰੀ ਸੁਰਤ ਮਰ ਜਾਏਗੀ। ਤੂੰ ਜਨਮ ਲਿਖੀ ਦੇ ਘਰ ਲੈ ਲਿਆ, ਹੁਣ ਵਿਖਿਆ ਦੇ ਘਰ ਤੇਰਾ ਜਨਮ ਹੋ ਗਿਆ। ਹੁਣ ਤੇਰਾ ਸਾਰਾ ਜੀਵਨ ਦੁੱਖਾਂ ਵਿੱਚ ਬਤੀਤ ਹੋ ਗਿਆ। ਇਸ ਨੂੰ ਕਹਿੰਦੇ ਨੇ ਹੁਕਮ ਲਿਖ ਦੁੱਖ ਸੁੱਖ ਪਾਈਐ। ਤੂੰ ਹੁਕਮ ਦੇ ਵਿੱਚ ਆਪਣਾ ਲੇਖ ਦੁੱਖ ਵਾਲਾ ਲਿਖਿਆ,
ਮਨ ਲਿਖਦਾ ਹੈ। ਅਸੀਂ ਆਪਣਾ ਦੁੱਖਾਂ ਦਾ ਲੇਖ ਖੁਦ ਲਿਖਦੇ ਆ। ਉਹਦਾ ਲਾਅ ਹੈ ਕੁਝ ਯੂਨੀਵਰਸ ਦਾ, ਕੁਦਰਤ ਦਾ ਕਾਨੂੰਨ ਹੈ, ਸਤਿਗੁਰੂ ਜੀ ਦਾ ਨਿਯਮ ਹੈ। ਔਰ ਨਿਯਮ ਹੈ ਲੇਖਾ ਲਿਖੀਏ ਮਨ ਕੈ ਪਾਏ। ਅਸੀਂ ਆਪਣੇ ਮਨ ਦੀ ਪਸੰਦ, ਮਨ ਦੀ ਚੁਆਇਸ ਕੀ ਕੀਤੀ, ਲਿਖਿਆ। ਹੁਣ ਸਾਡੇ ਪੂਰੇ ਜਨਮ ਦੇ ਵਿੱਚ ਅਸੀਂ ਸਤਿਗੁਰੂ ਦੇ ਘਰ ਤਾਂ ਜਨਮ ਹੀ ਨਹੀਂ ਨਾ, ਸਾਡੀ ਮੂਰੀ ਸੁਰਤਬਾਦ ਅਹੰਕਾਰ ਵਿੱਚ ਹੋ ਗਿਆ ਨਾ। ਹੁਣ ਸਾਡਾ ਇਹਦੇ ਵਿਖਿਆ ਦੇ ਵਿੱਚ ਅਸੀਂ ਵਿਖਿਆ ਦੇ ਵਿੱਚ ਜੀਵਨ ਦੇ ਵਿੱਚ ਹੀ ਜਨਮ ਹੋ ਗਿਆ ਸਾਡਾ, ਵਿਖਿਆ ਵਿੱਚ ਹੀ ਰਤੇ ਰਵਾਂਗੇ ਤੇ ਸਾਨੂੰ ਇਹ ਦੁੱਖ ਹੁਣ ਕਦੀ ਵੀ ਨਹੀਂ ਜਾਏਗਾ। ਹਾਂਜੀ जी वीर जी, बड़ी खूबसूरती नाल आप जी समझाना करदे। बिल्कुल ठीक है, जो मन लिखदा है उस दे आधार ते जो परमात्मा दा हुक्म लिखिया होया बनया होया उस आधार ते ही सानू सुख ते दुख जिद्दां असी डिफाइन करदे हां उस दी प्राप्ति होंदी है। साडा जीवन उसी आधार ते बनदा है। एक गल हरविंदर वीर जी ने हुणे जिक्र कीता सी छाप दे बारे ते इशनान दे बारे। ਅਸੀਂ ਧਿਆਨ ਦੇਈਏ, ਛਾਪ ਪਾਉਣ ਤੋਂ ਇਨਕਾਰ ਗੁਰੂ ਸਾਹਿਬ ਮਨਾ ਨਹੀਂ ਕਰ ਰਹੇ, ਪਰ ਅਸੀਂ ਜਦੋਂ ਭਰਮ ਕਰਕੇ ਛਾਪ ਪਾਉਂਦੇ ਆ ਉੱਥੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਭਰਮ ਕਰਕੇ ਨਾ ਪਾਣੀ ਕਰੀ। ਜਾਂ ਅਸੀਂ ਭਰਮ ਕਰਕੇ ਇਸ਼ਨਾਨ ਕਰ ਰਹੇ ਹਾਂ, ਕਿਧਰੇ ਧਰਮ ਦੇ ਕਰਮ ਸਮਝ ਕੇ ਅਸੀਂ ਇਸ਼ਨਾਨ ਕਰ ਰਹੇ ਹਾਂ, ਤੇ ਉੱਥੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਹ ਧਰਮ ਦਾ ਕਰਮ ਨਹੀਂ, ਇਹਦੇ ਰਾਹੀਂ ਤੇਰੇ ਪਾਪ ਨਹੀਂ ਧੁੱਲੇ ਜਾਣੇ। ਇਹ ਨਾ ਸਮਝਣਾ ਕਰੀਏ ਕਿ ਅਸੀਂ ਬਿਲਕੁਲ ਹੀ ਗੁਰੂ ਸਾਹਿਬ ਮਨਾ ਕਰ ਰਹੇ ਹਨ ਕਿ ਤੁਸੀਂ ਛਾਪ ਵੀ ਨਹੀਂ ਪਾਣੀ, ਜਾਂ ਕਿਧਰੇ ਜਾ ਕੇ ਇਸ਼ਨਾਨ ਤੁਸੀਂ ਕਰਨਾ ਹੈ, ਜ਼ਰੂਰਤ ਹੈ ਤੇ ਸਰੀਰ ਤੇ ਮੈਲ ਹੈ ਤੇ ਇਸ਼ਨਾਨ ਭਾਵੇਂ ਸਰੋਵਰ ਵਿੱਚ ਕਰੋ, ਭਾਵੇਂ ਤੁਸੀਂ ਕਿਧਰੇ ਹੋਰ ਕਰੋ, ਤੇ ਗੁਰੂ ਸਾਹਿਬ ਉਸ ਤੋਂ ਮਨਾ ਨਹੀਂ ਕਰ ਰਹੇ ਬਿਲਕੁਲ ਵੀ। ਅਸੀਂ ਕੋਈ ਭਰਮ ਨਾ ਲੈ ਕੇ ਜਾਈਏ ਨਾਲ। ਆਪੇ ਆਪ ਸਾਲਾਹੇ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ, ਤੂੰ ਆਪ ਸੱਚਾ ਤੇਰੀ ਬਾਣੀ ਸੱਚੀ। ਆਪੇ ਅਲਖ ਅਥਾਹ ਹੈ, ਆਪੇ ਆਪ ਸਾਲਾ ਹੈ। ਉਹ ਪ੍ਰਮਾਤਮਾ ਸਾਰਿਆਂ ਵਿੱਚ ਮੌਜੂਦ ਹੈ, ਸਾਰਿਆਂ ਵਿੱਚ ਮੌਜੂਦ ਹੋ ਕੇ ਹੈ ਪ੍ਰਮਾਤਮਾ ਤੂੰ ਆਪੇ ਆਪ, ਤੂੰ ਆਪਣੇ ਆਪ ਤੋਂ ਹੀ ਆਪ ਹੈ, ਸਾਰਿਆਂ ਵਿੱਚ ਮੌਜੂਦ ਹੈ। ਸਾਰਿਆਂ ਵਿੱਚ ਮੌਜੂਦ ਹੋ ਕੇ ਇੰਝ ਸਮਝ ਲਈਏ ਕਿ ਜਦੋਂ ਅਸੀਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਰਹੇ ਹਾਂ ਤੇ ਪ੍ਰਮਾਤਮਾ ਆਪ ਹੀ ਸਿਫਤ ਸਲਾਹ ਕਰ ਰਿਹਾ। ਆਪੇ ਆਪ ਸਲਾਹ ਹੈ, ਆਪਣੇ ਆਪ ਨੂੰ ਸਲਾਹ ਸਾਡੇ ਵਿੱਚ ਮੌਜੂਦ ਰਹਿ ਕੇ ਉਹ ਸੱਚ ਦੇ ਕਰਮ ਜੋ ਕਰਵਾ ਰਿਹਾ, ਮਾਨੋ ਪ੍ਰਮਾਤਮਾ ਆਪ ਹੀ ਕਰਾ ਰਿਹਾ। ਤੇਰੇ ਗੁਣ ਪ੍ਰਭ ਤੁਝ ਹੀ ਮਾਹੇ, ਤੇਰੇ ਗੁਣ ਜੇ ਪ੍ਰਮਾਤਮਾ ਤੂੰ ਹੀ ਜਾਣਦਾ। ਤੇਰੇ ਗੁਣ ਕਿਹੋ ਜਿਹੇ ਹਨ, ਤੇਰੇ ਵਰਗੇ ਕਿਸੇ ਹੋਰ ਦੇ ਨਹੀਂ ਹਨ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਇਹ ਪ੍ਰਮਾਤਮਾ ਤੇਰੇ ਗੁਣ ਕਿਹੋ ਜਿਹੇ ਹਨ ਕਿ ਕਿਸੇ ਹੋਰ ਦੇ ਵਿੱਚ ਉਹ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਨਾ ਕੋਈ ਤੇਰੇ ਵਰਗਾ ਕੋਈ ਹੋਇਆ ਤੇ ਨਾ ਕੋਈ ਤੇਰੇ ਵਰਗਾ ਹੋਏਗਾ। ਇਹ ਤੇਰਾ ਸਭ ਤੋਂ ਵੱਡਾ ਗੁਣ ਹੈ ਕਿ ਆਪਣੇ ਵਰਗਾ ਤੂੰ ਆਪ ਹੀ ਹੈ। ਤੇਰੇ ਗੁਣ ਪ੍ਰਭ ਤੁਝ ਹੀ ਮਾਹੇ, ਤੂੰ ਆਪ ਸੱਚਾ ਤੇਰੀ ਬਾਣੀ ਸੱਚੀ। ਆਪੇ ਅਲਖ ਅਥਾਹ ਹੈ, परमात्मा सच्चा है, भाव सदा थिर है। सच्चा सदा थिर भी दस रहा, सच्चा अकर यह भी समझाना कर रहा है कि परमात्मा दा हुक्म अटल है, परमात्मा दा हुक्म अटल है। तू आप सच्चा, तेरी बाणी सच्ची, तेरे बोल सच्चे हैं, तेरे हुक्म अटल हैं। ਜਦੋਂ ਪਿਛਲੇ ਪਦੇ ਵਿੱਚ ਵੀ ਆਇਆ ਨਾ, ਜੋ ਤੁਰ ਲਿਖਿਆ ਸੋ ਕਰਮ ਕਮਾਏ, ਉਹ ਪ੍ਰਮਾਤਮਾ ਦੇ ਬੋਲ ਅਟਲ ਹਨ। ਜਦੋਂ ਅਸੀਂ ਝੂਠ ਦੇ ਕਰਮ ਕਮਾ ਰਹੇ ਹਾਂ ਤੇ ਪ੍ਰਮਾਤਮਾ ਦੇ ਬਣਾਏ ਸਿਸਟਮ ਵਿੱਚ ਅਸੀਂ ਭੈੜੇ ਬਣ ਰਹੇ ਹਾਂ ਜਾਂ ਅਸੀਂ ਦੁਖੀ ਹੋ ਰਹੇ ਹਾਂ, ਤੇ ਜਦੋਂ ਸੱਚ ਦੇ ਰਾਹੀਂ, ਜਦੋਂ ਬਾਣੀ ਦੇ ਰਾਹੀਂ, ਗੁਰੂ ਦੇ ਬੋਲਾਂ ਦੇ ਰਾਹੀਂ ਸੱਚ ਦੇ ਕਰਮ ਕਮਾ ਰਹੇ ਹਾਂ ਤੇ ਮਨ ਦੇ ਵਿੱਚੋਂ ਦੁੱਖ ਦੂਰ ਹੋ ਰਹੇ ਹਨ ਤੇ ਮਨ ਆਨੰਦਿਤ ਹੁੰਦਾ ਜਾ ਰਿਹਾ ਹੈ। ਇਹ ਤੇਰੇ ਬੋਲ ਜਿਹੜੇ ਹਨ अटल है, बाणी सच्ची। आपे अलग अथाह है, ये परमात्मा तू अलग है, तू अथाह है, बेअंत है। ते तेरे असी गुण गा सकते हैं। गुरु साहब देखिए बार बार सानू समझाना कर रहे हैं ना, असी परमात्मा दी किन्ना वड्डा है, किन्ने गुण हैं, असी कई बारी उसकी गिनती विच पै जाते हैं, असी गिनतियां मिनतियां विच पै जाते हैं या परमात्मा किन्नी बेअंतता है ਉਹਨੂੰ ਨਾਪਣ ਵਿੱਚ ਜੁੜ ਬੈਠਦੇ ਆ। ਪਰ ਗੁਰੂ ਸਾਹਿਬ ਕਹਿ ਰਹੇ ਹਨ
ਉਹਦੀ ਸਿਫਤ ਸਲਾਹ ਕਰਨੀ ਕਰ, ਉਹਦੀ ਸਿਫਤ ਸਲਾਹ ਕਰਕੇ ਤੂੰ ਉਹਦੇ ਵਿੱਚ ਲੀਨ ਤੇ ਹੋ ਸਕਦਾ ਹੈ, ਪਰ ਉਹ ਪ੍ਰਮਾਤਮਾ ਅਲੱਗ ਹੈ, ਉਹ ਪ੍ਰਮਾਤਮਾ ਅਥਾਹ ਹੈ, ਉਹਨੂੰ ਉਸਦੀ ਤੂੰ ਬੇਅੰਤਤਾ ਨਹੀਂ ਪਾ ਸਕਦਾ, ਉਹ ਅਲੱਗ ਤੂੰ ਲੱਖ ਨਹੀਂ ਸਕਦਾ। ਹਾਂ, ਤੂੰ ਸਿਫਤ ਸਲਾਹ ਕਰਕੇ ਉਹਦੇ ਵਿੱਚ ਲੀਨ ਹੋ ਸਕਦਾ ਹੈ। ਜੀ ਜੀ ਅਰਵਿੰਦਰ ਵੀਰ ਜੀ। ਇਹ ਕੋਈ ਬੜਾ ਸ਼ਬਦ ਆ ਰਿਹਾ, ਕਹਿੰਦੇ ਆਪੇ ਆਪ ਸਲਾਹੇ। ਗੁਰਬਾਣੀ ਦਾ ਨਾ ਇੱਕ ਸਿਧਾਂਤ ਬਹੁਤ ਸਾਰੀ ਥਾਵਾਂ ਤੇ ਸਾਨੂੰ ਦੇਖੋ, ਗੁਰਮਤਿ ਦੇ ਸਿਧਾਂਤ ਬੜੇ ਦੇਖੋ ਸ਼ਬਦ ਆਉਂਦਾ, ਕਹਿੰਦੇ ਨੇ ਆਪੇ ਰਸੀਆ, ਆਪ ਰਸ, ਆਪੇ ਰਾਵਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਜਿਹੜਾ ਮਾਲਕ ਹੈ ਨਾ ਉਹ ਸਾਰੇ ਕਹਿੰਦੇ ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਵੀ ਰੱਬ ਅਸੀਂ ਸਾਰਾ ਹੈ ਉਹ ਸਾਰਾ ਪਰਮਾਤਮਾ ਦਾ ਬਣਾਇਆ ਹੋਇਆ ਖੇਡ ਹੈ। ਅਸੀਂ ਆਪ ਸਾਰੇ ਜਿਹੜੇ ਆ ਨਾ ਉਹ ਰੱਬ, ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਵੀ ਉਹ ਜੋ ਦਿਸੈ ਮ੍ਰਿਗਮੀਨ ਪੰਖੇਰੂ, ਕਹਿੰਦੇ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ। ਕਹਿੰਦੇ ਵੀ ਆਪੇ ਆਪ ਸਲਾਹੇ। ਸਾਰਿਆਂ ਜਿਹੜਾ ਕੋ 11 ਸਾਹਿਬ ਦੀ ਬਾਣੀ ਪੜ੍ਹਨੇ ਆ ਵੀ ਸਹਿਜ ਤਵ ਨੈਣ, ਨੈਣ ਹੈ ਤੋ ਇੱਕ। ਸਾਰੀਆਂ ਅੱਖਾਂ ਕਿਹਦੀਆਂ ਨੇ? ਤੇਰੀਆਂ ਤੇ ਅੱਖਾਂ ਨੇ। ਉਹਨਾਂ ਵਿੱਚੋਂ ਦੇਖ ਕੌਣ ਰਿਹਾ? ਤੂੰ ਹੀ ਤੇ ਦੇਖ ਰਿਹਾ ਹੈ, ਫਿਰ ਤੇਰੀ ਆਪਣੀ ਕੋਈ ਅੱਖ ਨਹੀਂ। ਬੰਦਾ ਕੋਈ ਕਿ ਵਿਸ਼ੇਸ਼ ਜੀ ਰੱਬ ਅੱਖ ਕਿਹੜੀ ਵਾਲੀ ਨਹੀਂ, ਸਾਰੀਆਂ ਅੱਖਾਂ ਵਿੱਚੋਂ ਹੈ ਤੇ ਤੂੰ ਹੀ ਦੇਖਣਾ ਪੈ। ਸਹਿਜ ਤਵ ਨੈਣ, ਨੈਣ ਹੈ ਤੋ ਏਕੋ, ਸਹਿਸ ਮੂਰਤ। ਹਜ਼ਾਰਾਂ ਮੂਰਤਾਂ ਕਿਹਦੀਆਂ ਨੇ? ਤੇਰੀਆਂ ਤੇ ਮੂਰਤਾਂ ਨੇ। ਇੱਥੇ ਜੋ ਕਹਿੰਦੇ ਵੀ ਆਪੇ ਆਪ ਸਲਾਹ। ਉਹ ਕਹਿੰਦੇ ਆਪੇ ਮਾਛੀ ਮਛਲੀ, ਮੱਛੀ ਵੀ ਆਪ ਹੈ, ਉਹ ਪਾਣੀ ਵੀ ਆਪ ਹੈ, ਮਛਵਾਰਾ ਵੀ ਉਹ ਆਪ ਹੈ, ਜਾਲ ਪਾਣਾ ਵਾਲਾ ਸਾਰਾ ਉਹਦੇ ਮਾਲਕ ਨੇ ਇੱਕ ਖੇਡ ਬਣਾਇਆ ਹੋਇਆ। ਆਪੇ ਆਪ ਸਲਾਹ ਹੈ। ਸਾਰਾ ਕੁਝ ਆਪਣੇ ਆਪ ਹੀ ਵਰਤ ਰਿਹਾ ਹੈ। ਉਹ ਆਪ ਹੀ ਸਾਡੇ ਅੰਦਰ ਬੈਠਿਆ, ਉਹ ਆਪਣੀ ਸਲਾਹ ਵੀ ਮੰਗਦਾ ਪਿਆ, ਦਿੰਦਾ ਪਿਆ, ਕਰਦਾ ਪਿਆ। ਉਹ ਆਪ ਹੀ ਸਾਨੂੰ ਸਾਡੇ ਕਿਸੇ ਰਸਤੇ ਤੇ ਪਾਉਂਦਾ ਪਿਆ। ਆਪੇ ਆਪ ਸਲਾਹ ਹੈ। ਕਹਿੰਦੇ ਤੇਰੇ ਗੁਣ ਪ੍ਰਭ ਤੁਝ, ਤੇਰੇ ਗੁਣ ਪ੍ਰਭ ਤੁਝ ਹੀ ਮਾਏ। ਜਿਤਨੇ ਰੱਬ ਜਿਹੜਾ ਹੈ ਨਾ, ਕਹਿੰਦੇ ਉਹ ਸ਼ਬਦ ਆਉਂਦਾ, ਕਹਿੰਦੇ ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੂ ਥੀਏ, ਮੈਂ ਮੂਰਖ ਤੇ ਕਿਆ ਹੋ। ਗੁਣ ਜਿਤਨੇ ਨੇ ਨਾ, ਕਹਿੰਦੇ ਵੀ ਉਹ ਕਹਿੰਦੇ ਹਮ ਅਵਗੁਣ ਭਰੇ, ਏਕ ਗੁਣ ਨਹੀਂ। ਸਾਡੇ ਵਿੱਚ ਤੇ ਕੋਈ, ਕਿਉਂਕਿ ਉਹ ਵਿਸ਼ਕਾਰ ਵੀ ਆਪਣਾ ਸ਼ਬਦ ਜਾਂਦਾ ਪਿਆ ਸੀ ਵੀ ਉਹ ਗੁਣ ਮੈਂ ਵਰਤੇ। ਮੈਨੂੰ ਸ਼ਬਦ ਐਗਜ਼ੈਕਟਲੀ ਯਾਦ ਨਹੀਂ ਆ ਰਿਹਾ। ਉਹ ਨਿਰਮਲ ਸਾਚਾ ਗੁਣ ਮੈਂ ਵਰਤੇ। ਗੁਣ ਭਰਪੂਰ ਜੀਵਨ ਵਿੱਚ ਹੀ ਤੇ ਰੱਬ ਬੈਠਿਆ ਹੋਇਆ ਹੈ। ਵੀ ਸਾਡੇ ਵਿੱਚ ਉਹ ਜਿਹੜਾ ਕਹਿੰਦੇ ਭਗਤੀ ਕਰਨੀ ਵੀ ਕੀ ਹੈ? ਕਹਿੰਦੇ ਗੁਣਾਂ ਨੂੰ ਕਮਾ ਲੈਣਾ, ਬਿਨ ਗੁਣ ਕੀਤੇ ਭਗਤ ਨਾ ਹੋਏ। ਉਹ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਜਿਹੜੇ ਨਿਰਗੁਣ ਬੰਦੇ ਨੇ ਉਹਨਾਂ ਨੂੰ ਗੁਰੂ ਜਿਹੜਾ ਨਾ ਗੁਣ ਬਖਸ਼ੀ ਜਾਂਦਾ ਪਿਆ। ਜਿਨ੍ਹਾਂ ਨੂੰ ਗੁਣ ਮਿਲ ਗਏ ਨੇ ਉਹਨਾਂ ਨੂੰ ਹੋਰ ਗੁਣ ਜਿਹੜਾ ਕੇਵਲ ਤੇ ਕੇਵਲ ਉਹ ਪਰਮਾਤਮਾ ਹੀ ਦੇਈ ਜਾ ਰਿਹਾ। ਤੇਰੇ ਗੁਣ ਪ੍ਰਭ ਤੁਝ ਹੀ ਮਾਏ। ਤੇਰੇ ਵਰਗੇ ਗੁਣ ਜਿਹੜੇ ਨੇ ਨਾ ਉਹ ਹੋਰ ਕਿਸੇ ਵਿੱਚ। ਹੋਰ ਬੜਾ ਪਿਆਰਾ ਜਿਹਾ ਸ਼ਬਦ ਆਇਆ ਸੀ, ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋ ਹੈ ਨਾਇਵਰੀ। ਤੇਰੇ ਗੁਣ ਹੋਰ ਕਿਸੇ ਵਿੱਚ ਹੋ ਹੀ ਨਹੀਂ ਸਕਦੇ। ਇਹ ਜਿੰਨੇ ਵੀ ਲਿੱਤੇ ਨੇ ਨਾ ਉਹਨੇ ਤੇਰੇ ਕੋਲੋਂ ਮੰਗਵੇ ਉਧਾਰ, ਤੇਰੀ ਬਖਸ਼ਿਸ਼ ਸਦਕਾ ਲਿੱਤੇ ਨੇ। ਅਸੀਂ ਅਵਗੁਣ ਭਰੇ ਹਾਂ। ਸਾਡਾ ਸਟੇਟ ਆਫ ਮਾਈਂਡ, ਗੁਰੂ ਸਾਨੂੰ ਕਹਿੰਦਾ ਪਿਆ ਇਹ ਸਟੇਟ ਆਫ ਮਾਈਂਡ ਵਿੱਚ ਆਪਣੇ ਘਰ ਨੂੰ ਲੈ ਕੇ ਆ ਜਾ। ਜੇ ਤੇਰੇ ਕੋਲ ਗੁਣ ਮਿਲ ਵੀ ਗਿਆ ਨਾ, ਮਤਾ ਮਾਨ ਕਰੀ। ਕਹਿੰਦਾ ਮਨ ਤੂੰ ਮਤ ਮਾਨ ਕਰੈ, ਜੇ ਹੋ ਕਿਤੇ ਜਾਣਦਾ। ਗੁਰਮੁਖ ਨਿਮਾਣਾ ਹੋ। ਜੇ ਤੇਰੇ ਵਿੱਚ ਕੋਈ ਗੁਣ ਹੈ, ਉਹਨੂੰ ਰੱਬ ਦੀ ਬਖਸ਼ਿਸ਼ ਸਮਝ ਕੇ ਲੈ ਲੈ। ਬਿਲਕੁਲ ਇੱਕ ਪੈਸੇ ਦਾ ਮਾਨ ਨਾ ਕਰੀ ਕਿ ਮੈਂ ਜਿਹੜਾ ਨਾ ਮੇਰੇ ਵਿੱਚ ਕੋਈ ਗੁਣ ਮੇਰੀ ਜ਼ਿੰਦਗੀ ਵਿੱਚ ਆ ਗਏ। ਕਹਿੰਦਾ ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ, ਤੂੰ ਸਦੀਵ ਹੋਂਦ ਵਾਲਾ ਹੈ। ਤੇਰੇ ਸਿਧਾਂਤ ਜਿਹੜੇ ਨੇ ਨਾ ਉਹ ਸਦੀਵ ਹੋਂਦ ਵਾਲੇ ਨੇ। ਬਾਣੀ ਜਿਹੜੀ ਹੈ, ਬਾਣੀ ਜਿਹੜੇ ਉਹ ਪਰਮਾਤਮਾ ਦਾ ਨਾਮ ਹੁਕਮ ਦੱਸੀ ਜਾਂਦੀ ਪਈ ਹੈ, ਉਹ ਸੱਚੀ ਹੋਂਦ ਵਾਲੇ ਨੇ। ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ, ਆਪੇ ਅਲਖ ਅਥਾਹ ਹੈ। ਤੂੰ ਆਪ ਜਿਹੜਾ ਅਲਖ ਪਾਓ, ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਤੇਰਾ ਅਥਾਹ ਤੋਂ ਪਾਓ, ਜਿਹਦਾ ਕੋਈ ਅਥਾਹ ਬੇਅੰਤ ਜਿਹਨੂੰ ਕਹਿ ਸਕਦੇ ਹਨ, ਜਿਹਦਾ ਕੋਈ ਪਾਰਲਾ ਬੰਨਾ ਹੀ ਨਾ ਹੋਵੇ, ਜਿਹਦਾ ਕੋਈ ਐਂਡ ਹੀ ਨਾ ਹੋ। ਹਾਂਜੀ ਵੀਰ ਜੀ ਵੀਰ ਜੀ, ਬਿਲਕੁਲ। ਗੁਣਾਂ ਦਾ ਆਪ ਜੀ ਜ਼ਿਕਰ ਕਰ ਰਹੇ ਹੋ। ਗੁਣ ਪਰਮਾਤਮਾ ਦੇ ਕਿਉਂ ਗਾਉਣੇ ਹਨ? ਅਕਸਰ ਸਾਡੇ ਮਨ ਵਿੱਚ ਭੁਲੇਖਾ ਪੈ ਜਾਂਦਾ ਹੈ, ਕਿਉਂਕਿ ਦੁਨਿਆਵੀ ਰਾਜੇ ਹਨ ਨਾ,
ਉਹਨਾਂ ਨੂੰ ਆਪਣੀ ਵਡਿਆਈ ਦਾ ਬੜਾ ਸ਼ੌਕ ਹੁੰਦਾ ਕਿ ਲੋਕੀ ਮੇਰੀ ਵਡਿਆਈ ਕਰਨ। ਦੁਨਿਆਵੀ ਕੋਈ ਅਹੁਦੇਦਾਰ ਹੈ, ਕੋਈ ਵੱਡਾ ਹੈ, ਕੋਈ ਧਨਾਢ ਹੈ, ਉਹ ਚਾਹੁੰਦੇ ਹਨ ਕਿ ਦੁਨੀਆ ਮੇਰੀ ਵਡਿਆਈ ਕਰਨ। ਸਾਡੇ ਮਨ ਵਿੱਚ ਵੀ ਰਹਿੰਦਾ ਹੀ ਹੈ ਲੋਕੀ ਸਾਡੀ ਵਾਹ ਕਰਨ, ਤੇ ਸਾਨੂੰ ਲੱਗਦਾ ਪ੍ਰਮਾਤਮਾ ਵੀ ਇਹੋ ਚਾਹੁੰਦਾ ਹੈ। ਇਸ ਲਈ ਸਾਨੂੰ ਉਹਦੇ ਗੁਣ ਗਾਉਣੇ ਚਾਹੀਦੇ ਹਨ। ਅਸੀਂ ਗੁਣ ਗਾਵਾਂਗੇ ਤੇ ਉਹ ਖੁਸ਼ ਹੋ। वॉइस नहीं आ रही ਵੀਰ ਜੀ। ਬਿੰਦਰੀ ਬੁਆ ਜੀ ਸ਼ਾਇਦ ਲੈਫਟ ਕਰ ਰਹੇ ਕਿ ਸੁਖਵਿੰਦਰ ਵੀ ਜੀ ਤੁਸੀਂ ਸਟਾਰਟ ਕਰਿਓ। ਹਾਂਜੀ ਵੀਰ ਜੀ। ਵੀਰ ਜੀ ਇਸ ਬੰਦ ਵਿੱਚ ਨਾ ਸਤਿਗੁਰੂ ਜੀ ਆਪੇ ਬਾਰੇ ਦੱਸ ਰਹੇ। ਪਹਿਲਾਂ ਅਸੀਂ ਆਪੇ ਬਾਰੇ ਸਤਿਗੁਰੂ ਜੀ ਨੇ ਇਸ ਬੰਦ ਵਿੱਚ ਆਪੇ ਨੂੰ ਕਿਸ ਨੂੰ ਆਪਾ ਕਿਹਾ ਹੈ ਉਹ ਆਪਾਂ ਥੋੜਾ ਸਮਝੀਏ। ਪਹਿਲਾਂ ਆਪ ਵਾਸਤੇ ਸਤਿਗੁਰੂ ਜੀ ਨੇ ਇੱਥੇ ਲਫ਼ਜ਼ ਵਰਤਿਆ, ਆਪੇ ਆਪ ਵੀ ਵਰਤਿਆ ਹੈ। ਫਿਰ ਆਪ ਵਾਸਤੇ ਲਫ਼ਜ਼ ਵਰਤਿਆ ਸੱਚਾ। ਫਿਰ ਆਪ ਵਾਸਤੇ ਲਫ਼ਜ਼ ਵਰਤਿਆ ਹੈ ਬਾਣੀ। ਫਿਰ ਆਪੇ ਵਾਸਤੇ ਲਫ਼ਜ਼ ਵਰਤਿਆ ਅਲਖ ਅਥਾਹ ਹੈ। ਫਿਰ ਇਹਨਾਂ ਸਾਰਿਆਂ ਦੀ ਜਗ੍ਹਾ ਤੇ ਸਤਿਗੁਰੂ ਜੀ ਨੇ ਲਫ਼ਜ਼ ਵਰਤਿਆ ਗੁਣ, ਕਿਉਂਕਿ ਸਤਿਗੁਰੂ ਗੁਣੀ ਨਿਦਾਨ ਹੈ। ਗੁਣ ਕਰ ਬਖਸ਼ੇ ਅਵਗੁਣਿਆਰੇ। ਤੇ ਜਿਹੜੇ ਨਿਰਗੁਣ ਵੀ ਹੁੰਦੇ ਆ, ਨਾਨਕ ਨਿਰਗੁਣ ਗੁਣ ਕਰੇ ਕਰਦਾ। ਨਿਰਗੁਣਾਂ ਨੂੰ ਰਾਖਦਾ ਵੀ ਆ ਉਹ ਗੁਣਾਂ ਦੇ ਨਾਲ। ਪਰਮਾਤਮਾ ਦਾ ਸਰੂਪ ਗੁਰਬਾਣੀ ਗੁਣ ਸਰੂਪ ਹੀ ਆਖਦੀ ਹੈ। ਉਸ ਕਹਿੰਦੇ ਨੇ ਗੁਣ ਕਹਿ ਗੁਣੀ ਸਮਾਵਣਿਆ, ਜਿਹੜਾ ਗੁਣਾਂ ਨੂੰ ਆਖਦਾ। ਅੱਛਾ, ਇੱਕ ਇੱਥੇ ਹੋਰ ਗੱਲ ਸਤਿਗੁਰੂ ਜੀ ਸਾਨੂੰ ਦੱਸ ਰਹੇ ਨੇ। ਕਹਿੰਦੇ ਨੇ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ। ਪਰਮਾਤਮਾ ਦੇ ਸਾਰੇ ਗੁਣ ਉਸਦੇ ਹੀ ਅੰਦਰ ਨੇ। ਅਗਰ ਕੋਈ ਗੁਣਾਂ ਨੂੰ ਚਾਹੁੰਦਾ ਹੈ ਤਾਂ ਪਰਮਾਤਮਾ ਨੂੰ ਹੀ, ਕਿਉਂਕਿ ਪਰਮਾਤਮਾ ਹੈ ਹੀ ਗੁਣ ਸਰੂਪ, ਗੁਰੂ ਹੈ ਹੀ ਗੁਣ ਸਰੂਪ। ਤੇ ਉਸ ਨੂੰ ਅਗਰ ਕੋਈ ਚਾਹੁੰਦਾ ਹੈ ਤਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਉਸ ਤੋਂ ਤੁਸੀਂ 2-4 ਗੁਣ ਲੈ ਸਕਦੇ ਹੋ, ਜਾਂ ਉਹ ਆਏਗਾ ਤਾਂ ਪੂਰਾ ਪੈਕੇਜ ਹੀ ਆਏਗਾ। ਜਾਂ ਤਾਂ ਤੁਹਾਡੇ ਅੰਦਰ ਕੋਈ ਗੁਣ ਨਹੀਂ ਹੋਣਗੇ, ਤੇ ਜੇ ਹੋਣਗੇ ਤਾਂ ਤੁਹਾਡੇ ਅੰਦਰ ਸਾਰੇ ਹੀ ਗੁਣ ਹੋਣਗੇ। ਇਸ ਨੂੰ ਕੀ ਆਖਦੀ ਹੈ ਗੁਰਬਾਣੀ? ਆਖਦੀ ਹੈ, ਕਹਿੰਦੇ ਨੇ ਨਿਰਗੁਣ ਸਰਗੁਣ। ਇਹ ਦੋ ਮਨ ਦੀਆਂ ਅਵਸਥਾਵਾਂ। ਜਿਸ ਮਨ ਦੇ ਕੋਲ ਕੋਈ ਗੁਣ ਨਹੀਂ ਹੈ ਨਾ, ਉਸਨੂੰ ਕਹਿੰਦੇ ਨੇ ਨਿਰਗੁਣ। ਉਹ ਸਤਿਗੁਰੂ ਜੀ ਕੀ ਕਰਦੇ ਨੇ? ਕਹਿੰਦੇ ਨਾਨਕ ਨਿਰਗੁਣ ਗੁਣ ਕਰੇ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪੜਦਾ। ਪਾਪਾਂ ਦੇ ਅੰਦਰ ਗੁਣ ਸਨ, ਨਿਰਗੁਣ ਸੀ, ਔਗਣ ਹੀ ਔਗਣ ਸਨ, ਨਿਰਗੁਣ। ਤੇ ਜਦੋਂ ਇਹ ਕਹਿੰਦੇ ਨੇ ਤੇਰੇ ਗੁਣ ਪ੍ਰਭ ਤੁਝ ਹੀ ਮਾਏ, ਹੁਣ ਜਦੋਂ ਇਹ ਪ੍ਰਭ ਜੀ ਗੁਣਾ ਸਰੂਪ ਰੱਬ ਜੀ ਮਨ ਦੇ ਅੰਦਰ ਆ ਕੇ ਟਿਕ ਜਾਂਦੇ ਹਨ, ਮਨ ਨੂੰ ਠੌਰ ਪ੍ਰਾਪਤ ਹੋ ਜਾਂਦੀ ਹੈ। ਪਿਛਲੇ ਸ਼ਬਦ ਬੰਦ ਤੋਂ ਇਹ ਵਾਲਾ ਬਿਲਕੁਲ ਉਸਦੇ ਪੋਜ਼ਿਟਿਵ ਸੈਂਸ ਵਿੱਚ ਹੈ, ਜਿਹੜਾ ਮਨ ਗੁਰ ਕਾ ਸ਼ਬਦ ਬਣਾਵੋ ਇਹ ਮਨ ਦੀ ਅਵਸਥਾ ਤੱਕ ਪਹੁੰਚ ਚੁੱਕਾ ਹੈ। ਜਦੋਂ ਮਨ ਦੇ ਵਿੱਚ ਸਤਿਗੁਰੂ ਜੀ ਦੇ ਗੁਣ ਸਰੂਪ ਸਤਿਗੁਰੂ ਜੀ ਹੀ ਆ ਕੇ ਮਨ ਦੇ ਵਿੱਚ ਵਸ ਜਾਂਦੇ ਹਨ, ਤੇ ਉਸ ਅਵਸਥਾ ਨੂੰ ਕਹਿੰਦੇ ਨੇ ਸਰਗੁਣ, ਕਿਉਂਕਿ ਗੁਣ ਰੂਪ ਹੀ ਹੈ ਪ੍ਰਮਾਤਮਾ। ਦੇਖੋ ਤੇਰੇ ਗੁਣ ਪ੍ਰਭ ਤੁਝ ਹੀ ਮਾਏ। हे ਪ੍ਰਭੂ ਜੀ, हे ਪ੍ਰਭ ਜੀ, ਜਿਹੜੇ ਤੇਰੇ ਗੁਣ ਨੇ ਉਹ ਤੇਰੇ ਵਿੱਚ ਹੈ। ਪ੍ਰਭੂ ਗੁਣਾ ਸਰੂਪ ਹੀ ਹੈ। ਹੁਣ ਇਹ ਗੁਣ ਸਰੂਪ ਕਿੱਥੇ ਆ ਜਾਂਦੇ ਨੇ? ਮਨ ਦੇ ਵਿੱਚ। ਤੇ ਮਨ ਵਿੱਚ ਜਦੋਂ ਮਨ ਵਿੱਚ ਹੁਣ ਗੁਣ ਆ ਕੇ ਟਿਕ ਜਾਂਦੇ ਨੇ, ਇਸ ਨੂੰ ਕਹਿੰਦੇ ਨੇ ਸਰਗੁਣ। ਹੁਣ ਇਹ ਸਾਰੇ ਗੁਣਾਂ ਦਾ ਦਾਤਾ ਸਮੇਤ ਹੋ ਸਾਰੇ ਗੁਣ ਉਹਦੇ ਅੰਦਰ ਆ ਗਏ। ਨਿਰਗੁਣ ਤੋਂ ਇਹ ਸਰਗੁਣ ਵਾਲੀ ਅਵਸਥਾ ਤੇ ਮਨ ਟਰੈਵਲ ਕਰ ਚੁੱਕਾ ਹੈ। ਹੁਣ ਮਨ ਦੇ ਅੰਦਰ ਹੈ ਸਾਰੇ ਗੁਣ। ਗੁਣ ਹੀ ਪ੍ਰਮਾਤਮਾ ਨੇ। ਗੁਣਾਂ ਦੇ ਵਿੱਚ ਪ੍ਰਮਾਤਮਾ ਦੇ ਵਿੱਚ ਹੀ ਗੁਣ ਨੇ। ਤੇਰੇ ਗੁਣ ਪ੍ਰਭ ਤੁਝ ਹੀ ਮਾਏ। ਉਹ ਗੁਣਾ ਸਰੂਪ ਪ੍ਰਮਾਤਮਾ ਹੁਣ ਮਨ ਵਿੱਚ ਆ ਕੇ ਵਸ ਗਿਆ। ਹੁਣ ਉੱਥੋਂ ਜਦੋਂ ਹੁਣ ਉਹ ਮਨ ਉਸਤਤ ਕਰ ਰਿਹਾ, ਮਨ ਥੋੜੀ ਉਸਤਤ ਕਰ ਰਿਹਾ। ਹੁਣ ਜਿਹੜੀ ਮਨ ਸਲਾਹ ਲੈ ਰਿਹਾ, ਸਲਾਹ ਹੁਣ ਮਨ ਥੋੜੀ ਲੈ ਰਿਹਾ। ਅੰਦਰ ਹੁਣ ਗੁਣਾ ਰੂਪੀ ਪ੍ਰਮਾਤਮਾ ਜੀ ਮਨ ਚ ਵਸਦੇ ਨੇ। ਹੁਣ ਸਲਾਹ ਕਿਸ ਤੋਂ ਲੈ ਰਿਹਾ? ਜਿਹੜੇ ਬਾਹਰ ਬੈਠੇ ਗੁਣਾ ਰੂਪ ਸਤਿਗੁਰੂ ਜੀ ਨੇ। ਪਹਿਲਾਂ ਉਹ ਸਿਰਫ ਬਾਹਰ ਬੈਠਦੇ ਸੀ, ਮਨ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਨਹੀਂ ਸੀ ਪਸੰਦ। ਕਿਉਂਕਿ ਮਨ ਵਿਖਿਆ ਖੋਜ ਰਿਹਾ ਸੀ, ਮਨ ਦੇ ਅੰਦਰ ਵਿਖਿਆ ਸੀ, ਤੇ ਮਨ ਗੁਣਾ ਸਰੂਪ ਸਤਿਗੁਰੂ ਜੀ ਤੋਂ ਸਲਾਹ ਨਹੀਂ ਸੀ ਲੈਂਦਾ। ਹੁਣ ਜਿਹੜੇ ਗੁਣਾ ਸਰੂਪ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਅੰਦਰ ਰਹਿੰਦੇ ਨੇ, ਹੁਣ ਉਹ ਮਨ ਦੇ ਅੰਦਰ ਵੀ ਰਹਿ ਰਹੇ ਨੇ। ਹੁਣ ਦੋਨੋਂ ਪਾਸੇ ਆਪੇ ਆਪ ਹੋ ਗਿਆ। ਪਹਿਲਾਂ ਇੱਕ ਪਾਸੇ ਮਨ ਸੀ, ਮਨ ਮੁਖ ਸੀ, ਇੱਕ ਪਾਸੇ ਸੀ ਆਪ ਰੂਪ ਭਾਵ ਸੱਚਾ, ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ। ਮਨ ਸੱਚਾ ਤੇ ਸੱਚੀ ਦੀ ਬਾਣੀ ਨੂੰ ਨਹੀਂ ਸਲਾਹ ਨਾਲ ਚੱਲ ਰਹੀ ਸੀ, ਦੋਨੋਂ ਅਲੱਗ-ਅਲੱਗ ਚੱਲ ਰਹੇ ਸਨ।
ਹੁਣ ਮਨ ਦੇ ਵਿੱਚ ਵੀ ਸੱਚੀ ਬਾਣੀ ਵਸ ਗਈ, ਮਨ ਦੇ ਵਿੱਚ ਵੀ ਸੱਚਾ ਵਸ ਗਿਆ, ਮਨ ਵਿੱਚ ਵੀ ਸੱਚੇ ਦੇ ਗੁਣ ਵਸ ਗਏ। ਤੇ ਹੁਣ ਮਨ ਜੋ ਸਲਾ ਲੈ, ਹੁਣ ਸਲਾ ਕੌਣ ਰਹਿ ਰਿਹਾ? ਸੱਚੀ ਬਾਣੀ ਸਰੂਪ ਗੁਣ ਹੀ ਸਲਾ ਰਹੇ ਨੇ। ਲੈ ਕਿਸ ਕੋਲ ਨੇ? ਸੱਚੀ ਬਾਣੀ ਰੂਪ ਗੁਣ ਤੋਂ। ਉਹ ਦੋਨੋਂ ਪਾਸੇ ਆਪੇ ਆਪ ਹੋ ਗਿਆ। ਹੁਣ ਮਨ ਵਿੱਚ ਵੀ ਆਪ ਬੈਠਾ ਹੈ ਤੇ ਬਾਹਰ ਜਿਹੜਾ ਮਨ ਤੋਂ ਪਹਿਲਾਂ ਵੀ ਸਾਡੇ ਘਟ ਵਿੱਚ ਹਰਜੂ ਵਸ ਰਿਹਾ ਸੀ, ਉੱਥੇ ਵੀ ਹੁਣ ਆਪ ਬੈਠਾ। ਦੋਨੋਂ ਪਾਸੇ ਕਹਿੰਦੇ ਹੁਣ ਆਪੇ ਆਪ ਹੋ ਗਿਆ। ਹੁਣ ਜਿਹੜੇ ਮਨ ਵਿੱਚ ਆਪ ਬੈਠਾ ਉਹ ਸਲਾਹ ਕਿਹਦੀ ਲੈ ਰਿਹਾ? ਬਾਹਰ ਬੈਠੇ ਅੰਦਰ ਹੀ ਹਿਰਦੇ ਵਿੱਚ ਜਿਹੜੇ ਸਤਿਗੁਰੂ ਜੀ ਬੈਠੇ ਉਹਨਾਂ ਤੋਂ ਨਾਲ ਸਲਾਹ ਲੈ ਕੇ ਚੱਲੇ, ਜਿਸ ਨੂੰ ਆਖਦੇ ਨੇ ਹੁਣ ਮਨ ਸਤਿਗੁਰ ਕੇ ਭਾਣੇ ਵਿੱਚ ਚੱਲ ਪਿਆ। ਹੁਣ ਆਪ ਹੀ ਆਪ ਹੋ ਗਏ ਨੇ, ਉਸੇ ਨੂੰ ਆਖ ਰਹੇ ਨੇ। ਕਹਿੰਦੇ ਦੇਖੋ ਕਿਤਨੀ ਸੋਹਣੀ ਖੇਡ ਹੈ ਸਤਿਗੁਰੂ ਜੀ ਦੀ। ਜਦੋਂ ਮਨ ਵਿੱਚ ਆਪ ਸੱਚਾ ਸੱਚੀ ਬਾਣੀ ਰੂਪੀ ਪ੍ਰਮਾਤਮਾ, ਗੁਣਾ ਰੂਪ ਪ੍ਰਮਾਤਮਾ ਵਸ ਜਾਂਦਾ ਨਾ, ਫਿਰ ਦੋਨੋਂ ਪਾਸੇ ਦੇਖ ਕਹਿੰਦੇ ਨੇ ਆਪ ਹੀ ਸਲਾਹ ਰਹੇ ਨੇ ਕਿਸ ਤੋਂ? ਆਪਣੇ ਆਪ ਤੋਂ। ਤੇ ਆਪੇ ਹੀ ਦੋਨੋਂ ਪਾਸੇ ਆਪੇ ਆਪ ਹੈ, ਦੋਨੋਂ ਪਾਸੇ ਆਪ ਹੀ ਆਪਣੇ ਆਪ ਤੋਂ ਸਲਾਹ ਲੈ ਰਹੇ। ਕਹਿੰਦੇ ਨੇ ਇਹ ਲੱਖ ਚੀਜ਼ ਹੈ, ਇਹ ਲੱਖਿਆ ਨਹੀਂ ਕੋਈ ਜਾ ਸਕਦਾ। ਇਹੀ ਗੱਲ ਸਤਿਗੁਰੂ ਕਹਿੰਦੇ ਅਥਾਹ ਚੀਜ਼ ਹੈ। ਇਹ ਕਿਸ ਤਰ੍ਹਾਂ ਹੋ ਸਕਦੀ ਹੈ? ਕਹਿੰਦੇ ਬਸ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਓ, ਮਨ ਨਾਮ ਨੂੰ ਖੋਜਣ ਲੱਗ ਜੇ, ਸਤਿਗੁਰੂ ਜੀ ਦੇ ਹੁਕਮਾਂ ਵਿੱਚ ਚਲੇ ਜਾਏ, ਇਹ ਖੇਡ ਵਾਪਰ ਜਾਂਦੀ ਹੈ। ਦੋਨੋਂ ਪਾਸੇ ਆਪ ਹੀ ਹੋ ਜਾਂਦਾ। ਆਪ ਗੁਣਾ ਸਰੂਪ ਸਤਿਗੁਰੂ, ਆਪ ਸੱਚੀ ਬਾਣੀ ਸਰੂਪ ਸਤਿਗੁਰੂ ਜੀ ਮਨ ਵਿੱਚ ਵੀ ਆ ਕੇ ਵਸ ਜਾਂਦੇ ਨੇ ਤੇ ਬਾਹਰ ਵੀ। ਮਨ ਵਿੱਚੋਂ ਵੀ ਸਲਾਹ ਕੌਣ ਰਹਿ ਰਿਹਾ? ਸਤਿਗੁਰੂ ਜੀ। ਲੈ ਵੀ ਕਿਸ ਤੋਂ ਰਿਹਾ? ਉਹ ਵੀ ਸਤਿਗੁਰੂ ਜੀ। ਦੋਨੋਂ ਪਾਸੇ ਆਪੇ ਆਪ ਸਲਾਹ ਹੈ। ਇਹੀ ਕਹਿੰਦੇ ਨੇ, ਕਹਿੰਦੇ ਤੇਰੇ ਗੁਣ ਪ੍ਰਭ ਤੁਝ ਹੀ ਮਾਏ। ਇਸ ਲਈ ਜਦੋਂ ਮਨ ਨੂੰ ਸਮਝ ਆਉਂਦੇ ਨੇ ਸਤਿਗੁਰੂ ਜੀ ਤੁਸੀਂ ਗੁਣ ਆ ਰਹੀ ਸੁਖਿੰਦਰ ਜੀ ਆ ਰਹੀ ਹੈ ਤੁਸੀਂ ਆਪਣਾ ਵੀਰ ਜੀ ਹਾਂ ਡੋਂਟ ਡਿਸਟਰਬ ਵੀਰ ਜੀ। ਇੱਧਰ ਆ ਸੌਰੀ ਵੀਰ ਜੀ, ਕੰਟੀਨਿਊ। ਇਹੀ ਸਤਿਗੁਰੂ ਸਾਨੂੰ ਇੱਥੇ ਸਮਝਾ ਰਹੇ ਕਿ ਅਸੀਂ ਆਪਣੇ ਹਿਰਦੇ ਦੇ ਵਿੱਚ ਗੁਣਾ ਸਰੂਪ ਸਚ ਸਰੂਪ ਸੱਚੀ ਬਾਣੀ ਨੂੰ ਵਸਾਉਣਾ ਹੈ, ਜਿਸ ਨੂੰ ਆਖਦੇ ਨੇ ਜਿਨ ਕੈ ਰਾਮ ਵਸੈ ਮਨ ਮਾਹੇ। ਉਹਦੇ ਨਾਲ ਕੀ ਹੋਏਗਾ? ਕਹਿੰਦੇ ਨੇ ਸਾਡੇ ਅੰਦਰ ਸਾਡੇ ਮਨ ਵਿੱਚ ਵੀ ਸਤਿਗੁਰੂ ਜੀ ਵਸ ਜਾਣਗੇ। ਤਾਂ ਮਨ ਹੁਣ ਸਤਿਗੁਰੂ ਸਰੂਪ ਵਿੱਚ ਸਲਾਹ ਵੀ ਕਿਸ ਤੋਂ ਲੈ ਰਿਹਾ? ਸਤਿਗੁਰੂ ਜੀ ਤੋਂ ਲੈ ਰਿਹਾ। ਇਹਨੂੰ ਕਹਿੰਦੇ ਨੇ ਆਪੇ ਆਪ ਸਲਾਹ ਹੈ। ਹਾਂਜੀ जी सुखविंदर जी। ਵੀਰ ਜੀ ਆਪ ਜੀ ਨੇ ਜ਼ਿਕਰ ਕੀਤਾ ਉਹਨੇ ਕਿ ਪਰਮਾਤਮਾ ਜਾਂ ਤੇ ਪੂਰਨ ਤੌਰ ਤੇ ਵਸ ਜਾਂਦਾ ਹੈ, ਪੂਰਨ ਪੈਕੇਜ ਦਾ ਜ਼ਿਕਰ ਕੀਤਾ ਆਪਨੇ। ਹਾਂਜੀ ਤੇ ਇੱਕ ਚੀਜ਼ ਥੋੜੀ ਜਿਹੀ ਕਲੀਅਰ ਕਰਿਆ ਜੇ, ਬੇਸ਼ੱਕ ਹਰਵਿੰਦਰ ਵੀਰ ਜੀ ਵੀ ਵਿਚਕਾਰ ਸਾਂਝ ਪਾ ਲੈਣ ਨਾਲ ਹੀ, ਕਿ ਜਿਸ ਤਰ੍ਹਾਂ ਇਹ ਤੇ ਇੰਜ ਲੱਗਦਾ ਹੈ ਅਵਸਥਾਵਾਂ ਵੱਲ ਧੀਰੇ ਧੀਰੇ ਅਸੀਂ ਬਾਣੀ ਨਾਲ ਜੁੜਦੇ ਹਾਂ ਤੇ ਸਹਿਜੇ ਇੱਕ ਇੱਕ ਕਰਕੇ ਗੁਣ ਜਿਹੜੇ ਹਨ ਅੰਦਰ ਵਸਣੇ ਸ਼ੁਰੂ ਹੁੰਦੇ ਹਨ, ਸਹਿਜੇ ਮੈਲ ਨਿਕਲਣੀ ਸ਼ੁਰੂ ਹੁੰਦੀ ਹੈ ਤੇ ਸਹਿਜੇ ਇੱਕ ਇੱਕ ਕਰਕੇ ਧੀਰੇ ਧੀਰੇ ਅਵਸਥਾਵਾਂ ਅੱਗੇ ਵੱਧਦੀਆਂ ਹਨ। ਤੇ ਪੂਰਨ ਪੈਕੇਜ ਤੇ ਮੇਰੇ ਖਿਆਲ ਨਾਲ ਬਹੁਤ ਵੱਡਾ ਪੈਕੇਜ ਹੈ ਜੋ ਇਮੀਡੀਏਟਲੀ ਇਕੱਠਾ ਨਹੀਂ ਆ ਜਾਂਦਾ। ਇਸ ਬਾਬਤ ਥੋੜਾ ਜਿਹਾ ਵਿਚਾਰ ਖੋਲ ਦਿਆ ਜੇ। ਵੀਰ ਜੀ ਉਹ ਗੱਲ ਪਤਾ ਮੈਂ ਕਿਸ ਤਰ੍ਹਾਂ ਕੀਤੀ ਸੀ? ਦੇਖੋ ਇੱਥੇ ਜਿਹੜਾ ਲਫ਼ਜ਼ ਆ ਰਿਹਾ ਨਾ, ਤੇਰੇ ਗੁਣ, ਇਹ ਪ੍ਰਮਾਤਮਾ ਜੀ ਤੇਰੇ ਤੂੰ ਇੱਕ ਤਾਂ ਤੂੰ ਗੁਣਾ ਸਰੂਪ ਹੈ, ਤੇਰੇ ਜਿਤਨੇ ਵੀ ਗੁਣ ਨੇ ਨਾ ਪ੍ਰਭ ਤੁਝ ਹੀ ਮਾਹੇ ਨੇ, ਹਨਾ। ਹੁਣ ਮਨ ਵਿੱਚ ਕੀ ਰਸ ਹੈ? ਮਨ ਵਿੱਚ ਵਸਿਆ ਹੋਇਆ ਬਿਖ ਵਸਿਆ ਹੋਇਆ। ਤੇ ਗੁਣ ਸਾਰੇ ਕਿੱਥੇ ਨੇ? ਗੁਣਾ ਦੇ ਵਿੱਚ ਗੁਣਾ ਸਰੂਪ ਹੀ ਪ੍ਰਮਾਤਮਾ ਹੈ, ਹਨਾ। ਪ੍ਰਮਾਤਮਾ ਦਾ ਸਰੂਪ ਹੀ ਗੁਣ ਸਰੂਪ ਹੈ, ਹਨਾ। ਤੇ ਸਾਡੇ ਮਨ ਵਿੱਚ ਕੀ ਵਸ ਰਿਹਾ? ਮਨ ਵਿੱਚ ਇੱਕ ਚੀਜ਼ ਵਸ ਸਕਦੀ, ਜਾਂ ਗੁਣ ਜਾਂ ਵਿਖਿਆ, ਜਿਸ ਨੂੰ ਪਿੱਛੇ ਕਹਿ ਰਹੇ ਸੀ ਨਾ ਵਿਖਿਆ ਰਾਤੇ। ਜਾਂ ਤਾਂ ਉੱਥੇ ਰਹੇਗਾ ਵਿਖਿਆ ਜਾਂ ਉੱਥੇ ਰਹੇਗੀ ਗੁਣ। ਪ੍ਰਮਾਤਮਾ ਦੇ ਗੁਣ ਰਹਿਣਗੇ, ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਸਾਨੂੰ ਵਿਖਿਆ ਨਿਕਾਲਣੀ ਪਏਗੀ। ਅਗਰ ਸਮਝ ਲਓ ਅਜੇ ਅਸੀਂ ਵਿਖਿਆ ਨਹੀਂ ਨਿਕਾਲ ਰਹੇ ਤਾਂ ਇਟ ਮੀਨਸ ਅਜੇ ਅਸੀਂ ਗੁਣਾਂ ਦੇ ਚਰਨ ਵਿੱਚ ਜਾ ਹੀ ਨਹੀਂ ਰਹੇ। ਜੇ ਅਸੀਂ ਕੁਝ ਆਪਾਂ ਇਹ ਸਮਝ ਰਹੇ ਨਾ ਵੀ ਕਦੀ ਅਜੇ ਸਾਡੇ, ਦੇਖੋ ਜੇ ਅਸੀਂ ਇਹ ਤਾਂ ਮੰਨ ਲਿਆ ਵੀ ਸਾਡੇ ਅੰਦਰ ਅਸੀਂ ਅਜੇ ਨਿਰਭਉ ਨਹੀਂ ਆ, ਸਾਡੇ ਅੰਦਰ ਬੜੇ ਡਰ ਹੈ, ਲੇਕਿਨ ਅਸੀਂ ਅਜੇ ਨਿਰਵੈਰ ਬਣ ਚੁੱਕੇ ਹਾਂ। ਇਹ ਸਾਡਾ ਭੁਲੇਖਾ ਹੈ, ਕਿਉਂਕਿ ਗੁਰਬਾਣੀ ਕਹਿੰਦੀ ਹੈ ਨਾ ਵੀ ਕੋਈ ਇਹ ਦੱਸ ਨਹੀਂ ਸਕਦਾ ਕਿ ਮੇਰੇ ਅੰਦਰ ਪਰਮਾਤਮਾ ਆ ਚੁੱਕਾ ਹੈ ਕਿ ਨਹੀਂ। ਅਸੀਂ ਇਹ ਕਲੇਮ ਨਹੀਂ ਕਰ ਸਕਦੇ ਕਿ ਅਸੀਂ ਇਹ ਗੁਣ ਹੈ। ਜਦੋਂ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਅੰਦਰੋਂ ਵਿਖਿਆ ਨਾਸ਼ ਹੋ ਜਾਏਗਾ ਤਾਂ ਪੂਰੇ ਗੁਣ ਹੀ ਅੰਦਰ ਵਸਣਗੇ। ਤੇ ਜੇ ਤੇਰੇ ਅੰਦਰ ਅਜੇ ਵਿਖਿਆ ਹੈ, ਇਟ ਮੀਨਸ ਤੂੰ ਸਮਝ ਲੈ ਕਿ ਤੇਰੇ ਅੰਦਰ ਅਜੇ ਗੁਣਾਂ ਦਾ ਵਾਸਾ ਨਹੀਂ ਹੋ ਚੁੱਕਾ। ਕਿਉਂਕਿ ਗੁਣ ਆ ਜਾਣਗੇ ਨਾ ਤਾਂ ਔਗਣਾਂ ਲਈ ਜਗ੍ਹਾ ਨਹੀਂ ਰਹੇਗੀ। ਦੋ ਚੀਜ਼ਾਂ ਇਕੱਠੀਆਂ ਨਹੀਂ, ਅੰਧੇਰਾ ਤੇ ਚਾਨਣ ਇਕੱਠਾ ਨਹੀਂ ਰਹਿ ਸਕਦਾ ਵੀ ਜੀ। ਜਾਂ ਅੰਧੇਰਾ ਰਹੇਗਾ ਤੇ ਜਾਂ ਚਾਨਣ ਰਹੇਗਾ। ਉਸੇ ਨੂੰ ਇੱਥੇ ਆਪਾਂ ਸਮਝ ਸਕਦੇ ਹਾਂ, ਵਿਖਿਆ ਜਾਂ ਗੁਣ ਉਹੀ ਗੱਲ ਹੈ। ਇੱਕ ਚੀਜ਼ ਵਿਖ ਜਾਂ ਅੰਮ੍ਰਿਤ, ਦੋ ਜਗ੍ਹਾ ਇਕੱਠੇ ਨਹੀਂ ਰਹਿ ਸਕਦੇ। ਅੰਮ੍ਰਿਤ ਦਾ ਪੂਰਾ ਪੈਕੇਜ, ਅੰਮ੍ਰਿਤ ਜਾਂ ਤਾਂ ਪੂਰਾ ਅੰਮ੍ਰਿਤ ਆਏਗਾ, ਹਨਾ, ਸੱਚੀ ਬਾਣੀ ਆਏਗੀ ਜਾਂ ਕੱਚੀ ਬਾਣੀ ਰਹੇਗੀ, ਦੋਨੋਂ ਇਕੱਠੀਆਂ ਨਹੀਂ ਰਹਿ ਸਕਦੇ। ਜੀ ਮੈਂ ਇਸ ਗੱਲ ਸਹਿਮਤ ਹਾਂ ਤੁਹਾਡੀ, ਲੇਕਿਨ ਇੱਕ ਗੱਲ
ਇੱਕ ਗੱਲ ਮੈਂ ਆਪ ਜੀ ਨਾਲ ਸਾਂਝ ਪਾਣਾ ਚਾਹ ਰਿਹਾ, ਹਾਂਜੀ ਜਿਸ ਤਰ੍ਹਾਂ ਮੇਰਾ ਭਰਮ ਤੀਰਥ ਇਸ਼ਨਾਨ ਤੋਂ ਭਰਮ ਦੂਰ ਹੋ ਗਿਆ ਗੁਰਬਾਣੀ ਦੇ ਰਾਹੀਂ, ਤੀਰਥ ਦੇ ਪੱਖ ਤੋਂ ਮੇਰਾ ਭਰਮ ਦੂਰ ਹੋ ਗਿਆ, ਚਾਨਣ ਹੋ ਗਿਆ, ਤੀਰਥ ਦੇ ਪੱਖ ਦਾ ਅੰਧੇਰਾ ਮੇਰਾ ਦੂਰ ਹੋ ਗਿਆ। ਲੇਕਿਨ ਮੇਰਾ ਅਜੇ ਨੰਗੇ ਪੈਰ ਟੁਰਨ ਦਾ ਸ਼ਾਇਦ ਅਜੇ ਅੰਧੇਰਾ ਮੇਰੇ ਮਨ ਵਿੱਚ ਵਸਿਆ ਹੈ। ਸ਼ਾਇਦ ਮੇਰੇ ਮਨ ਵਿੱਚ ਕਈ ਹੋਰ ਪੱਖ ਹਨ ਜਿਹੜਾ ਅੰਧੇਰਾ ਅਜੇ ਦੂਰ ਨਹੀਂ ਹੋਇਆ। ਹਾਂਜੀ, ਬਹੁਤ ਸਾਰੇ ਇਸ ਤਰ੍ਹਾਂ ਦੇ ਨੇ, ਬਹੁਤ ਸਾਰੇ ਹੁੰਦੇ ਆ, ਸਹੀ ਗੱਲ ਆਖ ਰਹੇ ਹੋ। ਲੇਕਿਨ ਹਰੇਕ ਨੂੰ ਅਸੀਂ ਇਕੱਠਾ ਮੇਰੇ ਖਿਆਲ ਨਾਲ ਨਹੀਂ ਲੈ ਸਕਦੇ। ਕਈ ਪੱਖ ਹਨ ਤੇ ਧੀਰੇ ਧੀਰੇ ਸਾਰੇ ਪੱਖ ਦਾ ਅੰਧੇਰਾ ਦੂਰ ਹੋਏਗਾ ਤੇ ਸਾਰੇ ਪੱਖਾਂ ਦਾ। ਹਾਂਜੀ, ਗੁਰੂ ਸਾਹਿਬ ਇਹੀ ਸਮਝਾ ਰਿਹਾ ਕਿ ਜਦੋਂ ਸਾਡਾ ਕੋਈ ਇੱਕ ਅੱਧਾ ਅੰਧੇਰਾ ਦੂਰ ਹੋਏ ਤਾਂ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਮੇਰੇ ਸਾਰੇ ਅੰਧੇਰੇ ਦੂਰ ਹੋ ਗਏ, ਨਹੀਂ ਹੋਏ ਹੁੰਦੇ ਵੀਰ ਜੀ। ਅਸੀਂ ਕੀ ਸਮਝ ਲੈਂਦੇ ਆ, ਅਸੀਂ ਜੇ ਸਮਝ ਲੈਂਦੇ ਆ ਨਾ ਕਿ ਅਸੀਂ ਹੁਣ ਅਨਮਤੀਆਂ ਦੇ ਕੋਈ ਕਰਮ ਕਾਂਡ ਨਹੀਂ ਕਰ ਰਹੇ, ਅਸੀਂ ਸਮਝਿਆ ਵੀ ਹੁਣ ਅਸੀਂ ਗੁਰਮੁਖ ਹੋ ਗਏ, ਅਸੀਂ ਸਮਝ ਕੇ ਬੈਠੇ ਹੋਏ ਹਾਂ। ਅਸੀਂ ਤੀਰਥਾਂ ਤੇ ਨਹੀਂ ਜਾਂਦੇ, ਅਸੀਂ ਹੁਣ ਅਖੰਡ ਪਾਠ ਨਹੀਂ ਕਰਾਉਂਦੇ, ਅਸੀਂ ਹੁਣ ਕੋਈ ਪਾਠ ਕਰਦੇ ਨਹੀਂ ਆ, ਕੋਈ ਰਿਚੁਅਲਸ ਨਹੀਂ ਕਰਦੇ, ਗੁਰਬਾਣੀ ਵਿੱਚ ਕੋਈ ਧੂਪ ਅਗਰਬੱਤੀ ਹੋਰ ਕੁਝ ਵੀ ਨਹੀਂ ਚੀਜ਼ੇ, ਨਾ ਕੋਈ ਅਨਮਤੀਆਂ ਦੀ ਬਾਣੀ ਪੜ੍ਹਦੇ ਆ, ਹਨਾ। ਅਸੀਂ ਇਸੇ ਨੂੰ ਹੀ ਗੁਰਮੁਖ ਪੜ੍ਹਨਾ ਸਮਝ ਰਹੇ ਹਾਂ ਜੀ, ਹਨਾ। ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਭੁਲੇਖਾ ਹੈ ਨਾ ਵੀ ਜੀ। ਬਿਲਕੁਲ। ਅਸੀਂ ਇਹ ਚੀਜ਼ਾਂ ਨੂੰ ਛੱਡਣ ਨੂੰ ਹੀ ਅਸੀਂ ਗੁਰਮੁਖ ਬਣਨ ਨੂੰ ਆਖ ਰਹੇ ਹਾਂ ਵੀ ਅਸੀਂ ਹੁਣ ਕੋਈ ਤੀਰਥਾਂ ਤੇ ਇਸ਼ਨਾਨ ਕਰਦੇ ਹਾਂ ਜੀ, ਨਾ ਅਸੀਂ ਹੁਣ ਕਿਸੇ ਦੀ ਅਨਮਤੀਆਂ ਦੀ ਖਿਆਲ ਸੁਣਦੇ ਹਾਂ, ਨਾ ਕੋਈ ਸਾਡੇ ਕਰਮ ਅਨਮਤੀਆਂ ਵਾਲੇ ਕਰਮ ਨਹੀਂ ਹਨ। ਲੇਕਿਨ ਇਹ ਠੀਕ ਹੈ, ਇਹ ਅਸੀਂ ਹੁਣ ਉੱਥੇ ਆ ਗਏ ਜਿੱਥੇ ਅਸੀਂ ਦੇਖੋ ਸਪੋਜ਼ ਦੋ ਰਾਹ ਨੇ, ਇੱਕ ਰਾਹ ਜਾਂਦਾ ਹੈ ਟੁਵਰਡਸ ਅੰਮ੍ਰਿਤਸਰ ਵੱਲ, ਇੱਕ ਰਾਹ ਜਾਂਦਾ ਹੈ ਟੁਵਰਡਸ ਦਿੱਲੀ ਵੱਲ। ਜੇ ਅਸੀਂ ਅੰਬਾਲੇ ਖੜੇ ਆ ਤਾਂ ਸਪੋਜ਼ ਕਰੋ ਪੰਜਾਬ ਤੋਂ ਇੱਕ ਰਸਤਾ ਜਾਂਦਾ ਹੈ ਦਿੱਲੀ ਵੱਲ, ਇੱਕ ਜਾਂਦਾ ਹੈ ਅੰਮ੍ਰਿਤਸਰ ਵੱਲ। ਅਸੀਂ ਥੋੜਾ ਜਿਹਾ ਪਹਿਲਾਂ ਜਿਹੜਾ ਕਰਮਕਾਂਡੀ ਵਾਲੇ ਵਾਸਤੇ ਸਪੋਜ਼ ਅਸੀਂ ਉਸ ਚੱਲਦੇ ਸੀ ਤੇ ਅਸੀਂ ਪਹੁੰਚ ਗਏ ਸੀ ਦਿੱਲੀ ਵੱਲ ਜਾਣ ਲੱਗ ਗਏ ਸੀ। ਅਸੀਂ ਉਹਨੂੰ ਕੰਮ ਕਰਨੇ ਛੋੜ ਗਏ ਲੇਕਿਨ ਅਸੀਂ ਖੜੇ ਤਾਂ ਉੱਥੇ ਹੀ ਹੈ ਨਾ ਜਿੱਥੇ ਅਸੀਂ ਟਰੈਵਲ ਕਰ ਚੁੱਕੇ ਹੋਏ ਆ ਜੀ। ਉੱਥੋਂ ਦੀ ਪਹਿਲਾਂ ਤਾਂ ਵਾਪਸ ਆਣਾ ਸਟਾਰਟਿੰਗ ਪੁਆਇੰਟ ਤੋਂ, ਫਿਰ ਉੱਥੋਂ ਦੀ ਚੱਲਣਾ। ਹੁਣ ਅਸੀਂ ਪਹਿਲਾਂ ਉਹ ਕੰਮ ਛੋੜੇ ਹਨਾ, ਪਹਿਲਾਂ ਵਿਖਿਆ ਛੋੜ ਕੇ ਅਸੀਂ ਕਿੱਥੇ ਆ ਕੇ ਖੜ ਗਏ ਆ ਜਿੱਥੇ ਹੁਣ ਸਾਡੇ ਕੋਲ ਨਾ ਵਿਖਿਆ ਹੈ ਤੇ ਨਾ ਅਜੇ ਹੁਣ ਗੁਣ ਵੀ ਨੇ, ਹੁਣ ਸਾਡੇ ਕੋਲ ਕੁਝ ਨਹੀਂ ਹੈ, ਅਸੀਂ ਅਜੇ ਖਾਲੀ ਖੜੇ ਆ। ਬਿਲਕੁਲ। ਸਾਡੀ ਯਾਤਰਾ ਸਟਾਰਟ ਹੋਏਗੀ ਗੁਣਾ ਵੱਲ, ਅੰਮ੍ਰਿਤਸਰ ਵੱਲ, ਹਨਾ। ਉੱਥੋਂ ਅਸੀਂ ਪਹਿਲਾਂ ਆਪਣੇ ਆਪ ਨੂੰ ਖਾਲੀ ਕਰਨਾ, ਜਿਸ ਨੂੰ ਕਹਿੰਦੇ ਨੇ ਭਾਂਡਾ ਤੋਏ ਹੋ ਗਿਆ। ਪਹਿਲਾਂ ਵਿਖਿਆ ਛੋੜ ਕੇ ਹੀ ਗੁਣ ਵੀ ਜੀ ਇਕੱਠੇ ਨਹੀਂ ਆ ਸਕਦੇ, ਤੁਹਾਨੂੰ ਵਿਖਿਆ ਪਹਿਲਾਂ ਛੋੜਨੀ ਹੀ ਪਏਗੀ ਪੂਰੀ ਤਰ੍ਹਾਂ, ਤੁਹਾਨੂੰ ਖਾਲੀ ਭਾਂਡਾ ਕਰਕੇ ਫਿਰ ਹੀ ਇਹ ਗੁਣ ਰੂਪ ਆਏਗਾ। ਕਿਉਂਕਿ ਇਹਦੇ ਵਿੱਚ ਕੀ ਹੈ, ਸਤਿਗੁਰੂ ਜੀ ਕਹਿੰਦੇ ਨੇ ਜਾਇਓ, ਤਾਂ ਕਹਿੰਦੇ ਨੇ ਭਾਂਡਾ ਤੋਏ ਬਹਿ ਸੂਪ ਦੇਵੋ, ਕਹਿੰਦੇ ਤੋ ਦੁੱਧੇ ਕੋ ਜਾਇਓ, ਕਹਿੰਦੇ ਪਹਿਲਾਂ ਨਾ ਜਾਣ, ਨਹੀਂ ਤਾਂ ਦੋਨੋਂ ਚੀਜ਼ਾਂ ਖਰਾਬ ਹੋ ਜਾਣਗੀਆਂ, ਨਾ ਉਹ ਬਚੇਗੀ ਨਾ ਇਹ ਬਚਣਗੀਆਂ। ਇਹ ਚੀਜ਼ ਪਹਿਲਾਂ ਖਾਲੀ ਕਰਾਂਗੇ ਫਿਰ ਹੀ ਇਹ ਯਾਤਰਾ ਸਟਾਰਟ ਹੋਏਗੀ, ਉਸ ਤੋਂ ਪਹਿਲਾਂ ਤਾਂ ਹੋ ਹੀ ਨਹੀਂ ਪਾਏਗੀ। ਪਹਿਲੀ ਚੀਜ਼ ਬਿਲਕੁਲ ਖਾਲੀ ਕਰਾਂਗੇ ਅਸੀਂ, ਫਿਰ ਹੀ ਇਹ ਵਾਲਾ ਪੂਰਨ ਤੌਰ ਤੇ ਕੰਮ ਸਟਾਰਟ ਹੋਏਗਾ। ਪਹਿਲਾਂ ਸਟਾਰਟਿੰਗ ਪੁਆਇੰਟ ਤੇ ਸਾਨੂੰ ਆਣਾ ਹੀ ਪਏਗਾ, ਜਿਹੜਾ ਅੱਜ ਤੱਕ ਅਸੀਂ ਟਰੈਵਲ ਕਰ ਚੁੱਕੇ ਹਾਂ ਟੁਵਰਡਸ ਔਗੁਣਾ ਵੱਲ, ਉੱਥੋਂ ਪਹਿਲਾਂ ਵਾਪਸ ਆਣਾ ਪਏਗਾ ਜਿੱਥੇ ਸਿਰਫ ਅਜੇ ਔਗਣ ਖਤਮ ਹੋਣਗੇ, ਸਾਡੇ ਅੰਦਰੋਂ ਬਿਲਕੁਲ ਖਾਲੀ ਹੋ ਜਾਏਗਾ ਸਾਡਾ ਭਾਂਡਾ, ਉੱਥੋਂ ਦੀ ਫਿਰ ਇਹ ਵਾਲੀ ਜਰਨੀ ਸਟਾਰਟ ਹੋਏਗੀ। ਹਾਂਜੀ ਹਾਂਜੀ ਜੀ। रविंदर वीर जी कुछ विचार देना चाह रहे हैं जी। रविंदर वीर जी, ਜੋ ਸੁਖਿੰਦਰ ਵੀਰ ਜੀ ਸਮਝਾ ਰਹੇ ਸਨ ਹੁਣ ਕਿ ਸਾਨੂੰ ਆਪਣੇ ਆਪ ਨੂੰ ਪੂਰਾ ਖਾਲੀ ਕਰਨਾ ਪਏਗਾ, ਫਿਰ ਸਾਡੇ ਅੰਦਰ ਗੁਣ ਭਰਨੇ ਸ਼ੁਰੂ ਹੋ ਜਾएंगे। मेरा ख्याल है कि अपन जिकन गुण भरने आ, जैसे समझिए कि मेरे अंदर 50% गुण आ गए ने ते मैं 50% पास हो गया ते शायद जिहड़ी माया दा प्रभाव है ना वो 50 ਨੂੰ ਵੀ ਥੱਲੇ ਲੈ ਆਂਦੀ, ਕਦੀ ਉਹ ਫਿਰ ਕਦੀ ਵੱਧ ਕੇ 50 ਤੋਂ ਉੱਪਰ 60-70% ਵੀ ਪਹੁੰਚ ਜਾਂਦੀ ਹੈ। ਇਹ ਇੱਕ ਡਾਇਨਾਮਿਕ ਲਾਈਫ ਹੈ ਜਿੱਥੇ ਬੰਦਾ ਕਵੇ ਕਿ ਜੇ ਮੈਂ ਫਰਸਟ ਸਟੈਂਡਰਡ ਪਾਸ ਕਰਤੀ ਤੇ ਮੈਂ ਹੁਣ ਸੈਕੰਡ ਵਿੱਚ ਚਲੇ ਗਿਆ ਤੇ ਮੈਂ ਫਰਸਟ ਵਿੱਚ ਕਦੀ ਨਹੀਂ ਆਵਾਂਗਾ। ਲੇਕਿਨ ਜਿਹੜੀ ਗੁਰਮਤ ਦੀ ਪੜ੍ਹਾਈ ਹੈ ਨਾ, ਸਾਡੀ ਕਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਅਸੀਂ ਉਹ ਵੀ ਕੰਮ ਕਰਨਾ ਸ਼ੁਰੂ ਹੋ ਜਾਂਦੇ ਹਾਂ ਜਿਹੜੇ ਸ਼ਾਇਦ ਅਸੀਂ ਕੁਝ ਟਾਈਮ ਪਹਿਲੇ ਕਨਵਿੰਸਡ ਸੀ ਕਿ ਇਹ ਕੰਮ ਕਰਨੇ ਗਲਤ ਨੇ। ਤੇ ਸਾਨੂੰ ਹਮੇਸ਼ਾ ਅਲਰਟ, ਜੋ ਕਹਿੰਦੇ ਨੇ ਗੁਰਮੁਖ ਜਾਗ ਰਹੇ, ਸਾਨੂੰ ਹਮੇਸ਼ਾ ਅਲਰਟ ਰਹਿਣਾ ਪੈਂਦਾ ਹੈ ਕਿ ਅਸੀਂ ਕਿਸੇ ਔਗੁਣਾਂ ਵਿੱਚ ਫਸ ਨਾ ਜਾਈਏ, ਸਾਡੇ ਕੋਲ ਕੋਈ ਐਸੀ ਗਲਤੀ ਨਾ ਹੋ ਜਾਵੇ। ਤਾਂ ਕਰਕੇ ਇਹ ਅਜ਼ਿਊਮ ਕਰ ਲੈਣਾ ਕਿ ਵੀ ਮੇਰੇ ਅੰਦਰ ਗੁਣ ਆ ਗਏ ਤੇ ਮੈਂ ਹੁਣ ਕੰਪਲੀਟ ਹੋ ਗਿਆ, ਇਹ ਮੇਰੇ ਹਿਸਾਬ ਨਾਲ ਥੋੜਾ ਸਾ ਸਹੀ ਨਹੀਂ ਲੱਗਦਾ। नहीं बीच वो गल कोई भी नहीं कह रहा कि कंप्लीट हो गया मैं, वो डिस्कशन नॉर्मल वो चल रही है कि कंप्लीट पैकेज आंदा है या धीरे धीरे ਅਸੀਂ
ਸਫ਼ਰ ਉਸ ਪਾਸੇ ਕਰ ਚੱਲਦੇ ਹਾਂ। ਵੀਰ ਜੀ, ਇਸ ਨੂੰ ਆਪਾਂ ਹੋਰ ਥੋੜਾ ਜਿਹਾ ਸਮਝ ਸਕਦੇ ਹਾਂ ਕਿ ਜਦੋਂ ਤੱਕ ਨਾ ਵੀਰ ਜੀ ਦੇਖੋ, ਅਸੀਂ ਹੁਣ ਗੁਣਾਂ ਦੀ ਵਿਚਾਰ ਵੀ ਕਰਦੇ ਹਾਂ, ਲੇਕਿਨ ਅਗਰ ਸਾਡੇ ਮਨ ਤੇ ਪ੍ਰਭਾਵ ਅਨਮਤੀ ਖਿਆਲਾਂ ਵਾਲਾ ਹੈ, ਅਸੀਂ ਉਹਨਾਂ ਦੇ ਕਰਮ ਕਾਂਡ ਤਾਂ ਨਹੀਂ ਕਰ ਰਹੇ, ਲੇਕਿਨ ਉਹਨਾਂ ਦੀ ਫਿਲਾਸਫੀ ਸਾਡੇ ਅੰਦਰ ਅਜੇ ਟਿੱਕੀ ਹੋਈ ਹੈ ਜੀ, ਹਨਾ। ਉਹ ਫਿਲਾਸਫੀ ਸਾਨੂੰ ਗੁਰਬਾਣੀ ਦੇ ਇਹ ਕੀ ਕਹਿੰਦੇ ਅਰਥ ਵੀ ਸਹੀ ਨਹੀਂ ਕਰਨ ਦੇ ਰਹੀ ਸਾਨੂੰ। ਉਹ ਵੇਲੇ ਜਿੱਥੇ ਜੇ ਸਾਡਾ ਮਨ ਮੰਨੇਗਾ ਵੀ ਨਹੀਂ ਫਿਰ ਉਸ ਅਰਥਾਂ ਤੇ, ਜਦੋਂ ਅਸੀਂ ਗੁਰਬਾਣੀ ਨੂੰ ਪਹਿਲਾਂ ਸੁਣਾਂਗੇ ਫਿਰ ਉਸ ਨੂੰ ਬੁੱਝਾਂਗੇ, ਬੁੱਝਣ ਵਾਸਤੇ ਵੀ ਸਾਨੂੰ ਆਪਣਾ ਹਿਰਦਾ ਸਾਫ਼ ਕਰਨਾ ਪਏਗਾ, ਕਿਉਂਕਿ ਅਗਰ ਅਸੀਂ ਨਾਲ ਅਨਮਤੀ ਵਿਚਾਰਾਂ ਨੂੰ ਵੀ ਰੱਖਾਂਗੇ ਤਾਂ ਸਾਨੂੰ ਸਤਿਗੁਰੂ ਜੀ ਦੇ ਸਿੱਖਿਆਵਾਂ ਨੂੰ ਵੀ ਸਮਝ ਨਹੀਂ ਆਉਣਗੀਆਂ, ਤੇ ਫਿਰ ਸਾਡਾ ਮਨ ਕਿੱਥੋਂ ਮੰਨੇਗਾ। ਜੇ ਸਾਡਾ ਮਨ ਸੁਣੇਗਾ ਨਹੀਂ, ਬੁੱਝੇਗਾ ਨਹੀਂ, ਤਾਂ ਮੰਨਣ ਵਾਲੀ ਅਵਸਥਾ ਕਿੱਥੋਂ ਆਏਗੀ। ਬੁੱਝਣ ਵਾਸਤੇ ਸਭ ਤੋਂ ਵੱਡੀ ਰੁਕਾਵਟ ਸਾਡੀ ਮਨ ਦੀ ਮੱਤ ਹੈ। ਉਹ ਸਤਿਗੁਰੂ ਜੀ ਇਸੇ ਨੂੰ ਹੀ ਕਹਿੰਦੇ ਨੇ, ਕਹਿੰਦੇ ਬਹੁਤ ਮੁਸ਼ਕਲ ਕੰਮ ਹੈ, ਸਭ ਤੋਂ ਮੁਸ਼ਕਲ ਕੰਮ ਗੁਰੂ ਦੀ ਮੱਤ ਲੈਣਾ ਨਹੀਂ ਹੈ। ਸਤਿਗੁਰੂ ਜੀ ਦਾ ਰਸਤਾ ਤਾਂ ਬਹੁਤ ਸੁਹੇਲਾ, ਜਿਸ ਨੂੰ ਕਹਿੰਦੇ ਨੇ ਸੁਹੇਲਾ, ਪਰ ਕਹਿੰਦੇ ਨੇ ਕਹਿਣ ਕਹਾਵਣ ਕੋ ਕਈ ਕੀਤੇ ਨੇ ਜਿਹੜੇ ਉਹ ਕਹਿੰਦੇ ਨੇ ਵੀ ਬੜਾ ਮੁਸ਼ਕਲ ਹੈ। ਸਭ ਤੋਂ ਮੁਸ਼ਕਲ ਕੰਮ ਕੀ ਹੈ? ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਇਹ ਸਭ ਤੋਂ ਮੁਸ਼ਕਲ ਕੰਮ ਹੈ, ਬੜਾ ਔਖਾ ਕੰਮ ਹੈ ਇਹ ਵਾਲਾ। ਮਨ ਕੀ ਮਤ ਤਿਆਗਣਾ, ਆਪਣਾ ਭਾਂਡਾ ਖਾਲੀ ਕਰ ਦੇਣਾ। ਭਾਂਡਾ ਸਾਫ਼ ਹੋਇਆ, ਸਤਿਗੁਰੂ ਜੀ ਨੇ ਦੁੱਧ ਤਾਂ 1 ਸੈਕਿੰਡ ਚ ਪਾ ਦੇਣਾ। ਦੁੱਧ ਸਤਿਗੁਰੂ ਜੀ ਕਹਿੰਦੇ ਨੇ ਦੁੱਧ ਇਹਦੇ ਵਿੱਚ ਪਾਵਾਂਗੇ, ਤੇਰੇ ਭਾਂਡੇ 'ਚ ਕੁਝ ਮੈਲ ਹੈ, ਤੇਰੇ ਭਾਂਡੇ ਵਿੱਚ ਪਹਿਲਾਂ ਹੀ ਕੁਝ ਵਿਚਾਰਧਾਰਾ ਹੈ, ਉਹਦੇ ਨਾਲ ਇਹ ਵਾਲਾ ਦੁੱਧ ਖਰਾਬ ਹੋ ਜਾਏਗਾ, ਤੈਨੂੰ ਇਹਦਾ ਲਾਭ ਨਹੀਂ ਮਿਲੇਗਾ। ਕਹਿੰਦੇ ਨੇ ਤੂੰ ਦੁੱਧ ਕੋਲ ਆਓ ਹੀ ਤਾਂ ਦੁੱਧ ਲੈਣ ਆ। ਸਤਿਗੁਰੂ ਜੀ ਦੂਧ ਕਰਮ ਕਹਿੰਦੇ ਨੇ ਫੁੰਨ ਸੁਰਤ ਸਮਾਇਨ, ਕਹਿੰਦਾ ਤੂੰ ਸੁਰਤ ਕਰਕੇ ਤਾਂ ਤੇਰਾ ਸੁਰਤ ਦਾ ਧਿਆਨ ਪੂਰੀ ਤਰ੍ਹਾਂ ਸਤਿਗੁਰੂ ਜੀ ਦੀ ਸਿੱਖਿਆ ਵੱਲ ਹੋਏ, ਪੂਰੀ ਤਰ੍ਹਾਂ ਗੁਣਾਂ ਵੱਲ ਧਿਆਨ ਹੋ ਜਾਏਗਾ, ਤਾਂ ਗੁਣ ਸਮਾ ਹੀ ਜਾਣਗੇ, ਇੱਕ ਇੱਕ ਕਰਕੇ ਗੁਣ ਅੰਦਰ ਜਾ ਹੀ ਜਾਣਗੇ। ਪਰ ਕਹਿੰਦੇ ਤੂੰ ਆਪਣਾ ਭਾਂਡਾ ਸਾਫ਼ ਕਰ, ਸਿਰਫ ਤੂੰ ਕੀ ਕਰ, ਆਪ ਗਵਾਈਏ ਕਰਦੇ, ਕਹਿੰਦੇ ਸ਼ੋਅ ਪ੍ਰਾਪਤ ਹੋ ਜਾਏਗੀ। ਉਹ ਸਾਨੂੰ ਭਾਂਡਾ ਖਾਲੀ ਕਰਨ। ਵੀਰ ਜੀ, ਅਨਮਤੀ ਵਿਚਾਰਾਂ ਦਾ ਪੂਰਾ ਪ੍ਰਭਾਵ ਸਾਡੇ ਮਨ ਚੋਂ ਜਦੋਂ ਨਿਕਲ ਜਾਏਗਾ, ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਕੱਚੇ, ਕਹਿੰਦੇ ਤੁਸੀਂ ਸੁਣਦੇ ਵੀ ਕੱਚੇ, ਅਸੀਂ ਸਾਰੇ ਜੋ ਵਿਖਿਆਨ ਕਰਾਂਗੇ ਉਹ ਵੀ ਕੱਚਾ ਹੋਗਾ, ਅਗਰ ਸਾਡੇ ਮਨ ਵਿੱਚ ਕੱਚੀ ਵਿਚਾਰਧਾਰਾ ਦਾ ਕੁਝ ਵੀ ਪ੍ਰਭਾਵ ਬਾਕੀ ਹੈ ਤਾਂ। ਹਾਂਜੀ ਸੁਖਵਿੰਦਰ ਵੀਰ ਜੀ ਹੁਣ ਤੁਸੀਂ ਇੱਕ ਲਾਈਨ ਬੋਲੀ ਨਾ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਓ। ਹਾਂ, ਉਹ ਹੋਏ ਨਿਰਾਸ਼ ਜਮਾਓ ਕੀ ਹੈ ਵੀਰ ਜੀ? ਹੋਏ ਨਿਰਾਸ਼ ਦਾ ਮਤਲਬ ਕਿ ਬਾਕੀ ਸਾਰੀਆਂ ਆਸਾਂ ਤੋਂ ਨਿਰਾਸ਼ ਹੋ ਜਾਵੋ। ਜਿਹੜੀ ਅਸੀਂ ਪਹਿਲਾਂ ਆਸਾਂ ਰੱਖੀਆਂ ਹੋਈ ਸੀ ਨਾ, ਬਾਹਰ ਆਸਾ ਤ੍ਰਿਸ਼ਨਾ ਜਾਂ ਹੋਰ ਦੁਨਿਆਵੀ ਆਸਾ ਤੋਂ, ਦੁਨਿਆਵੀ ਕੀ ਕਹਿੰਦੇ ਵਿਚਾਰਧਾਰਾ ਤੋਂ ਆਸਾ ਰੱਖੀ ਵੀ ਨਹੀਂ ਇਸ ਤਰ੍ਹਾਂ ਜੀ ਸਤਿਗੁਰੂ ਜੀ ਆਣਗੇ, ਮੇਰੇ ਤੇ ਕਿਰਪਾ ਕਰਨਗੇ ਤਾਂ ਮੈਨੂੰ ਆਪਣੇ ਨਾਲ ਮਿਲਾ ਲੈਣਗੇ। ਇਹ ਆਸ ਹੀ ਸਾਨੂੰ ਆਸ ਹੈ ਨਾ ਵੀਰ ਜੀ ਇਹ ਵਾਲੀ, ਹਨਾ। ਪਹਿਲਾਂ ਅਸੀਂ ਵੀ ਸਿੱਖੀ ਦੇ ਵਿੱਚ ਜੀ ਰਿਹਾ ਵੀ ਅਸੀਂ ਸਾਨੂੰ ਆਸ ਹੈ ਜੀ ਇੱਕ ਦਿਨ ਸਤਿਗੁਰੂ ਜੀ ਸਾਨੂੰ ਵਿਕਾਰਾਂ ਤੋਂ ਕੱਢ ਲੈਣਗੇ, ਸਾਡਾ ਸਾਰਾ ਖਾਲਸਾ ਪੰਥ ਤਾਂ ਪੂਰੀ ਦੁਨੀਆ ਤੇ ਖਾਲਸਾ। ਇਹ ਆਸਾ ਹੀ ਨਹੀਂ ਨਾ ਵੀਰ ਜੀ, ਅਸੀਂ ਆਪ ਤਾਂ ਖਾਲਸੇ ਬਣ ਨਹੀਂ ਰਿਹਾ। ਉਪਦੇਸ਼ ਆਸਾ ਇਹ ਧਰ ਕੇ ਬੈਠਾ ਕਿ ਸਾਰੀ ਦੁਨੀਆ ਖਾਲਸਾ ਬਣ ਜਾਏਗੀ। ਸਾਰੀ ਜੇ ਮੈਂ ਖਾਲਸਾ ਨਾ ਬਣਿਆ, ਇੱਕ ਮੀਨਸ ਦੁਨੀਆ ਵਿੱਚ ਇੱਕ ਬੰਦਾ ਤਾਂ ਸਾਰੇ ਖਾਲਸੇ ਬਣ ਜਾਏਗੇ, ਪਰ ਮੈਂ ਤਾਂ ਨਾ ਬਣਿਆ, ਇੱਕ ਬੰਦਾ ਤਾਂ ਫਿਰ ਵੀ ਰਹਿ ਜਾਏਗਾ ਬਿਨਾਂ ਖਾਲਸਾ ਬਣਨ ਤੋਂ। ਅਸੀਂ ਆਸਾ ਇਸ ਤਰ੍ਹਾਂ ਦੀ ਸਾਰਾ ਆਸਾ ਕੀ ਰਿਹਾ, ਅਸੀਂ ਕਹਿ ਰਹੇ ਵੀ ਅੱਜ ਸਿੱਖਾਂ ਨੂੰ ਬਹੁਤ ਮਾਰ ਪੈ ਰਹੀ ਹੈ, ਕੋਈ ਨਾ ਜੀ ਸਤਿਗੁਰੂ ਜੀ ਮਿਹਰ ਕਰਨਗੇ, ਇੱਕ ਦਿਨ ਸਾਡਾ ਵੀ ਟਾਈਮ ਆਏਗਾ। ਆਸ ਹੀ ਲਾ ਕੇ ਬੈਠੋ ਨਾ, ਇਹ ਆਸ ਨਹੀਂ ਕਰ ਰਹੇ ਕਿ ਅਸੀਂ ਆਪ ਸਤਿਗੁਰੂ ਜੀ ਦੀ ਮੱਤ ਲੈ ਲਈ। ਅਸੀਂ ਕਹਿ ਰਹੇ ਨਹੀਂ, ਸਤਿਗੁਰੂ ਜੀ ਸਾਨੂੰ ਆਸ ਹੈ, ਸਾਨੂੰ ਪੂਰਾ ਭਰੋਸਾ ਹੈ ਗੁਰੂ ਜੀ, ਸਤਿਗੁਰੂ ਜੀ ਸਾਡੇ ਬਾਹ ਫੜਨਗੇ, ਸਤਿਗੁਰੂ ਜੀ ਸਾਨੂੰ ਔਗਣਾਂ ਤੋਂ ਕੱਢਣਗੇ, ਸਤਿਗੁਰੂ ਜੀ ਸਾਨੂੰ ਮਿਲਾ ਲੈਣਗੇ, ਜਿਵੇਂ ਸਤਿਗੁਰੂ ਜੀ ਨੇ ਹੁਣ ਸਾਨੂੰ ਵਿਛੋੜਿਆ ਹੋਇਆ ਹੈ, ਹਨਾ। ਸਤਿਗੁਰੂ ਜੀ ਮਿਲਾ ਲੈਣਗੇ, ਉਹ ਜਿਵੇਂ ਉਹ ਸਾਰਿਆਂ ਦੇ ਨਾਲ ਇੱਕ ਇਕੁਐਲਿਟੀ ਦਾ ਉਹਨਾਂ ਦਾ ਲਾਅ ਤਾਂ ਚੱਲ ਹੀ ਨਹੀਂ ਰਿਹਾ। ਅਸੀਂ ਸਤਿਗੁਰੂ ਜੀ ਦੇ ਵੱਲ ਮੂੰਹ ਨਹੀਂ ਕੀਤਾ ਹੋਇਆ। ਸੱਚੀ ਬਾਣੀ ਦੇ ਇੱਥੇ ਜੇ ਸੱਚੀ ਬਾਣੀ ਆਈ ਨਾ, ਇਟ ਮੀਨਸ ਇਹਦੇ ਆਪੋਜ਼ਿਟ ਕੋਈ ਕੱਚੀ ਬਾਣੀ ਵੀ ਹੈ ਜੋ ਸਤਿਗੁਰੂ ਜੀ ਸਾਨੂੰ ਵਰਜਦੇ ਨੇ। ਕਹਿੰਦੇ ਨੇ ਤੁਸੀਂ ਉਸ ਤੋਂ ਬਚਣਾ ਹੈ, ਬਚਣਾ ਹੈ। ਕਹਿੰਦੇ ਨੇ ਤੁਸੀਂ ਉਸ ਆਪੇ ਨੂੰ ਆਪਣੇ ਅੰਦਰ ਲੈ ਕੇ ਆਓ, ਫਿਰ ਉਹ ਆਪ ਹੀ ਤੁਹਾਡੇ ਅੰਦਰ ਤੁਹਾਡੀ ਅੰਦਰਲੀ ਸਾਰੀ ਸ੍ਰਿਸ਼ਟੀ ਭਾਵ ਇਹ ਤਨ ਨੂੰ ਚਲਾਏਗਾ ਤੇ ਤੁਹਾਡੇ ਰੋਮ ਪੂਰੀ ਸ੍ਰਿਸ਼ਟੀ ਦੇ ਇੱਕ ਇੱਕ ਕੋਨੇ ਤੱਕ ਆਪਣਾ ਹੁਕਮ ਵਰਤਾ ਦੇ, ਜਿਸ ਨੂੰ ਕਹਿੰਦੇ ਨੇ ਜੀਵ ਜੀਵ ਹੁਕਮ ਤਿਵੈ ਤਿਵਕਾਰ। ਜਿਵੇਂ ਬਾਹਰਲੀ ਸ੍ਰਿਸ਼ਟੀ ਦੇ ਵਿੱਚ ਕਣ ਕਣ ਦੇ ਵਿੱਚ ਰੱਬ ਜੀ ਦਾ ਹੁਕਮ ਵਰਤ ਰਿਹਾ ਨਾ, ਐਵੇਂ ਸਤਿਗੁਰੂ ਜੀ ਕਹਿੰਦੇ ਨਹੀਂ, ਕਹਿੰਦੇ ਤੂੰ ਨਹੀਂ ਵਰਤਾ ਸਕਦਾ ਮਨ, ਤੂੰ ਮੈਨੂੰ ਲੈ ਕੇ ਆ ਉੱਥੇ, ਤੂੰ ਹੁਕਮ ਨੂੰ ਉੱਥੇ ਬਿਠਾ, ਤੂੰ ਸਤਿਗੁਰੂ ਜੀ ਨੂੰ ਉੱਥੇ ਬਿਠਾ। ਤੇ ਸਤਿਗੁਰੂ ਜੀ ਕਹਿੰਦੇ ਫਿਰ ਮੈਂ ਹੁਕਮ ਰੂਪ ਵਿੱਚ ਤੂੰ ਮੈਨੂੰ ਸਲਾਹ, ਮੇਰੀ ਸਲਾਹ ਦੇ ਨਾਲ ਚੱਲ ਚੱਲ ਕੇ ਫਿਰ ਮੈਂ ਆਪ ਹੀ ਕਰਾਂਗਾ। ਇਹ ਉਸ ਭਾਵ ਵਿੱਚ ਅਰਥ ਆ ਰਹੇ ਨੇ। ਹਾਂਜੀ ਹਾਂਜੀ ਵੀਰ ਜੀ, ਆਪ ਜੀ ਜਿਹੜਾ ਜ਼ਿਕਰ ਕਰ ਰਹੇ ਹੋ ਪੂਰਨ ਗਿਆਨ ਵਾਲੀ ਅਵਸਥਾ ਦਾ ਜ਼ਿਕਰ ਕਰ ਰਹੇ ਹੋ। ਪੂਰਨ ਗਿਆਨ ਵਾਲੀ ਅਵਸਥਾ ਵਿੱਚ ਪਹੁੰਚਦੇ ਹੀ ਅਗਿਆਨਤਾ ਜਿਹੜੀ ਹੈ ਉਹ ਬਾਹਰ ਨਿਕਲ ਜਾਂਦੀ ਹੈ। ਬਿੰਦਰੀ ਭੂਆ ਜੀ, ਆਪ ਜੀ ਵੀ ਥੋੜੀ ਜਿਹੀ ਸਾਥ ਪਾ ਲਓ ਇਸੇ ਪਿੱਛੇ। ਹਾਂਜੀ ਹਾਂਜੀ
ਹਾਂਜੀ, ਆਪੇ ਆਪ ਸਲਾਏ ਤੇਰੇ ਗੁਰ ਪ੍ਰਭ ਤੁਝੀ ਮਾਏ। ਇਹ ਇੱਕ ਬੜੀ ਉੱਚੀ ਅਵਸਥਾ ਦੀ ਗੱਲ ਹੋ ਰਹੀ ਹੈਗੀ ਹੈ, ਜਿੱਥੇ ਸਭ ਕੁਝ ਹੀ ਉਹ ਆਪ ਹੀ ਵਰਤ ਰਿਹਾ ਹੈ। ਜਦੋਂ ਸਾਡੇ ਅੰਦਰੋਂ ਅਵਗੁਣ ਨਿਕਲ ਕੇ ਜਦੋਂ ਪੂਰੀ ਤਰ੍ਹਾਂ ਇੱਕ ਦਰ ਵਾਸਾ ਹੋ ਜਾਂਦਾ ਹੈ ਮਨ ਦੇ ਵਿੱਚ, तो फिर सब कुछ ही वो आप है। बोलने वाला भी आप है, देखने वाला भी आप है, करने वाला भी आप है। There's a very beautiful line that says in English, the me in me is praying to me to save me in me from the me। इस लाइन ਦੇ ਵਿੱਚ ਖਾਲੀ ਤੂੰ ਹੀ, the meaning is saying कि ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਇਹ ਇੱਕ ਐਸੀ ਅਵਸਥਾ ਹੈਗੀ ਹੈ ਜਿਸ ਦੇ ਵਿੱਚ ਇਹਨਾਂ ਤਿੰਨੋਂ ਲਾਈਨਾਂ ਦੇ ਵਿੱਚ ਹੀ ਪੂਰੀ ਤਰ੍ਹਾਂ ਬਿਆਨ ਕੀਤਾ ਹੈ ਕਿ ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ। You are the unchangeable, you are the omnipresent, ਤੂੰ ਜਿਸਦਾ ਅੰਤ ਨਹੀਂ ਹੈ। ਤੇਰੀ ਬਾਣੀ, ਤੇਰਾ ਗਿਆਨ ਹੀ ਸੱਚਾ ਹੈ, ਅਨਚੇਂਜੇਬਲ ਹੈ, ਜਿਸ ਨੂੰ ਕੱਥਿਆ ਨਹੀਂ ਜਾ ਸਕਦਾ ਹੈ। ਇਹ ਇੱਕ ਅਵਸਥਾ ਦੀ ਗੱਲ ਕਰ ਰਹੀ ਹੈ। ਜੀ ਭੂਆ ਜੀ, ਬਹੁਤ ਅੱਛਾ ਵਿਚਾਰ ਦਿੱਤਾ ਹੈ। ਉਹ ਅਵਸਥਾ ਹੈ ਜਿੱਥੇ ਹੁਣ ਮੈਂ ਤੇ ਬੋਲ ਹੀ ਨਹੀਂ ਰਿਹਾ। ਹੁਣ ਜਦੋਂ ਪਰਮਾਤਮਾ ਅੰਦਰੋਂ ਪ੍ਰਗਟ ਹੋ ਗਿਆ ਤੇ ਤੂੰ ਆਪ ਹੀ ਆਪਣੇ ਆਪ ਦੀ ਸਿਫਤ ਸਲਾਹ ਕਰ ਰਿਹਾ। ਇੱਕ ਗੱਲ ਸਤਬੀਰ ਵੀਰ ਜੀ, ਇੱਕ ਗੱਲ ਹੋਰ ਸ਼ੇਅਰ ਕਰਦੀ ਹੈ ਇੱਥੇ। ਜੀ ਵੀਰ ਜੀ। ਇੱਕ ਵੀਰ ਜੀ ਇੱਥੇ ਲਫ਼ਜ਼ ਹੋਰ ਆ ਰਿਹਾ, ਤੇਰੇ ਗੁਣ ਤੇਰੀ ਬਾਣੀ। ਇੱਥੇ ਵੀ ਸਾਨੂੰ ਬਹੁਤ ਵੱਡਾ ਭੁਲੇਖਾ ਬਣ ਜਾਂਦਾ ਕਿ ਇੱਕ ਤਾਂ ਹੈ ਰੱਬ ਜੀ ਤੇ ਇੱਕ ਉਹਦੇ ਨੇ ਗੁਣ, ਇੱਕ ਹੈ ਰੱਬ ਜੀ ਤੇ ਇੱਕ ਉਹਦਾ ਹੈ ਹੁਕਮ, ਇੱਕ ਹੈ ਰੱਬ ਜੀ ਤੇ ਇੱਕ ਹੈ ਉਹਦੀ ਬਾਣੀ। ਇਹਦੇ ਤੇਰੇ ਦਾ ਅਰਥ ਅਸੀਂ ਦੋ ਇੱਥੇ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਨਾ, ਇੱਕ ਪਰਮਾਤਮਾ ਜੀ ਹੈ ਤੇ ਉਸ ਉਹਨੇ ਹੁਕਮ ਰਚੇ ਸੀ। ਹੁਕਮ ਜਿਹੜੇ ਉਹ ਸ੍ਰਿਸ਼ਟੀ ਨੂੰ ਚਲਾ ਰਹੇ ਨੇ, ਲੇਕਿਨ ਪ੍ਰਮਾਤਮਾ ਜੀ ਫਿਰ ਵੀ ਕਿਤੇ ਬਾਹਰ ਬੈਠੇ ਨੇ, ਹਨਾ, ਵੀ ਉਹ ਦੇਖ ਰਹੇ ਨੇ ਵੀ ਹੁਕਮਾਂ ਵਿੱਚ ਸ੍ਰਿਸ਼ਟੀ ਚੱਲ ਰਹੀ ਹੈ ਕਿ ਨਹੀਂ। ਇੱਥੇ ਅਸੀਂ ਇਹ ਭੁਲੇਖਾ ਨਹੀਂ ਖਾਣਾ ਬਿਲਕੁਲ ਵੀ ਕਿ ਇਹ ਤੇਰਾ ਤੇ ਉਹਦੀ ਬਾਣੀ ਅਲੱਗ ਹੈ, ਤੇਰੇ ਤੇ ਜਾਂ ਉਹਦੇ ਗੁਣ ਅਲੱਗ ਨੇ, ਤੇਰਾ ਤੇ ਜਾਂ ਉਹਦਾ ਹੁਕਮ ਅਲੱਗ-ਅਲੱਗ ਨੇ, ਇਹ ਇੱਕੋ ਨੇ। ਕਿਉਂਕਿ ਗੁਰਬਾਣੀ ਇੱਕ ਨੂੰ ਇੱਕ ਦਾ ਸਿਧਾਂਤ ਦਿੰਦੀ ਹੈ। ਕਹਿੰਦੇ ਨੇ ਪ੍ਰਮਾਤਮਾ ਬਾਣੀ ਸਰੂਪ ਹੀ ਹੈ, ਉਹੀ ਬਾਣੀ। ਇਸ ਨੂੰ ਗੁਰਬਾਣੀ ਇਸ ਤਰ੍ਹਾਂ ਬੋਲਦੇ, ਕਹਿੰਦੇ ਸਤਿਗੁਰ ਬਚਨ ਹੈ ਸਤਿਗੁਰ, ਦੋਨੋਂ ਅਲੱਗ ਨਹੀਂ। ਇੱਕ ਸਤਿਗੁਰੂ ਤੇ ਇੱਕ ਉਹਦੇ ਬਚਨ, ਦੋ ਚੀਜ਼ਾਂ ਨਹੀਂ ਹੈ, ਨਹੀਂ। ਕਹਿੰਦੇ ਆਤਮ ਬ੍ਰਹਮ ਮੈਂ ਆਤਮ, ਦੋਨੋਂ ਇਹ ਸੇਮ ਚੀਜ਼ ਨੇ। ਗੁਰ ਤੇ ਪਰਮੇਸ਼ਰ ਚ ਕਹਿੰਦੇ ਭੇਦ ਨਾ ਸਮਝਣਾ। ਜਿਹੜਾ ਲਫ਼ਜ਼ ਤੇਰਾ ਵੀ ਆਇਆ, ਇਸ ਤੋਂ ਅਸੀਂ ਭੁਲੇਖਾ ਨਹੀਂ ਕਰਨਾ ਕਿ ਇੱਕ ਪਰਮਾਤਮਾ ਹੈ ਤੇ ਇੱਕ ਉਹਦਾ ਗੁਣ ਨੇ। ਇੱਕ ਪਰਮਾਤਮਾ ਹੈ, ਇੱਕ ਉਹਦੀ ਬਾਣੀ ਹੈ। ਤੇਰੀ ਬਾਣੀ ਦਾ ਭਾਵ ਇਸਦਾ ਮਤਲਬ ਕੋਈ ਬੈਠਾ ਇੱਕ ਇਹ ਉਹਦੀ ਬਾਣੀ ਉਹਨੇ ਉਚਾਰੀ, ਨਹੀਂ, ਇਸ ਤਰ੍ਹਾਂ ਨਹੀਂ ਹੈ। ਇਹ ਅਸੀਂ ਇਸ ਤਰ੍ਹਾਂ ਨਹੀਂ ਸਮਝਣਾ। ਪਰਮਾਤਮਾ ਤੇ ਉਹਦੇ ਗੁਣ ਇਹ ਦੋ ਅਲੱਗ ਚੀਜ਼ ਨਹੀਂ ਹੈ। ਗੁਣ ਤੇ ਪਰਮਾਤਮਾ ਹੀ ਗੁਣ ਨੇ, ਗੁਣ ਹੀ ਪਰਮਾਤਮਾ ਹੈ। ਬਾਣੀ ਹੀ ਗੁਣ ਪਰਮਾਤਮਾ ਨੇ, ਵਾਹ ਬਾਣੀ ਹੀ ਨਿਰੰਕਾਰ ਹੈ। ਬਾਣੀ ਹੀ ਗੁਰੂ ਹੈ ਤੇ ਬਾਣੀ ਹੀ ਨਿਰੰਕਾਰ ਸਮਝਣਾ। ਇੱਥੇ ਅਸੀਂ ਭੁਲੇਖਾ ਨਹੀਂ ਖਾਣਾ। ਹਾਂਜੀ ਜੀ ਵੀਰ ਜੀ, ਬਿਲਕੁਲ ਗੁਣ ਸਰੂਪ ਹੀ ਹੈ ਪਰਮਾਤਮਾ। ਸੁਖਵਿੰਦਰ ਵੀਰ ਜੀ। ਹਾਂਜੀ ਭੈਣ ਜੀ। ਹੈ ਨਾ, ਤੁਸੀਂ ਜਦੋਂ ਵਿਆਖਿਆ ਕਰਦੇ ਹੋ ਤਾਂ ਇਕਨ ਲੱਗਦਾ ਹੈ ਕਿ ਅਰੇ ਬਹੁਤ ਈਜ਼ੀ ਹੈ ਕਰੀਏ ਪਾਂਡਾ। ਪੂਰਨ ਤੌਰ ਤੇ ਇਕਨ ਸਤਿਗੁਰੂ ਦੇ ਜੋ ਸ਼ਰਨ ਵਿੱਚ ਆ ਜਾਈ ਹੈ ਤਾਂ ਫਿਰ ਇਕਨ तो है इजी है। और जब अप्लाई करने तो फिर इकन लगता है कि खनियो तीखी वालो निकी, खनियो तीखी वालो निकी। फिर इकन होता है कि जिकन हुने रविंदर वीर जी ने आख्या कि 50% हो जाता है, कदी अवस्था इकन आंदी है कि 60 भी हो जाती है। तो फिर ए ट्राई करते करते मनुख की कोई भी मनुख इकन 100% ए अवस्था या सचखंड की अवस्था कर सकता, या फिर श्वास फिर इतनी उम्र है कि नहीं ए खंड विच पहुंचदे तक। ਹਾਂਜੀ, ਇਹਦੇ ਵਿੱਚ ਤਾਂ ਗੁਰਬਾਣੀ ਤਾਂ ਗੱਲ ਕਰਦੀ ਹੀ ਨਹੀਂ ਕਿ ਤੁਹਾਨੂੰ ਸਮਾਂ ਲੱਗੇਗਾ। ਇਹਦੇ ਵਿੱਚ ਸਮੇਂ ਲੱਗਣ ਦੀ ਤਾਂ ਗੱਲ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਤੂੰ ਆਪ ਗਵਾਹ। ਕਹਿੰਦੇ ਸਾਡੇ ਤੇ ਸਤਿਗੁਰੂ ਜੀ ਨੇ ਛੋੜਿਆ। ਕਹਿੰਦੇ ਤੂੰ ਬਸ, ਸਤਿਗੁਰੂ ਜੀ ਕਹਿੰਦੇ ਮੈਂ ਦੇਖ ਰਿਹਾ, ਮੈਂ ਤੇਰੇ ਅੰਦਰ ਬੈਠਾ, ਮੈਂ ਤਾਂ ਤੇਰੇ ਨਾਲ ਵਸ ਰਿਹਾ। ਕਹਿੰਦੇ ਨੇ ਉਹ ਤਾਂ ਹੱਥ ਪੈ ਨੇੜੇ ਆ ਸਾਡੇ, ਉਹ ਤਾਂ ਕਹਿੰਦੇ ਮੈਂ ਵਸ ਰਿਹਾ। ਕਹਿੰਦੇ ਮੈਂ ਤਾਂ ਬਸ ਤੂੰ ਕਹਿੰਦੇ ਮੇਰੇ ਤੇ ਆਪਣੇ ਵਿੱਚ ਕਹਿੰਦੇ ਤੂੰ ਸਿਰਫ ਕੂੜ ਦੀ ਪਾਲ ਖੜੀ ਕੀਤੀ ਹੋਈ ਹੈ ਕਿ ਕੂੜਾ। ਕਹਿੰਦੇ ਤੂੰ ਪਾਲ ਤੋੜ, ਇਸ ਨੂੰ ਕਹਿੰਦੇ ਨੇ ਆਪਾਂ ਛੱਡ। ਕਹਿੰਦੇ ਤੂੰ ਬਸ ਆਪਾਂ ਛੱਡ ਦੇਖ। ਫਿਰ ਕਹਿੰਦਾ ਮੈਂ ਤਾਂ ਅੰਦਰ ਵੜੇ ਹੀ ਵੜੇ, ਤੈਨੂੰ ਮੈਂ ਅੰਦਰ ਬੁਲਾ ਹੀ ਲਿਆ। ਕਹਿੰਦੇ ਨੇ ਤੂੰ ਬਸ, ਅਸੀਂ ਸਾਡੇ ਵੱਲੋਂ ਕੀ ਕਮੀ ਹੈ ਪਤਾ ਕੀ ਹੈ ਜੀ, ਅਸੀਂ ਸਿਰਫ ਤਨ ਮਨ ਧਨ ਇਹ ਨਹੀਂ ਕਰ ਰਹੇ, ਸੌਂਪ ਨਹੀਂ ਰਹੇ ਗੁਰੂ ਕੋ। ਤਨ ਮਨ ਧਨ ਸੌਂਪੋ। ਕਹਿੰਦੇ ਨੇ ਹੁਕਮ ਨਾਲ ਹੀ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਕੋ ਹੁਕਮ ਮੰਨਿਆ ਪਾਈ ਹੈ। ਕਹਿੰਦੇ ਤੈਨੂੰ ਇੱਕ ਸੈਕਿੰਡ ਜਿਸ ਮੂਵਮੈਂਟ ਤੇ ਅਸੀਂ ਤਨ ਮਨ ਧਨ ਨੂੰ ਸਰੈਂਡਰ ਕਰਾਂਗੇ, ਉਸੇ ਮੂਵਮੈਂਟ ਵਿੱਚ ਸਾਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਜਾਏਗੀ। ਸਾਡੇ ਅੰਦਰ ਸੱਚ ਆ ਕੇ ਸਾਡੇ ਖੰਡ ਦੇ ਵਿੱਚ ਵਸ ਜਾਏਗਾ। ਜਿਸ ਨੂੰ ਕਹਿੰਦੇ ਨਾ ਇਸ ਦੇਹੀ ਅੰਦਰ ਖੰਡ ਮੰਡਲ ਪਾਤਾਲਾ, ਉਹ ਖੰਡ ਦੇ ਨਾਲ ਹੁਣ ਸੱਚ ਜੁੜ ਜਾਂਦਾ ਹੈ।
ਉਹ ਖੰਡਾਂ ਦੇ ਵਿੱਚ ਸੱਚ ਆ ਕੇ ਜਦੋਂ ਵੱਜਦਾ ਉਸਨੂੰ ਕਹਿੰਦੇ ਨੇ ਸੱਚ ਖੰਡ, ਜਿਹਨੂੰ ਕਹਿੰਦੇ ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ। ਉਹ ਜਿਹੜੇ ਖੰਡ ਨੇ ਨਾ, ਖੰਡ ਦੇ ਨਾਲ ਸੱਚ ਜੁੜ ਜਾਂਦਾ ਤਾਂ ਉਸਨੂੰ ਕਹਿੰਦੇ ਨੇ ਸੱਚ ਖੰਡ। ਇਹੀ ਅਵਸਥਾ, ਇਹ ਸਾਡੇ ਸਰੈਂਡਰ ਕਰਨ ਤੇ ਟਿਕੀ ਹੋਈ ਹੈ। ਜਦੋਂ ਅਸੀਂ ਆਪ ਗਵਾਈਏ ਕਰਤਾ, ਸ਼ੋ ਪ੍ਰਾਪਤ ਹੋ ਜਾਂਦਾ। ਆਪ ਗਵਾਈਏ ਹੀ ਨਹੀਂ ਕਰ ਰਹੇ ਅਸੀਂ ਲੋਕ, ਅਸੀਂ ਆਪਣਾ ਆਪ ਛੱਡ ਨਹੀਂ ਰਹੇ ਹਾਂ। ਇਹਦੇ ਨਾਲ ਕੋਈ ਟਾਈਮ ਦੀ, ਉਮਰ ਦੀ ਕੋਈ ਉਹ ਨਹੀਂ ਹੈ। ਇਹ ਤਾਂ ਅਸੀਂ ਜਦੋਂ ਮਨ ਕਰਕੇ ਅਸੀਂ ਛੱਡ ਦਈਏ ਨਾ, ਅਸੀਂ ਸਾਰੇ ਆਪਣੇ ਅੰਦਰੋਂ, ਜਿਸ ਨੂੰ ਕਹਿੰਦੇ ਨੇ ਨਾ ਮੇਲ ਲਹਿਓ ਦਇਆਲ ਢਹਿ ਪਏ ਦੁਆਰੇ, ਅਸੀਂ ਢਹਿ ਪਈਏ। ਰੱਖ ਲੇਵੋ ਦੀਨ ਦਿਆਲ ਭਰਮਤ ਬੋ ਹਾਰਿਆ। ਅਸੀਂ ਮੰਨ ਲਈਏ ਸਤਿਗੁਰੂ ਜੀ ਮੈਂ ਹਾਰ ਗਿਆ ਵਿਕਾਰਾਂ ਹੱਥੀ, ਵਿਖਿਆ ਵਿੱਚੋਂ ਮੈਨੂੰ ਰੱਖ ਲੇਵੋ। ਬਸ ਇਹ ਜਿਸ ਤਰ੍ਹਾਂ ਸੱਚੇ ਦਿਲੋਂ ਅਸੀਂ ਇਹ ਕਰ ਦੇਵਾਂਗੇ ਨਾ ਕੰਮ, ਕੁਝ ਉਸੇ ਦਿਨ ਸਤਿਗੁਰੂ ਜੀ ਨੇ ਅੰਦਰ ਵਸ, ਉਹ ਤਾਂ ਨਾਲ ਵਸ ਰਿਹਾ। ਹਰ ਜੀ ਉਹ ਅੰਦਰ ਬੈਠਾ ਵੇਖ ਰਿਹਾ ਸਾਨੂੰ, ਨਾਲ ਹੀ ਹੈ। ਮਨ ਨਹੀਂ ਚੱਲ ਰਿਹਾ, ਅਸੀਂ ਨਹੀਂ ਉਹਦੇ ਹੁਕਮ ਤੇ ਚੱਲ ਰਹੇ। ਕੂੜ ਦੀ ਪਾਲ ਤੋੜ ਦੀ, ਕੂੜ ਤੇ ਭਰੋਸਾ ਛੱਡ ਦਈਏ। ਕੱਚੀ ਬਾਣੀ ਤੇ ਦੁਰਮਤ ਤੇ ਵਿਖਿਆ ਤੇ ਭਰੋਸਾ ਛੱਡ ਦਈਏ। ਭਰੋਸਾ ਤੋਂ ਛੱਡੋ, ਭਾਂਡਾ ਖਾਲੀ ਕਰਨਾ ਜਿਸ ਦਿਨ ਅਸੀਂ ਕਰਤਾ, ਅੰਦਰ ਦੁੱਧ ਪੈ ਹੀ ਜਾਣਾ ਉਹਦੀ ਬਖਸ਼ਿਸ਼ ਦਾ। ਹਾਂਜੀ ਹਾਂਜੀ ਸੁਖਿੰਦਰ ਵੀਰ ਜੀ, ਬਹੁਤ ਅੱਛੇ ਤਰੀਕੇ ਨਾਲ ਆਪ ਜੀ ਨੇ ਸਮਝਾਇਆ। ਇੱਕ ਅਸੀਂ ਪੰਕਤੀ ਕਈ ਵਾਰੀ ਸ਼ੇਅਰ ਕਰਦੇ ਹਾਂ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਅਸੀਂ ਦੁਨੀਆ ਮੰਗੀ ਜਾਂਦੇ ਹਾਂ, ਪਦਾਰਥ ਮੰਗੀ ਜਾਂਦੇ ਹਾਂ, ਅਸੀਂ ਪ੍ਰਮਾਤਮਾ ਮੰਗ ਹੀ ਨਹੀਂ ਰਹੇ। ਜਦੋਂ ਪ੍ਰਮਾਤਮਾ ਨੂੰ ਮੰਗਾਂਗੇ, ਪ੍ਰਮਾਤਮਾ ਦੇ ਗੁਣਾਂ ਨੂੰ ਮੰਗਾਂਗੇ ਤੇ ਗੁਣ ਆਪੇ ਹੀ ਸਮਾ ਜਾਣਗੇ ਅੰਦਰ। ਅਸੀਂ ਸਾਡੀ ਮੰਗਾਂ ਹੀ ਨਹੀਂ ਮੁੱਕ ਰਹੀਆਂ। ਦੁਨਿਆਵੀ ਮੰਗਾਂ ਸ਼ਾਂਤ ਹੋਣਗੀਆਂ ਤਾਂ ਜਿਹੜਾ ਪ੍ਰਮਾਤਮਾ ਨਾਲ ਸਾਂਝ ਬਣੇਗੀ। ਬਹੁਤ ਖੂਬਸੂਰਤੀ ਨਾਲ ਆਪ ਜੀ ਨੇ ਸਮਝਾਣਾ ਕੀਤਾ। ਬਿਲਕੁਲ। ਜਦੋਂ ਭੁਪਿੰਦਰ ਵੀਰ ਜੀ ਆਗੇ ਕੋਈ ਸ਼ੇਅਰਿੰਗ ਕਰੋਗੇ ਵੀਰ ਜੀ? ਭੁਪਿੰਦਰ ਵੀਰ ਜੀ, ਆਪ ਜੀ ਦੀ ਆਵਾਜ਼ ਨਹੀਂ ਆ ਰਹੀ। ਜੀ ਆਇਆਂ ਨੂੰ। ਥੈਂਕ ਯੂ ਜੀ, ਸਭ ਨੂੰ ਵਾਹਿਗੁਰੂ ਜੀ ਖਾਲਸਾ ਜੀ। 13ਵਾਂ 14ਵਾਂ ਪਤਾ ਕਰ ਲਿਆ ਨਾ, ਤਾਂ ਮੈਂ ਹੁਣੇ ਜਦੋਂ ਖੋਲਿਆ ਤੇ ਮੈਂ ਦੇਖਿਆ ਕਿ 13ਵੇਂ ਪਦ ਵਿੱਚ ਨਾ ਸਾਰੇ ਅੰਗ ਇਹ ਰਿਅਲਾਈਜ਼ ਕਰ ਰਹੇ ਨੇ ਕਿ ਜੇਕਰ ਜਦੋਂ ਵੀ ਮਨ ਕੀ ਮਤ ਵੱਲ ਹੁੰਦਾ ਹੈ, ਉਹਨੂੰ ਮਨਮੁਖ ਕਹਿੰਦੇ ਨੇ। ਤੇ ਉਹਦੇ ਨਾਲ ਅਸੀਂ ਸਾਰੇ ਪੁਰਾਏ ਪੈਂਦੇ ਹਾਂ। ਤੇ ਮਨ ਜੋ ਲਿਖਦਾ ਵੈਸੇ ਸਾਨੂੰ ਕਰਮ ਕਮਾਣੇ ਪੈਂਦੇ ਨੇ। ਉਹਨੂੰ ਕਹਿੰਦੇ ਨੇ ਜੋ ਤੂੰ ਲਿਖਿਆ ਸੋ ਕਰਮ ਕਮਾਏ। ਸੋ ਇਹ ਮਨ ਨੇ ਜੈਸਾ ਫਲਸਫਾ ਅਡਾਪਟ ਕੀਤਾ ਹੈ ਨਾ, ਵੈਸੇ ਵਾਲੇ ਸਾਰੇ ਇਹਨਾਂ ਅੰਗਾਂ ਨੂੰ ਵਿਖਿਆ ਰਾਤੇ ਵਿਖਿਆ ਖੋਜੇ, ਮਰ ਜਨਮੈ ਦੁੱਖ ਤਾਹਾ ਹੈ। ਸੋ ਉਹ ਦਿਨ ਰਾਤ ਮਨ ਕੀ ਮਤ ਦੇ ਕਾਰਨ ਹੁੰਦਾ ਹੈ। ਇਹ ਸਾਰੇ ਜਿਹੜੇ ਐਲੀਵੇਟਿਡ ਅੰਗ ਹਨ, ਸਬਜੈਕਟ ਟੂ ਮਨ ਆਲਰੇਡੀ ਚੜ੍ਹਦੀ ਕਲਾ 'ਚ ਹੈ, ਵਨੈਸ ਵਿਦ ਗੋਡ ਹੈ, ਔਰ ਉਹਦੇ ਜਿਹੜੇ ਅੰਗ ਸਾਰੇ ਐਲੀਵੇਟ ਹੋ ਚੁੱਕੇ ਹੋਏ ਨੇ। ਉਸ ਪੱਖੋਂ ਇਹ ਰਿਅਲਾਈਜ਼ ਕਰ ਰਹੇ ਨੇ ਕਿ ਜੇ ਮਨਮੁਖ ਦੀ ਅਵਸਥਾ 'ਚ ਹੁੰਦੇ ਆ, ਭਾਵ ਜਦੋਂ ਮਨ ਕੀ ਮਤ ਡੀਮਨ ਥਾਟਸ ਵਾਲੀ ਅਵਸਥਾ 'ਚ ਹੁੰਦਾ ਤਾਂ ਕੀ ਹਾਲ ਹੁੰਦਾ। ਸੋ ਵਿਖਿਆ ਵਾਲਾ ਜੀਵਨ ਹੁੰਦਾ, ਆਪੇ ਆਪ ਸਲਾਹੀ। ਸੋ ਇਹ ਆਪੇ ਆਪ ਕੌਣ ਹੈ? ਇਹ ਉਹ ਮਨ ਹੈ ਜਿਹੜਾ ਮਨ ਸਤਿਗੁਰੂ ਜੀ ਦੇ ਨਾਲ ਮਰ ਚੁੱਕਾ। ਮੈਨੂੰ ਪਤਾ ਨਹੀਂ ਕਿ ਹੁਣੇ ਪਹਿਲਾਂ ਇਹ ਕੀ ਸਾਰੇ ਕਰ ਚੁੱਕੇ ਨੇ, ਤੇ ਮੈਂ ਕਿਸੇ ਨਾਲ ਕੰਟਰਾਡਿਕਟ ਕਰ ਰਿਹਾ ਤੇ ਮੈਂ ਸੌਰੀ। ਸੋ ਇਹ ਸਤਿਗੁਰੂ ਦੀ ਮੱਤ ਲੈਣ ਜੋ ਹੋ ਚੁੱਕਾ ਹੋਇਆ ਮਨ ਜਿਹੜਾ ਆਪ ਹੈ, ਉਹ ਆਪ ਸਤਿਗੁਰੂ ਦੀ ਮੱਤ ਲੈ ਕੇ ਪਹਿਲਾਂ ਆਪ ਉਸ ਨੂੰ ਮੰਨਦਾ ਹੈ ਅਤੇ ਉਸੇ ਦੀ ਸਿਫਤ ਸਲਾਹ ਵਾਲਾ ਮਸ਼ਵਰਾ, ਸਾਰਾ ਆਈਡੀਆ, ਸਾਰੀ ਐਡਵਾਈਸ ਆਪਣੇ ਅੰਗਾਂ ਨੂੰ ਦਿੰਦਾ ਹੈ। ਔਰ ਤੇਰੇ ਗੁਣ ਪ੍ਰਭ ਤੁਝ ਹੀ ਮਾਹੀ, ਇਹ ਤੇਰੇ ਉਹਨੂੰ ਹੀ ਕਹਿ ਰਹੇ ਨੇ, ਸਾਰੇ ਅੰਗ ਹੀ ਕਹਿ ਰਹੇ ਨੇ। ਜਦੋਂ ਮਨ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਬਣ ਜਾਂਦਾ ਹੈ ਨਾ, ਮਨ ਦੀ ਉਸ ਅਵਸਥਾ ਨੂੰ ਹਰ ਕਹਿੰਦੇ ਨੇ, ਮਨ ਦੀ ਉਸ ਅਵਸਥਾ ਨੂੰ ਪ੍ਰਭ ਕਹਿੰਦੇ ਨੇ। ਮਨ ਟ੍ਰਾਂਸਫਾਰਮ ਹੋ ਗਿਆ, ਹਰ ਬਣ ਗਿਆ, ਪ੍ਰਭ ਬਣ ਗਿਆ, ਗੁਣ ਕਿਆ ਗੁਣੀ ਸਮਾਵਣਿਆ ਹੋ ਗਿਆ। ਸੋ ਸਾਰੇ ਉਹਦੀ ਵਡਿਆਈ ਕਰ ਰਹੇ। ਤੇਰੇ ਗੁਣ ਪ੍ਰਭ ਤੁਝ ਹੀ ਮਾਏ, ਇਹ ਉਹਨੇ ਕਿੱਥੋਂ ਲੈਣੇ? ਅੰਤਰ ਆਤਮੇ ਦੇ ਰੱਬ ਜੀ ਕੋਲ ਲੈਣੇ। ਉਹ ਉਸ ਦੀ ਵਡਿਆਈ ਕਰਦੇ ਨੇ। ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ ਹੈ ਨਾ। ਇਹ ਅਸੀਂ ਜਦੋਂ ਜਪਜੀ ਸਾਹਿਬ ਪੜ੍ਹ ਰਹੇ ਸੀ ਨਾ, ਤਾਂ ਜਪਜੀ ਸਾਹਿਬ ਵਿੱਚ ਸੋਦਰ ਦੀ ਪੌੜੀ ਆਈ ਸੀ। ਸੋਦਰ ਦੀ ਪੌੜੀ ਤੇ ਅਸੀਂ ਸਮਝਿਆ ਸੀ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਰੱਬ ਨੇ ਸੰਭਾਲ ਕੀਤੀ ਹੋਈ ਹੈ, ਪਰ ਅੰਤਰ ਆਤਮੇ ਦੇ ਦਰ ਦੇ ਅੰਦਰ ਜਾ ਕੇ ਮਨ ਵੀ ਉਸ ਸੋਦਰ ਵਿੱਚ ਸੋ ਕਰਕੇ ਜਿਤਬੈ ਸਰਬ ਸੰਭਾਲੇ,
ਇਹ ਚੰਗੇ ਚੰਗੇ ਗੁਣ ਸੰਭਾਲਦਾ ਹੈ। ਉਸ ਪੱਖੋਂ ਜਦੋਂ ਅਸੀਂ ਸੋਦਰ ਦੀ ਸਾਰੀ ਪੌੜੀ ਉਤਰ ਕੇ ਆਉਂਦੇ ਆ ਨਾ, ਤਾਂ ਇਹ ਆਪ ਵੀ ਸੱਚਾ ਬਣ ਜਾਂਦਾ ਹੈ। ਫਿਰ ਇਹਨੂੰ ਵੀ ਕਹਿੰਦੇ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ। ਇਹ ਸਾਰੀ ਸ੍ਰਿਸ਼ਟੀ ਦਾ ਸਾਹਿਬ ਕੌਣ ਹੈ? ਮਨ। ਸਾਹਿਬ ਸਾਚਾ, ਸਾਚੀ ਨਹੀਂ, ਇਹਦੀ ਸਾਰੀ ਸ੍ਰਿਸ਼ਟੀ ਵੀ, ਇਹਦੀ ਨਿਯਮਾਵਲੀ ਵੀ, ਇਹ ਸਾਰੀ ਵੀ ਸੱਚੀ ਹੋ ਜਾਂਦੀ ਹੈ। ਸੋ ਉਸੇ ਨੂੰ ਕਹਿੰਦੇ ਨੇ ਤੂੰ ਆਪ ਸੱਚਾ, ਕਿਉਂਕਿ ਉਹਨਾਂ ਨੂੰ ਅਲਟੀਮੇਟਲੀ ਮਨ ਨੂੰ ਹੀ ਫੋਲੋ ਕਰਨਾ ਪੈਂਦਾ ਹੈ। ਜੇ ਮਨ ਕੀ ਮਤ ਦੇ ਨਾਲ ਹੁੰਦਾ ਤਾਂ ਵੀ ਇਹਨਾਂ ਨੂੰ ਫੋਲੋ ਕਰਨਾ ਪੈਂਦਾ ਹੈ। ਤਾਂ ਅਵਗੁਣਿਆਰਾ, ਵਿਖਿਆ ਵਾਲਾ, ਪੋਇਜ਼ਨਸ, ਬਾਰਬਰਿਕ ਐਕਸ਼ਨ ਵਾਲਾ ਮੰਦਾ ਜੀਵਨ ਬਣਦਾ ਹੈ। ਹੁਣ ਤੇ ਉਹ ਸਾਰੇ ਵੀ ਸਮਾਧ ਹੀ ਜਾ ਕੇ ਕਹਿ ਰਹੇ ਨੇ ਤੁਸੀਂ ਸੱਚੇ ਹੋ, ਤੁਹਾਡੇ ਗੁਣ ਵੀ ਸੱਚੇ ਨੇ, ਤੁਸੀਂ ਜਿਹੜੀ ਐਡਵਾਈਸ ਕਰਦੇ ਹੋ ਤੁਹਾਡੀ ਉਹ ਬਾਣੀ ਵੀ ਸੱਚੀ ਹੈ। ਉਹ ਆਪ ਪਤਾ ਹੀ ਕਹਿੰਦਾ ਜੈਸੀ ਮੈਂ ਆਵੇ ਖਸਮ ਦੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲਓ। ਮੈਂ ਕਿਹੜਾ ਕਿੱਥੋਂ ਲਿਆਇਆ ਵਾ, ਮੈਨੂੰ ਤੇ ਨਿਜ ਘਰ ਅੰਤਰ ਆਤਮੇ ਚੋਂ ਪ੍ਰਾਪਤ ਹੋਈ ਹੈ, ਵੈਸੇ ਮੈਂ ਤੁਹਾਨੂੰ ਦੱਸ ਰਿਹਾ। ਉਹ ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ, ਆਪੇ ਅਲਖ ਅਥਾਹ ਹੈ। ਉਹ ਆਪ ਇਹਨਾਂ ਨੂੰ ਸਭ ਨੂੰ ਦਿਸਦਾ ਵੀ ਨਹੀਂ ਹੈ, ਲੇਕਿਨ ਅੰਦਰ ਵਸਦੇ ਰੱਬ ਜੀ ਨੂੰ ਜਦੋਂ ਲੱਖ ਲੈਂਦਾ ਹੈ ਨਾ, ਤਾਂ ਬਸ ਉੱਥੇ ਮਰ ਜੋ ਕੇ ਇਸ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਯੋਗ ਹੋ ਜਾਂਦਾ ਹੈ। ਤਾਂ ਇਹ ਬੜੀ ਇੱਕ ਕੀਮਤੀ ਅਵਸਥਾ ਵਾਲਾ ਪਤਾ ਹੈ ਕਿ ਸਾਰੇ ਅੰਗ ਕਿਸ ਤਰ੍ਹਾਂ ਆਪਣੇ ਸੱਚੇ ਸਾਹਿਬ ਭਾਵ ਆਪਣੇ ਮਨ, ਆਪਣੇ ਸਰੀਰ ਦੇ ਖਸਮ, ਸਰੀਰ ਦੇ ਮਾਲਕ, ਸਰੀਰ ਦੇ ਸਾਈਂ ਨੂੰ ਕਿਸ ਤਰ੍ਹਾਂ ਉਹ ਮਾਣਦੇ ਪਏ, ਕਿਉਂਕਿ ਉਹ ਉਹਨਾਂ ਨੂੰ ਸੱਚੀ ਬਾਣੀ ਦਾ ਦਾਤਾ ਬਣਿਆ ਹੋਇਆ ਹੈ, ਸੱਚੇ ਗੁਣਾਂ ਦਾ ਦਾਤਾ ਬਣਿਆ ਹੋਇਆ ਹੈ, ਔਰ ਉਹਨਾਂ ਨੂੰ ਕੋਈ ਦੇ ਰਿਹਾ। ਪਹਿਲਾਂ ਉਹ ਡੀਮਨ ਥਾਟਸ ਦਿੰਦਾ ਸੀ, ਜਮਾ ਵਾਲੀ ਮਤ ਦਿੰਦਾ ਸੀ ਪਹਿਲਾਂ। ਹਾਂਜੀ जी वीर जी, बिल्कुल बहुत सोहना समझाना किया आप जी ने। आज 2 पद्यां दा पाठ होया, आओ रल मिल के पाठ कर लिए, फिर समाप्ति है। मन मुख भूला ठौर न पाए, जो तुर लिखिया सो कर्म कमाए। बिख्या राते बिख्या खोजै, मर जन्मे दुखता है। आपे आप साला है, तेरे गुण प्रभ तुझी माहे। तू आप सच्चा, तेरी बाणी सच्ची, आपे अलख अथाह है। तू आप सच्चा, तेरी बाणी सच्ची, आपे अलख अथाह है। होइयां बेअंत भुल्लां दी खिमा। वाहिगुरू जी का खालसा, वाहिगुरू जी की फतेह। जी तजिंदर जी सवाल ले लो। जी भी जी, ਅੱਜ ਇਹ ਬੇਨਤੀ ਹੈ, ਇੱਕ ਹੀ ਸਵਾਲ ਹੋਏਗਾ। ਕੱਲ ਨਾ ਗੁਰਪ੍ਰੀਤ ਵੀ ਜੀ ਦਾ ਇੱਕ ਮੈਸੇਜ ਆਇਆ ਸੀਗਾ ਸ਼ਬਦ ਵਿਚਾਰ ਵਾਸਤੇ, ਲੇਕਿਨ ਉਹ ਮੈਂ 2-3 ਦਿਨ ਬਾਅਦ ਵੀ ਲੈ ਸਕਦਾ ਸੀਗਾ, ਲੇਕਿਨ ਉਹਨਾਂ ਦੇ ਬੱਚੇ ਦਾ ਵੀ ਮੈਨੂੰ ਮੈਸੇਜ ਆ ਗਿਆ ਕਿ ਵੀ ਜੀ ਇਹ ਮੇਰੇ ਸ਼ਬਦ ਵਿਚਾਰ ਹੈਗੀ ਹੈ। ਤੇ ਵੀ ਜੀ ਅੱਜ ਪਹਿਲਾ ਸਵਾਲ ਉਹਨਾਂ ਦੇ ਬੱਚੇ ਦੀ ਸ਼ਬਦ ਵਿਚਾਰ ਦਾ ਹੀ ਹੋਏਗਾ, ਜਿਹੜਾ ਉਸ ਬੱਚੇ ਨੇ ਸਾਨੂੰ ਸ਼ਬਦ ਵਿਚਾਰ ਵਾਸਤੇ ਪਰਮਿਸ਼ਨ ਮੰਗੀ ਸੀਗੀ। ਪ੍ਰਭਦੀਪ ਵੀ ਜੀ ਤੁਸੀਂ ਉਹ ਸ਼ਬਦ ਸਕਰੀਨ ਤੇ ਸ਼ੇਅਰ ਕਰ ਦਿਓ। ਹਰਵਿੰਦਰ ਵੀ ਜੀ, ਸੁਖਬੀਰ ਵੀ ਜੀ ਔਰ ਸੁਖਵਿੰਦਰ ਵੀ ਜੀ ਤੋਂ ਉਹਨਾਂ ਨੇ ਸ਼ਬਦ ਵਿਚਾਰ ਮੰਗੀ ਸੀਗੀ। ਵੀ ਜੀ ਬੇਨਤੀ ਹੈ ਪਲੀਜ਼ ਸੁਖਬੀਰ ਵੀ ਜੀ, ਪ੍ਰਭਦੀਪ ਵੀ ਜੀ ਤੁਸੀਂ ਸ਼ਬਦ ਸਕਰੀਨ ਤੇ ਸ਼ੇਅਰ ਕਰ ਦਿਓ, ਤੇ ਹਰਵਿੰਦਰ ਵੀ ਜੀ ਪਲੀਜ਼ ਵਿਚਾਰ ਦਿਓ। जी हरविंदर भी जी शब्द स्टार्ट ਕੀਤਾ ਨਾ? या भी जी शब्द शेयर कर दे। या भी जी यही है। थोड़ा जिहा थल्ले करोगे हल्का जिहा भी जी स्क्रीन प्रभदी भी जी हल्की जी, या बस ठीक है, थोड़ा जिहा उत्ते या परफेक्ट। ਇੱਥੇ ਜਿਹੜਾ ਸ਼ਬਦ ਚੱਲਦਾ ਪਿਆ ਨਾ, ਇਹਦੀ ਸਭ ਤੋਂ ਪਹਿਲਾਂ ਜਿਹੜੀ ਰਹਾਉ ਵਾਲੀ ਪੰਕਤੀ ਜਿਹੜੀ ਹੈ ਨਾ, ਉਹ ਕਹਿੰਦੇ ਮੈਨੂੰ 3 ਛੰਦੇ ਖੇਲ ਆਛੇ ਰਹਾਉ। ਹੁਣ ਅਸੀਂ ਕਈ ਵਾਰ ਨਾ, ਜਿਤਨਾ ਅਸੀਂ ਕਈ ਦਿਨਾਂ ਤੋਂ ਵਿਚਾਰ ਵੀ ਕਰਨੇ ਪਏ ਆ ਵੀ ਇੱਥੇ ਮਾਲਕ ਜਿਹੜੀ ਸਾਰੀ ਸ੍ਰਿਸ਼ਟੀ ਦੀ ਖੇਡ ਹੈ ਨਾ, ਉਹਨੂੰ ਇੱਕੋ ਵੀ ਰੱਬ ਨੇ ਜੋ ਬਣਾਇਆ ਹੋਇਆ ਹੈ, ਇੱਥੇ ਵੀ ਆਰ ਟ੍ਰਾਈਂਗ ਟੂ ਅੰਡਰਸਟੈਂਡ ਇਹ ਖੇਲ। ਇਹ ਜਿਹੜਾ ਰਹਾਉ ਵਾਲੀ ਪੰਕਤੀ ਜਿਹੜਾ ਵਰਡ ਆ ਰਿਹਾ ਨਾ ਖੇਲ, ਤੇ ਉਹਨੂੰ ਜੇ ਸਮਝਣ ਦੀ ਕੋਸ਼ਿਸ਼ ਕਰਨੇ ਆ ਨਾ, ਵੀ ਉਹ ਬਾਣੀ ਦੇ ਬਹੁਤ ਸਾਰੇ ਸ਼ਬਦ ਐਸੇ ਆਉਂਦੇ ਨੇ, ਕਹਿੰਦੇ ਨੇ ਕੀਆ ਖੇਲ ਬੜ ਮੇਲ ਤਮਾਸ਼ਾ ਵਾਹ ਗੁਰੂ ਤੇਰਾ ਸਭ ਸਦਕਾ। ਕੀਆ ਖੇਲ यहाँ आंदा है भाई 3 करते एक ऐसी है, 2-3 दिन पहले सामने लाइन गई थी, 3 करते एक खेल रचाया कोई ना किसी जया उपाया। यहाँ असी होर कई बार पढ़ने भी जी जंत सब तेरा खेल। ए उस मालक ने जो सृष्टि बनाई है ना, उन्हें एक खेल रचा होया है।
ਕਹਿੰਦੇ ਵੀ ਤੁਝ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਇਹ ਉਸ ਰੱਬ ਨੇ ਇੱਕ ਮਾਨੋ ਜਿਹੜੀ ਦੁਨੀਆ ਰਚੀ, ਸਾਰਾ ਸੰਸਾਰ ਜੋ ਰਚਿਆ ਨਾ, ਉਹਨੇ ਇੱਕ ਖੇਡ ਰਚਿਆ ਹੋਇਆ। ਹੁਣ ਇੱਥੇ ਛੰਦ ਜਿਹੜਾ ਵਰਡ ਯੂਜ਼ ਕੀਤਾ ਜਾ ਰਿਹਾ ਨਾ, ਛੰਦ ਨਾਰਮਲੀ ਕਹਿੰਦੇ ਨੇ ਹੌਬੀ ਨੂੰ ਜਾਂ ਸੁਭਾਅ ਨੂੰ, ਵੀ ਕਿਸੇ ਨੂੰ ਕਿਸ ਗੱਲ ਅੰਦਰ ਬਹੁਤ ਇੰਟਰਸਟ ਹੋਵੇ ਨਾ, ਭਈ ਬੰਦੇ ਅਸੀਂ ਕਹਿ ਲਓ ਵੀ 3 ਕਿਸਮ ਦੇ ਸੁਭਾਅ ਕਹਿ ਲਓ ਜਾਂ ਕਹਿ ਲਓ ਰੁਚੀਆਂ ਕਹਿ ਲਓ, ਵੀ ਕਿਸ ਨੂੰ ਕਹਿੰਦੇ ਵੀ ਗੁਣ ਕਹਿ ਲਓ, ਵੀ ਰੱਬ ਨੇ ਕਹਿੰਦੇ 3 ਗੁਣੀ ਮਾਇਆ ਦੇ ਸੰਸਾਰ ਦੇ ਪ੍ਰਭਾਵ। ਅਸੀਂ 2 ਦਿਨ ਪਹਿਲਾਂ ਵੀ ਕੋਈ ਜਿਹੜਾ ਸ਼ਬਦ ਗਿਆ ਸੀ, ਕ੍ਰਿਸ਼ਨਾ ਤੇ ਨਾਚੋ ਹਰ ਹਰ, ਕ੍ਰਿਸ਼ਨਾ ਤੇ ਜਾਣੋ ਹਰ ਹਰ ਨਾਚੰਤੀ। ਰੱਬ ਨੇ ਇਹਦੀ 3 ਗੁਣਾ ਵਾਲੀ ਮਾਇਆ ਜਿਹੜੀ ਪੈਦਾ ਕੀਤੀ ਹੈ ਨਾ, ਜਿਨ੍ਹਾਂ ਅੰਦਰ ਵੱਖ-ਵੱਖ ਬੰਦਿਆਂ ਦੇ ਵੱਖ-ਵੱਖ ਇੰਟਰਸਟ ਨੇ। ਕਈ ਬੰਦੇ ਨੇ ਉਹ ਜ਼ਿਆਦਾ ਹੈ, ਦੇਖੋ ਕੰਬੀਨੇਸ਼ਨ ਹੈ, ਕੋਈ ਬੰਦਾ ਟੋਟਲ ਰਾਜਗੁਣ ਵਿੱਚ ਨਹੀਂ, ਕੋਈ ਸਤਗੁਣ ਵਿੱਚ ਨਹੀਂ, ਕੋਈ ਟੋਟਲ ਤਮ ਗੁਣ ਵਿੱਚ ਨਹੀਂ ਹੁੰਦਾ। ਇਹਨਾਂ ਵਿੱਚ ਜੇ ਅਸੀਂ ਕਹਿ ਲਈਏ ਇਹਨੂੰ 0 to 100, ਇਹਦੇ ਮਨੋਂ ਇੱਕ ਸਕੇਲ ਜਿਹਾ ਵੀ ਜਿਕਰ ਵੱਧ ਘੱਟ ਕਿਸੇ ਅੰਦਰ ਕਿਸੇ ਦਿਨ ਹੋ ਸਕਦਾ ਹੈ। ਅਸੀਂ ਕਈ ਵਾਰ ਇੱਕ ਵਰਡ ਯੂਜ਼ ਕਰਨੇ ਆ ਇੰਗਲਿਸ਼ ਚ, ਪ੍ਰੋ ਕਹਿੰਦੇ ਨੇ ਇਵਨ ਗਿਵ ਦ ਡੈਵਲ ਇਜ਼ ਡਿਊ। ਹੋ ਸਕਦਾ ਹੈ ਕਿ ਦੁਨੀਆ ਦਾ ਸਭ ਤੋਂ ਸ਼ੈਤਾਨ ਬੰਦਾ ਵੀ ਕਦੀ ਕਦੀ ਉਹਦੇ ਮਨ ਵਿੱਚ ਦਇਆ ਆ ਜਾਵੇ। ਐਸੀ ਤਾਂ ਕੋਈ ਹੋਰ ਹੋ ਸਕਦਾ ਹੈ ਕਿ ਇੱਕ ਮੰਨਿਆ ਪ੍ਰਮੰਨਿਆ ਜਿਹੜਾ ਬੰਦਾ ਹੋਵੇ, ਉਹ ਕਿਸੇ ਲਾਲਚ ਦੇ ਅਧੀਨ ਆ ਕੇ ਨਾ ਉਹ ਕੋਈ ਨਾ ਕੋਈ ਮਾੜਾ ਕੰਮ ਕਰ ਬੈਂਦਾ ਹੈ। ਤੇ ਇਹ ਤਿੰਨੋਂ ਜਿਹੜੇ ਇਹ ਗੁਣਾਂ ਦਾ ਪ੍ਰਭਾਵ ਜਿਹੜਾ ਹਰ ਇੱਕ ਛੰਦ ਤੇ ਕਹਿੰਦੇ ਪਏ ਨੇ ਸੁਭਾਅ ਨੂੰ, ਉਹ ਇਹ ਤਿੰਨੋਂ ਮਾਇਆ ਦੇ ਸੁਭਾਅ ਰੱਬ ਨੇ ਬਣਾਇਆ ਹੋਇਆ ਖੇਡ ਹੈ। ਹੁਣ ਰੱਬ ਨੇ ਜਿਹੜਾ ਹੈ ਨਾ ਵੀ ਇਹਦੇ ਅੰਦਰ ਇੱਕ ਜਿਹੜੇ ਖੇਡ ਬਣਾਇਆ ਹੋਇਆ ਹੈ, ਜੇ ਹਰ ਇੱਕ ਖੇਡ ਅੰਦਰ ਨਾ ਇੱਕ ਐਸਪੈਕਟ ਜ਼ਰੂਰ ਹੁੰਦਾ ਹੈ ਕਿ ਅੰਦਰ ਹਾਰ ਜੀਤ ਵਾਲੀ ਗੱਲ ਹੁੰਦੀ ਹੈ, ਵੀ ਕੋਈ ਹਾਰ ਜਾਏਗਾ ਕੋਈ ਜਿੱਤ ਜਾਏਗਾ। ਵੀ ਕਹਿੰਦੇ ਰੱਬ ਨੇ ਇੱਕ ਖੇਡ ਬਣਾਇਆ ਹੋਇਆ 3 ਛੰਦੇ, ਉਹ ਮਾਇਆ ਦੇ 3 ਗੁਣਾਂ ਦੇ ਪ੍ਰਭਾਵ ਦੇ ਹੇਠਾਂ ਜਾਂ ਉਹਦੇ ਵਰਤਾਰੇ ਦੇ ਅੰਦਰ ਰੱਬ ਨੇ ਇੱਕ ਖੇਲ ਬਣਾਇਆ ਹੋਇਆ ਹੈ। ਇਹਦੇ ਵਿੱਚ ਜਿਹੜੇ ਨਾ ਕੋਈ ਬੰਦਾ ਜਿਹੜਾ ਨਾ ਉਹ ਬਾਜੀ ਜਿੱਤ ਜਾਂਦਾ ਹੈ, ਵੀ ਉਹ ਕਈਆਂ ਨੂੰ ਤੇ ਸੋਝ ਹੀ ਨਹੀਂ ਆਉਂਦੀ ਪਈ ਵੀ ਉਹ ਕਹਿੰਦੇ ਇੱਕ ਕਹਿੰਦੇ ਜਾਣੇ ਨਹੀਂ ਜੀਤ ਅਰ ਹਾਰ, ਇਹ ਵਾਲੇ ਵਾ ਸਾਕਤ ਸੰਸਾਰ। ਵੀ ਜਿੱਤ ਹਾਰ ਦੀ ਮਤਲਬ ਬੈਨੀਫਿਟ ਕੀ ਹੈ? ਜਿਹੜਾ ਮੈਨੂੰ ਬੜਾ ਮਨੁੱਖਾ ਜਨਮ ਵਾਲਾ ਅਵਸਰ ਮਿਲਿਆ ਸੀ, ਜਿਹਨੂੰ ਗੁਰੂ ਕਹਿੰਦਾ ਵੀ ਫਿਰ ਇਹ ਅਵਸਰ ਚਰੇ ਨਾ ਹਾਥਾ, ਉਹ ਜਿਹੜਾ ਅਵਸਰ ਜਿਹੜਾ ਮੈਨੂੰ ਮਿਲਿਆ ਸੀ, ਦੂਜੇ ਸ਼ਬਦ ਕਹਿੰਦੇ ਜੀਤ ਹਾਰ ਕੀ ਸੋਝੀ ਕਰੀ, ਕਹਿੰਦੇ ਤੋ ਇਸ ਘਰ ਕੀ ਕੀਮਤ ਪਰੀ। ਮੈਨੂੰ ਮਿਲਿਆ ਹੋਇਆ ਜਿਹੜਾ ਮਨੁੱਖੀ ਜਨਮ ਦਾ ਜਿਹੜਾ ਘਰ ਸੀ ਨਾ, ਮੈਨੂੰ ਉਹਦੀ ਵੈਲਿਊ ਪਤਾ ਹੀ ਤਾਂ ਲੱਗੀ ਜਦੋਂ ਮੈਨੂੰ ਇਹ ਪਤਾ ਚੱਲ ਜਾਏਗਾ ਕਿ ਵੀ ਮੈਂ ਜੇ ਤੋਂ ਹਾਰ ਕੇ ਚਲੇ ਗਿਆ ਨਾ, ਤੇ ਵੀ ਮੈਨੂੰ ਬੜਾ ਸੁਨਹਿਰਾ ਮੌਕਾ ਰੱਬ ਨੇ ਦਿੱਤਾ ਸੀ। 184 ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕਾ ਆਏ ਜਾਏ ਦੁੱਖ ਪਾਏਂਦਾ। ਵੀ ਕੋ ਜਿਹੜਾ ਕਹਿੰਦੇ ਵੀ ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਖੇਲਤ ਸਭ ਜੂਏ ਹਾਰੇ। ਜਿਹੜੇ ਬੰਦੇ ਕਾਮ ਕ੍ਰੋਧ ਮਾਇਆ ਇਹਦੇ ਨਸ਼ੇ ਵਿੱਚ ਜਿਨ੍ਹਾਂ ਨੇ ਮਸਤ ਹੋ ਕੇ ਆਪਣੀ ਜੀਵਨ ਦੀ ਇਹ ਬਾਜੀ ਖੇਡੀ ਹੈ, ਚੋਇਸ ਤੇਰੀ ਸੀ। ਹੁਣ ਜਿਨ੍ਹਾਂ ਬੰਦਿਆਂ ਨੇ ਇਹਦੇ ਅਧੀਨ ਕਹਿੰਦੇ ਇਹ ਖੇਲਤ ਸਭ ਜੂਏ ਹਾਰੇ, ਉਹਨਾਂ ਕਹਿੰਦੇ ਤਿੰਨੀ ਜਨਮ ਜੂਏ ਹਾਰਿਆ। ਉਹਨਾਂ ਨੇ ਆਪਣਾ ਮਿਲਿਆ ਮਨੁੱਖਾ ਜਨਮ ਦਾ ਅਵਸਰ ਜਿਹੜਾ ਨਾ ਐਵੇਂ ਅਜਾਈ ਗਵਾ ਦਿੱਤਾ। ਹੁਣ ਕੁਝ ਐਸੇ ਵੀ ਬੰਦੇ ਨੇ ਜੋ ਨਹੀਂ ਹਾਰਦੇ, ਜਿਨ੍ਹਾਂ ਨੂੰ ਅੱਛਾ ਗੁਰੂ ਮਿਲ ਜਾਵੇ ਨਾ, ਕਹਿੰਦੇ ਕਬੀਰ ਸਾਹਿਬ ਦਾ ਸ਼ਬਦ ਹੈ, ਕਹਿੰਦੇ ਨੇ ਕਹੋ ਕਬੀਰ ਤੇ ਜਨ ਕਭੂ ਨਾ ਹਾਰੇ। ਕਹਿੰਦੇ ਢਾਲ ਜੋ ਜਾਣੈ ਪਾਸਾ, ਜਿਨ੍ਹਾਂ ਨੂੰ ਉਹ ਗੋਟੀਆਂ ਖੇਡਣ ਦਾ, ਜਿਨ੍ਹਾਂ ਨੂੰ ਡਾਈ ਸੱਟਣ ਦਾ ਤਰੀਕਾ ਆ ਜਾਏਗਾ ਨਾ, ਕਹਿੰਦੇ ਉਹ ਬੰਦੇ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਕੇ ਨਹੀਂ ਜਾਂਦੇ। ਉਹ ਬੰਦੇ ਉਹ ਕਹਿੰਦੇ ਕਾਚ ਬਾਦਰੇ ਲਾਲ ਕੋਈ ਹੈ, ਫਿਰ ਅਵਸਰ ਕਤਲ ਹਾਂ ਦੁੱਖੋ ਕਾਂਚ ਵਿਹਾਜਨ ਕੰਚਨ ਛਾਦਨ, ਉਹ ਨਹੀਂ ਕਰਦੇ। ਉਹ ਕੱਚ ਦੀ ਕਮਾਈ ਕਰਦੇ ਕਰਨ ਵਾਸਤੇ ਸੋਨੇ ਨੂੰ ਤਿਆਗ ਦੇਣ, ਐਸਾ ਕੰਮ ਉਹ ਨਹੀਂ ਕਰਦੇ। ਵੀ ਉਹ ਇੱਕ ਹੋਰ ਸ਼ਾਇਦ ਜੋ ਸ਼ਬਦ ਆਉਂਦਾ ਹੈ, ਕਹਿੰਦੇ ਨੇ ਜਨ ਨਾਨਕ ਗੁਰਮੁਖ ਜੋ ਨਰ ਖੇਲ ਹੈ, ਕਹਿੰਦੇ ਸੋ ਜਿਣ ਬਾਜੀ ਘਰ ਆਇਆ। ਜਨ ਨਾਨਕ ਗੁਰਮੁਖ, ਜਿਹੜਾ ਬੰਦਾ ਗੁਰੂ ਕੋਲੋਂ ਉਪਦੇਸ਼ ਲੈ ਕੇ, ਗੁਰੂ ਕੋਲੋਂ ਅਗਵਾਈ ਲੈ ਕੇ ਇਹ ਜੀਵਨ ਦੀ ਖੇਡ ਹੈ, ਜੀਵਨ ਦੀ ਰੱਬ ਨੇ ਖੇਡ ਬਣਾਇਆ ਹੋਇਆ। ਇਹ ਬਹੁਤ ਸਾਰੇ ਬੜੇ ਜਿਹੜਾ ਚੱਲਦਾ ਵੀ ਕੀ ਆ ਖੇਲ ਬੜ ਮੇਲ ਤਮਾਸ਼ਾ, ਸਾਨੂੰ ਕੁਝ ਨਹੀਂ ਪਹਿਲਾਂ ਤਿੰਨ ਕਰਤੇ ਇੱਕ ਖੇਲ ਰਚਾਇਆ। ਰੱਬ ਨੇ ਖੇਲ ਬਣਾਇਆ ਹੋਇਆ, ਉਹਨੇ ਮਾਇਆ ਦਾ ਪ੍ਰਭਾਵ ਪਾ ਕੇ ਰੱਖਿਆ ਹੋਇਆ, ਤੈਨੂੰ ਗੁਰੂ ਦਿੱਤਾ ਹੋਇਆ। ਤੂੰ ਇਹਦੇ ਅੰਦਰੋਂ ਆਪਣੇ ਆਪ ਨੂੰ ਜਿਹੜਾ ਨਾ ਕਹਿੰਦਾ ਵੀ ਤੂੰ ਪਿਤਾ ਜਾਤ ਹੋ ਕੇ ਦਿਖਾ, ਤੂੰ ਹੈ ਮੇਰਾ ਪੁੱਤਰ। ਕਹਿੰਦਾ ਲੇਕਿਨ ਪਿਤਾ ਜਾਤ ਹੋ ਕੇ ਦਿਖਾ, ਮੇਰੇ ਵਰਗਾ ਬਣ ਕੇ ਦਿਖਾ। ਜੋ ਗੁਣ ਮੇਰੇ ਵਿੱਚ ਨੇ ਉਹ ਕਹਿੰਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ। ਤੇ ਉਹ ਕਹਿੰਦਾ ਜਨ ਨਾਨਕ ਗੁਰਮੁਖ ਜੋ ਨਰ ਖੇਲੇ, ਕਹਿੰਦੇ ਸੋ ਜਿਣ ਬਾਜੀ ਘਰ ਆਇਆ। ਸੋ ਇਹਦੇ ਜਿਹੜਾ ਪਹਿਲਾ ਜਿਹੜਾ ਰਹਾਉ ਵਾਲਾ ਬੰਦ ਹੈ ਨਾ,
ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਨਾ ਗੁਰਮਤਿ ਦੀ ਜਿਹੜੀ ਸਾਰ ਹੁੰਦੀ ਹੈ ਨਾ ਉਹ ਕੇਵਲ ਤੇ ਕੇਵਲ ਜਿਹੜੇ ਨਾ ਇੱਕ ਦੋ ਪੰਕਤੀਆਂ ਵਿੱਚ ਹੁੰਦੀਆਂ ਨੇ। ਬਾਕੀ ਸਾਰਾ ਸ਼ਬਦ ਜਿਹੜਾ ਹੈ ਨਾ ਉਹ ਜਿਹੜਾ ਉਹਦੇ ਕਈ ਵਾਰੀ ਸ਼ਬਦ ਦਾ ਵਿਸਤਾਰ ਕਾਫੀ ਵੱਡਾ ਹੁੰਦਾ ਹੈ ਉਹ, ਲੇਕਿਨ ਜਿਹੜੀ ਗੁਰਮਤਿ ਦੀ ਪੰਕਤੀ ਜਿਹੜੀ ਹੈ ਨਾ ਉਹ ਇੱਕ ਦੋ ਲਾਈਨਾਂ ਅੰਦਰ ਇਹਨਾਂ ਨੂੰ ਹੁਣ ਇੱਕੋ ਸ਼ਬਦ ਆਉਂਦਾ ਵੀ ਉਹ ਕਹਿੰਦੇ ਸਹੰਸਰਦਾਨ ਦੇ ਇੰਦਰ ਰੁਆਇਆ। ਹੁਣ ਸਾਰਾ ਸ਼ਬਦ ਜਦੋਂ ਦੇਖਾਂਗੇ ਨਾ ਬਹੁਤ ਵੱਡਾ ਸ਼ਬਦ ਕਹਿੰਦੇ ਸਹੰਸਰਦਾਨ ਦੇ ਇੰਦਰ ਰੁਆਇਆ, ਪਰਸਰਾਮ ਰੋਵੇ ਘਰ ਆਇਆ, ਅਜੈ ਸੋ ਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ, ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡਉਰੂ ਆਏ, ਰੋਵੇ ਪਾਂਡਵ। ਇਹ ਸਾਰਾ ਦੇਖਾਂਗੇ ਨਾ ਹੁਣ ਸਾਰੇ ਸ਼ਬਦ ਦੇ ਵਿੱਚ ਇਹਦੇ ਵਿੱਚ ਜਿਹੜੀ ਮੂਲ ਤੱਤ ਜਿਹੜੀ ਗੁਰੂ ਸਾਨੂੰ ਕਹਿਣਾ ਚਾਹੁੰਦਾ ਪਿਆ ਨਾ ਉਹ ਲਾਸਟ ਨੇ ਕਹਿੰਦੇ ਮੰਨੇ ਨਾਉ ਸੋਈ ਜਾਏ, ਅਵਰੀ ਕਰਮ ਨਾ ਲੇਖੇ ਲਾਏ। ਹੁਣ ਪਹਿਲੇ ਜਿਹੜੇ ਸਾਰੇ ਦ੍ਰਿਸ਼ਟਾਂਤ ਨੇ ਵੀ ਸਹੰਸਰਦਾਨ ਦੇ ਇੰਦਰ ਰੁਆਇਆ, ਇੰਦਰ ਨੇ ਕੋਈ ਕੁਕਰਮ ਕੀਤਾ ਸੀ ਵੀ ਉਹ ਗੌਤਮ ਤਪਾਏ ਅਹਿਲਿਆ ਇਸਤਰੀ ਜਿਸ ਦੇ ਇੰਦਰ ਲੁਭਾਇਆ, ਵੀ ਉਹਨੇ ਕੋਈ ਮਾੜਾ ਕਰਮ ਕੀਤਾ ਸੀ, ਰੱਬ ਨੇ ਸਜ਼ਾ ਦਿੱਤੀ ਉਹਨੂੰ ਵਿਚਾਰੇ ਨੂੰ ਰੋਣਾ ਪਿਆ, ਉਹਨੂੰ ਇਤਨੀ ਸ਼ਰਮ ਆਈ ਉਹਨੂੰ ਜੋ ਉਹਨੇ ਕੰਮ ਕੀਤਾ, ਜੋ ਸਜ਼ਾ ਮਿਲੀ ਉਹਨੂੰ ਉਹ ਜਾ ਕੇ ਉਹ ਕਹਿੰਦੇ ਵੀ ਉਹ ਛੁਪ ਗਿਆ ਪਾਣੀ ਅੰਦਰ, ਉਹਨੂੰ ਛੁਪਣਾ ਪੈ ਗਿਆ ਉਹਨੂੰ। ਪਰਸਰਾਮ ਰੋਵੇ, ਜਿਹੜੇ ਵੱਡੇ ਵੱਡੇ ਸ਼ਖਸੀਅਤਾਂ ਸਨ ਉਹਨਾਂ ਨੇ ਵੀ ਪਰਸਰਾਮ ਰੋਵੇ ਘਰ ਆਇਆ। ਉਹ ਉਹਦੇ ਪਿਤਾ ਕੋਲ ਕਾਮਦੇਨ ਗਊ ਆਈ, ਉਹਦਾ ਅੱਗੇ ਜਿਹੜਾ ਸੀ ਵੀ ਉਹਦਾ ਰਾਜੇ ਦਾ ਜੋ ਉਹਦਾ ਪਿਓ ਸੀ, ਉਹਦਾ ਜਿਹੜਾ ਸਾਡੂ ਸੀ ਉਹ ਰਾਜਾ ਸੀ, ਜੋ ਵੀ ਉਹ ਇਤਿਹਾਸ ਦੀਆਂ ਕਹਾਣੀਆਂ ਸਨ ਤੋਂ ਕਾਫੀ ਵੱਡੀਆਂ ਨੇ ਵੀ ਉਹ ਅਜੈ ਸੋ ਰੋਵੇ ਵਿਖਿਆ ਖਾਏ। ਅਜੈ ਜਿਹੜਾ ਹੈ ਉਹ ਰਾਮ ਦਾ ਦਾਦਾ ਮੰਨਿਆ ਜਾਂਦਾ ਵੀ ਦਸ਼ਰਥ ਦਾ ਪਿਓ ਦਾਦਾ ਜਾਂ ਪਰਦਾਦਾ, ਵੀ ਉਹਨੇ ਕਹਿੰਦੇ ਨੇ ਵੀ ਕਿਸੇ ਨੂੰ ਕੋਈ ਮੰਗਣ ਨੂੰ ਆਇਆ ਰਿਸ਼ੀ, ਉਹ ਅਸਤਬਲ ਵਿੱਚ ਸੀ, ਉਹਨੇ ਚੁੱਕ ਕੇ ਉਹਨੂੰ ਲਿਦ ਦੇ ਦਿੱਤੀ, ਕਹਿੰਦਾ ਕੁਝ ਦੇ, ਕਹਿੰਦੇ ਯਾਰ ਬਾਅਦ ਵਿੱਚ ਆਏ, ਕਹਿੰਦੇ ਨਹੀਂ ਹੁਣੇ ਦੇ, ਜੋ ਦੇਣਾ ਹੁਣੇ ਦੇ। ਉਹ ਗੁੱਸੇ 'ਚ ਆਇਆ, ਉਹਨੇ ਘੋੜੇ ਦੀ ਲਿਦ ਚੁੱਕ ਕੇ ਉਹਨੂੰ ਦੇ ਦਿੱਤੀ। ਹੁਣ ਇਹ ਕਹਾਣੀਆਂ ਨੇ, ਅਸੀਂ ਨਹੀਂ ਕਹਿ ਰਹੇ ਕਿ ਗੁਰੂ ਦੀ ਪ੍ਰੋੜਤਾ ਕਰਦੇ ਪਏ, ਲੇਕਿਨ ਉਹਨੂੰ ਵੀ ਰੋਣਾ ਪਿਆ। ਅਜੇ ਸੋ ਰੋਏ ਵਿਖਿਆ ਖਾਏ, ਐਸੀ ਦਰਗਾਹ ਮਿਲੇ ਰੋਏ ਪਾਂਡਵ ਭਏ ਮਜੂਰ। ਇਹ ਸਾਰੇ ਗੁਰਮਤਿ ਦਾ ਸਿਧਾਂਤ ਕਿਹਨਾਂ ਵਿੱਚ ਟਿਕਿਆ ਹੋਇਆ ਹੈ, ਕਹਿੰਦਾ ਵੀ ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ ਲਾਏ। ਹੁਣ ਐਸੀ ਸ਼ਬਦ ਵਿੱਚ ਵੀ ਨਾ ਜਿਹੜੀ ਰਹਾਉ ਦੀ ਪੰਕਤੀ ਜਿਹੜੀ ਹੈ ਨਾ ਉਹ ਇੱਕ ਸਾਡਾ ਇੱਕ ਧਿਆਨ ਇਸ ਪਾਸੇ ਲੈ ਕੇ ਆ ਰਹੀ ਹੈ ਕਿ ਰੱਬ ਨੇ ਮਾਇਆ ਦੇ ਪ੍ਰਭਾਵ में एक ओंकार, एक रब जिसने त्रै गुणा वाली माया पैदा की। सारा संसार ਜਿਹੜਾ ਹੈ ਨਾ ਉਹ ਅਸੀਂ ਕੱਲ ਵੀ ਉਹੀ ਨਾਮਦੇਵ ਜੀ ਦਾ ਸ਼ਬਦ ਸੀ ਜਿਹੜਾ ਸੀ ਹੁਣੇ ਲਾਈਨ ਉਹਦੀ ਸਾਂਝੀ ਕੀਤੀ ਸੀ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ, ਵੀ ਰੱਬ ਦੀ ਮਾਇਆ ਦੇ ਖੇਡ ਨਾਲ ਸਾਰਾ ਜਗ ਜਿਹੜਾ ਨਾ ਉਹ ਨੱਚੀ ਜਾਂਦਾ ਪਿਆ। ਹੁਣ ਜਿਹੜੇ ਬਾਕੀ ਜਿਹੜਾ ਸ਼ਬਦ ਹੈ ਨਾ ਉਹ ਬਾਕੀ ਉਹਦੀ ਪ੍ਰੋੜਤਾ। ਹੁਣ ਇਸ ਸ਼ਬਦ ਦਾ ਸਾਰ ਜਿਹੜਾ ਇੱਕ ਰੱਬ ਨੇ ਖੇਡ ਬਣਾਇਆ, ਹੁਣ ਇਸ ਖੇਡ ਦਾ ਮਤਲਬ ਕੀ ਸੀ? ਕਹਿੰਦਾ ਤੂੰ ਰੱਬ ਨੂੰ ਢੂੰਡ ਸਕਦਾ। ਇਸ ਖੇਡ ਵਿੱਚੋਂ ਇਸ ਮਾਇਆ ਦਾ ਜੋ ਪਟਲ ਜਾਲ ਜੋ ਉਹਨੇ ਰੱਬ ਨੇ ਬਣਾਇਆ ਹੋਇਆ ਹੈ ਨਾ, ਇਹਦੇ ਵਿੱਚੋਂ ਤੂੰ ਰੱਬ ਨੂੰ ਖੇਡ ਸਕਦਾ, ਦੇਖ ਸਕਦਾ। ਇਹਦੇ ਵਾਸਤੇ ਜਿਹੜਾ ਸਕਰੋਲ ਕਰਕੇ ਲਾਸਟ ਲਾਈਨ ਤੇ ਲੈ ਜਾਓਗੇ ਨਾ ਉਹਦਾ, ਇਹ ਸ਼ਬਦ ਨੂੰ ਸਕਰੋਲ ਕਰਕੇ ਲਾਸਟ ਲਾਈਨ ਤੇ ਲੈ ਜਾਓਗੇ ਪ੍ਰਦੀਪ ਜੀ, ਇਹਦੇ ਅੰਦਰ ਲਾਸਟ ਲਾਈਨ ਜਿਹੜੀ ਹੈ ਨਾ ਉਹ ਲਾਸਟ ਜਿਹੜਾ ਉਹ ਕਹਿੰਦੇ ਵੀ ਉਹ ਨਾਮੇ ਮਦੇ ਰਾਮ ਆਚ, ਵੀ ਰੱਬ ਕਿੱਥੇ ਵੇ? ਉਹ ਕਹਿੰਦੇ ਨਾ ਕੁਝ ਚੀਜ਼ਾਂ ਨੂੰ ਢੂੰਡਣਾ ਹੋਵੇ ਨਾ, ਕਹਿੰਦਾ ਅੱਛਾ ਕੋਈ ਚੀਜ਼ ਢੂੰਡਣੀ ਹੈ ਤੁਹਾਨੂੰ, ਕਹਿੰਦੇ ਇਹਦੇ ਘਰ ਚਲੇ ਜਾ ਤੈਨੂੰ ਇਹ ਚੀਜ਼ ਮਿਲ ਜਾਏਗੀ। ਹੁਣ ਸਾਡਾ ਜੇ ਮੇਰਾ ਕੰਮ ਫਰਨੀਚਰ ਦਾ ਨਾ, ਕੋਈ ਬੰਦਾ ਕਹੇਗਾ ਯਾਰ ਟੇਬਲ ਚੀਜ਼ ਦਾ, ਕਹਿੰਦਾ ਹੋਰ ਕਿੱਥੇ ਨਹੀਂ ਮਿਲਦਾ, ਜਾਂ ਉਹਨਾਂ ਕੋਲ ਚਲੇ ਜਾ ਤੈਨੂੰ ਮਿਲ ਜਾਏ। ਐਸੀ ਤਰੀਕੇ ਦੇ ਨਾਲ ਨਾ ਬਾਕੀ ਜਿਹੜੇ ਪੰਕਤੀਆਂ ਨੇ ਨਾ ਉਹ ਉਹਨਾਂ ਦੇ ਉਦਾਹਰਣ ਨੇ। ਤਤ ਦੀ ਗੱਲ ਜਿਹੜੀ ਉਹ ਰਹਾਉ ਦੇ ਬੰਦ ਵਿੱਚ ਆ ਗਈ। और लास्ट ਜਿਹੜਾ ਹੈ ਨਾ ਉਹ ਬਾਕੀ ਸਾਰੇ ਜਿਹੜੇ ਨਾ ਉਹ ਉਦਾਹਰਣ ਕਿਸ ਪੱਖੋਂ ਨੇ? ਵੀ ਉਹ ਉੱਥੇ ਕਹਿੰਦੇ ਵੀ ਉਹ ਕਹਿੰਦਾ ਵੀ ਕੁੰਭਾਰ ਕਹਿ ਕਰ ਹਾਂਡੀ ਅੱਛਾ, ਵੀ ਹੰਡੀ ਚਾਹੀਦੀ ਹੈ ਨਾ, ਜੇ ਤੂੰ ਹੰਡੀ ਲੈਣਾ ਚਾਹੁੰਦਾ, ਪੋਟ ਲੈਣਾ ਚਾਹੁੰਦਾ, ਕਹਿੰਦੇ ਕੁੰਭਾਰ ਕੋਲ ਜਾਏਗਾ ਤਾਂ ਉਹਦੇ ਕੋਲ ਵੱਡਾ ਨਿੱਕਾ ਕੁਝ ਮਿਲ ਤੈਨੂੰ ਜਾਏਗਾ। ਕੁੰਭਾਰ ਕਹਿ ਕਰ ਹਾਂਡੀ ਅੱਛਾ, ਉਹਦੇ ਘਰ ਹੰਡੀਆਂ ਤੈਨੂੰ ਮਿਲ ਹੀ ਜਾਣਗੇ। ਰਾਜਾ ਕੇ ਕਰ ਸਾਂਢੀ ਕੋ, ਜਿਹੜਾ ਸਾਂਢੀ ਤੇ ਉਹ ਵਰਡ ਯੂਜ਼ ਕਰਦੇ ਪਏ ਨੇ, ਉਹ ਕਹਿੰਦੇ ਨੇ ਕੈਮਲ ਵਾਸਤੇ। ਕਿਹੜਾ ਉਹ ਦਰਪਣ ਅਰਥ ਕਰਦੇ ਪਏ ਨੇ ਕਿ ਵੀ ਉਹ ਨਾਰਮਲੀ ਜਿਹੜਾ ਵੱਡੇ ਵੱਡੇ ਰਾਜ ਘਰਾਣੇ ਹੁੰਦੇ ਸਨ ਉਹ ਊਂਠ ਵਗੈਰਾ ਰੱਖਿਆ ਕਰਦੇ ਸਨ ਫॉर देयर ਲਾਈਕ ਕੋਸਟਲ ਸਰਵਿਸਿਜ਼, ਵੀ ਊਂਠਾਂ ਦੇ ਰਾਈ ਉਦੋਂ ਜਿਹੜਾ ਮਹਾਨ ਕੋਸ਼ ਅੰਦਰ ਉਹਦੇ ਅਰਥ ਇਵੇਂ ਨੇ ਹਾਥੀ ਕਰਦੇ ਪਏ ਨੇ, ਦਰਪਣ ਅੰਦਰ ਉਹਦੇ ਅਰਥ ਹੈ ਕੈਮਲ। ਕਹਿ ਲਓ ਵੀ ਉਹਨਾਂ ਨੇ ਕੁਝ ਵੱਡੇ ਵੱਡੇ ਸਾਧਨ
ਵੀ ਉਹਨਾਂ ਦੇ ਘਰਾਂ ਵਿੱਚ ਨਾ ਬਈ ਰਾਜੇ ਕੇ ਘਰ ਸਾਂਢੀ ਕੋ, ਰਾਜੇ ਦਾ ਘਰ ਹੈ, ਉਹਦੇ ਘਰ ਵਿੱਚ ਤੁਹਾਨੂੰ ਇਹ ਕੈਮਲ ਵਗੈਰਾ ਜਿਹੜੇ ਨਾ ਉਹ ਤੁਹਾਨੂੰ ਮਿਲ ਹੀ ਜਾਣਗੇ। ਕਹਿੰਦੇ ਬਾਮਨ ਕੇ ਕਰ ਰਾਂਡੀ ਆਚੇ, ਹੁਣ ਰਾਂਡੀ ਦੇ ਉੱਤੇ ਆਪ ਜਿਹੜੇ ਕਰਦੇ ਪਏ ਨੇ, ਜਿਹੜੇ ਦਰਪਣ ਅੰਦਰ ਕਰਦੇ ਪਏ ਨੇ, ਕਹਿੰਦੇ ਨੇ ਉਹ ਵਹੀ ਪੁਸਤਕਾਂ, ਉਹ ਪੱਤਰੀਆਂ ਸਾਂਢਣੀਆਂ ਵੀ ਉਹ ਵੱਖ-ਵੱਖ ਕਹਿੰਦੇ ਨੇ ਵੀ ਉਹਨਾਂ ਨੇ ਉਹਦੇ ਕੋ ਕਰਨੇ ਹੁੰਦੇ ਨੇ, ਉਹ ਮਿਲਾਉਂਦੇ ਨੇ ਤੁਹਾਡਾ ਉਹ ਨਕਸ਼ਤਰ ਮਿਲਾਉਂਦੇ ਨੇ ਵਗੈਰਾ, ਉਹ ਸਾਰੇ ਉਹ ਜਿਹੜੇ ਹੋਰੋਸਕੋਪਸ ਦੇ ਜਿਹੜੇ ਪੇਪਰਸ ਵਗੈਰਾ ਹੁੰਦੇ ਨੇ ਨਾ ਸਾਰੇ, ਕਹਿੰਦੇ ਉਹ ਤੁਹਾਨੂੰ ਬ੍ਰਾਹਮਣ ਦੇ ਘਰ ਤੁਹਾਨੂੰ ਉਹ ਪੱਕਾ ਮਿਲ ਹੀ ਜਾਣਗੇ। ਤੇ ਹੁਣ ਫਿਰ ਜਿਹੜੇ ਇਹ ਅੰਦਰ ਪਹਿਲਾਂ ਆਇਆ ਨਾ ਵੀ ਉਹ ਰਾਂਡੀ ਸਾਂਡੀ ਹਾਂਡੀ ਕੋ, ਵੀ ਇਹ ਹੁਣ ਇਹ ਬਈ ਇਹ ਚੀਜ਼ਾਂ ਚਾਹੀਦੀਆਂ ਨੇ, ਤੇ ਬਈ ਇਹ ਕੁਮਾਰ ਦੇ ਘਰ ਜਾਏਗਾ ਤੈਨੂੰ ਹਾਂਡੀ ਮਿਲ ਜਾਏਗੀ, ਰਾਜੇ ਦੇ ਉੱਤੇ ਜਾਏਗਾ ਤੈਨੂੰ ਸਾਂਡੀ ਮਿਲ ਜਾਏਗੀ। ਫਿਰ ਤ੍ਰੈਵੋ ਜਿਹੜਾ ਉਹ ਇਕੱਠਾ ਉਹ ਵਰਡ ਯੂਜ਼ ਕਰਤਾ ਹੈ। ਫਿਰ ਨੈਕਸਟ ਕਹਿੰਦੇ ਨੇ ਬਾਣੀਏ ਕੇ ਕਰ ਹੀਂਗ ਆਛਾ, ਜੇ ਹਿੰਗ ਚਾਹੀਦੀ ਹੈ ਕਹਿੰਦੇ ਕਿਸੇ ਬਨੀਏ ਕੋਲ ਚਲੇ ਜਾ, ਉਹਦੀ ਦੁਕਾਨ ਤੇ ਤੈਨੂੰ ਪੱਕਾ ਜਿਹੜੀ ਹਿੰਗ ਮਿਲ ਜਾਏਗੀ। ਬਾਣੀਏ ਕੇ ਕਰ ਹੀਂਗ ਆਛਾ ਭੈਸਰ ਮਾਥਾ ਸਿੰਘ ਗੋ, ਜੇ ਸਿੰਘ ਦੇਖ, ਕੋਈ ਸਿੰਘ ਕੀ ਹੁੰਦਾ ਦਿਖਾਣਾ ਚਾਹੇ ਕਿਸੇ ਬੰਦੇ ਨੂੰ, ਕਹਿੰਦਾ ਕੋਈ ਭੈਸ ਦੇਖ ਲੈ, ਭੈਸ ਦੇ ਮੱਥੇ ਉੱਤੇ ਸਿੰਘ ਜ਼ਰੂਰ ਹੋਣਗੇ। ਭੈਸਰ ਮਾਥੇ ਸਿੰਘ ਗੋ, ਕਹਿੰਦਾ ਦੇਵਲ ਮਦੇ ਲੀਂਗ ਆਖੇ ਲੀਂਗ ਆਛਾ, ਵੀ ਜੇ ਸ਼ਿਵਲਿੰਗ ਜਾਣਾ ਚਾਹੁੰਦਾ ਦੇਖਣਾ ਚਾਹੁੰਦਾ ਸ਼ਿਵਲਿੰਗ ਕਿਕਨ ਜਿਹਾ ਹੁੰਦਾ ਕੀ ਹੁੰਦਾ ਹੈ, ਕਹਿੰਦੇ ਕਿਸੇ ਵੀ ਮੰਦਿਰ ਵਿੱਚ ਚਲੇ ਜਾ, ਕਹਿੰਦਾ ਉਹਦੇ ਸ਼ਿਵਲਿੰਗ ਰਹੇਗਾ। ਦੇਵਲ ਮਦੇ ਲੀਂਗ ਆਛਾ, ਬਦੇ ਲੀਂਗ ਸਿੰਘ ਹੀਂਗ ਹੋ, ਇਹ ਕਹਿੰਦੇ ਨੇ ਹੋਰ ਕਹਿੰਦੇ ਤੇਲੀ ਕੇ ਕਰ ਤੇਲ ਆਛਾ, ਜੇ ਤੇਲ ਦੀ ਲੋੜ ਪੈਂਦੀ ਵੀ ਹੈ ਤੈਨੂੰ, ਤੇਲ ਨੂੰ ਦੇਖਣਾ ਕਿੱਥੇ ਜਾਏਗਾ, ਕਹਿੰਦੇ ਤੇਲੀ ਦੇ ਘਰ ਚਲੇ ਜਾ, ਤੇਲੀ ਦੇ ਘਰ ਤੈਨੂੰ ਤੇਲ ਮਿਲ ਹੀ ਜਾਏਗਾ। ਤੇਲੀ ਕੇ ਕਰ ਤੇਲ ਆਛਾ, ਕਹਿੰਦਾ ਜੰਗਲ ਮਦੇ ਬੇਲ ਗੋ, ਜੰਗਲਾਂ ਵਿੱਚ ਕੀ ਹੁੰਦੇ ਨੇ, ਬੇਲ ਬੂਟੇ ਹੁੰਦੇ ਨੇ, ਸਾਰੇ ਦਰਖਤ ਹੁੰਦੇ ਨੇ, ਬੇਲ ਬੂਟੇ ਹੁੰਦੇ ਨੇ, ਕਹਿੰਦਾ ਜੰਗਲਾਂ ਵਿੱਚ ਬੇਲ ਦੀ ਤੈਨੂੰ ਬਹੁਤ ਭਰਮਾਰ ਮਿਲ ਜਾਏਗੀ, ਉੱਥੇ ਚਲੇ ਜਾ। ਕਹਿੰਦਾ ਮਾਲੀ ਕੇ ਕਰ ਕੇਲ ਆਛਾ, ਜੇ ਕੇਲਾ ਖਾਣਾ ਚਾਹੁੰਦਾ ਕਿਸੇ ਮਾਲੀ ਦੇ ਘਰ ਚਲੇ ਜਾ, ਉਹਦੇ ਘਰ ਤੈਨੂੰ ਕੇਲੇ ਦਾ ਦਰਖਤ ਨਾ ਮਿਲ ਜਾਏਗਾ। ਵੀ ਕੇਲ ਬੇਲ ਤੇਲ ਗੋ, ਲਾਸਟ ਵੀ ਜਿਹੜਾ ਹੈ ਨਾ ਉਹ ਕਹਿੰਦੇ ਜੇ ਰੱਬ ਨੂੰ ਢੂੰਡਣਾ ਹੀ ਨਾ, ਕਹਿੰਦਾ ਰੱਬ ਕਿੱਥੇ ਮਿਲੇਗਾ, ਕਿਉਂਕਿ ਗੁਰਮਤਿ ਦਾ ਕੋਈ ਸ਼ਬਦ ਐਸਾ ਨਹੀਂ ਹੈ ਕਿ ਉਹ ਕੋਈ ਸਿਰਫ ਤੁਕਬੰਦੀ ਨਹੀਂ ਹੈ। ਉਹ ਕਹਿੰਦਾ ਲੋਕ ਜਾਣੇ ਇਹ ਗੀਤ, ਕਹਿੰਦਾ ਇਹ ਤੋਂ ਬ੍ਰਹਮ ਵਿਚਾਰ, ਵੀ ਮਤਾ ਕੋਈ ਸਮਝੇ ਕਿ ਉਹ ਕੇਵਲ ਕਿਸੇ ਅਕਸ਼ਰਾਂ ਦਾ ਸਮੇਲ ਕਰਕੇ ਜੋ ਕੋਈ ਅੱਛੀ, ਜੇ ਉਹਦੇ ਅੰਦਰ ਕੋਈ ਗੁਰਮਤਿ ਦਾ ਸਿਧਾਂਤ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਕਿਉਂ ਕਹਿੰਦੇ ਪਿਆ ਕਿ ਜਿਹੜਾ ਉਹ ਰਾਗਮਾਲਾ ਜਿਹੜਾ ਹੈ ਨਾ, ਕਿਉਂਕਿ ਸਾਨੂੰ ਕੋਈ ਗੁਰਮਤਿ ਦਾ ਸਿਧਾਂਤ ਨਹੀਂ ਮਿਲਦਾ ਪਿਆ। ਹੁਣ ਇਹਦੇ ਅੰਦਰ ਲਾਸਟ ਨਾ ਕਹਿੰਦੇ ਵੀ ਜੇ ਰੱਬ ਨੂੰ ਢੂੰਡਣਾ ਹੀ ਨਾ, ਕਹਿੰਦਾ ਸੰਤਾਂ ਮਦੇ ਗੋਬਿੰਦ ਆਛਾ, ਗੋਕਲ ਮਦੇ ਸ਼ਾਮ ਆਮ ਕਿਹਾ ਜਾਂਦਾ ਵੀ ਜੋ ਗੋਕੁਲ ਹੈ ਉਹਨੂੰ ਕ੍ਰਿਸ਼ਨਾ ਦੇ ਨਾਲ ਐਸੋਸੀਏਟ ਕੀਤਾ ਜਾਂਦਾ, ਵੀ ਗੋਕੁਲ ਜਿਹੜਾ ਉਹ ਸ਼ਾਮ ਦੀ ਗੱਲਾਂ ਹੋਣਗੀਆਂ। ਕਹਿੰਦਾ ਨਾਮੇ ਮਦੇ ਰਾਮ ਆਛਾ, ਵੀ ਉਹ ਸੰਤਾਂ ਵਿੱਚ ਮਿਲੇਗਾ, ਮੇਰੇ ਆਪਣੇ ਹਿਰਦੇ ਵਿੱਚ ਰੱਬ ਬੈਠਿਆ ਹੈ, ਵੀ ਉਹ ਰਾਮ ਸ਼ਾਮ ਗੋਬਿੰਦ ਗੋ। ਇਸ ਪ੍ਰਥਾਈ ਵੀ ਦੋ ਇੱਕ ਕਹਿੰਦੇ ਵੀ ਰੱਬ ਨੇ ਇੱਕ ਖੇਡ ਬਣਾਇਆ ਹੋਇਆ ਹੈ, ਤ੍ਰੈ ਗੁਣੀ ਮਾਇਆ ਦਾ ਰੱਬ ਨੇ ਇੱਕ ਖੇਡ ਬਣਾਇਆ ਹੋਇਆ ਹੈ, ਉਹਦੇ ਵਿੱਚ ਤੂੰ ਮਾਇਆ ਦੇ ਪ੍ਰਭਾਵ ਤੋਂ ਹਟ ਕੇ ਰੱਬ ਨੂੰ ਢੂੰਡਣਾ ਹੈ। ਬਾਕੀ ਦੇ ਜਿਹੜੇ ਸਾਰੇ ਸ਼ਬਦ ਨੇ ਨਾ ਉਹ ਤੈਨੂੰ ਕਹਿੰਦੇ ਮਤਾ ਤੂੰ ਭਟਕ ਜਾਏ ਕਿ ਰੱਬ ਨੂੰ ਢੂੰਡਣ ਵਾਸਤੇ ਕਿੱਥੇ ਚਲੇ ਜਾਏਗਾ। ਕਹਿੰਦਾ ਜਿੱਥੇ ਜਿੱਥੇ ਜੋ ਚੀਜ਼ ਵਸਦੀ ਹੋਵੇ ਨਾ ਉੱਥੇ ਢੂੰਡਣਾ ਚਾਹੀਦਾ। ਜੇ ਤੈਨੂੰ ਮਟਕਾ ਚਾਹੀਦਾ ਹੈ ਔਰ ਜੇ ਤੂੰ ਚਲੇ ਜਾਏਗਾ ਕਿਸੇ ਹਾਰਡਵੇਅਰ ਦੀ ਸ਼ਾਪ ਦੇ ਉੱਤੇ, ਤੈਨੂੰ ਮਟਕਾ ਥੋੜੀ ਨਾ ਮਿਲੇਗਾ। ਜੇ ਤੈਨੂੰ ਮਟਕਾ ਚਾਹੀਦਾ ਤੈਨੂੰ ਮਟਕੇ ਦੀ ਦੁਕਾਨ ਤੇ ਜਾਣਾ ਪਏਗਾ। ਜੇ ਤੈਨੂੰ ਸਿੰਘ ਦੇਖਣੇ ਨੇ ਕਿਸੇ ਗਾਂ ਦੇ ਉੱਤੇ ਸਿੰਘ ਦੇਖਣੇ ਨੇ, ਜੇ ਤੂੰ ਚਲੇ ਜਾਏਗਾ ਕਿਸੇ ਮਾਲ ਵਿੱਚ ਚਲੇ ਜਾਏਗਾ ਤੁਹਾਨੂੰ ਸਿੰਘ ਮਿਲਣਗੇ ਉੱਥੇ। ਜੇ ਤੈਨੂੰ ਰੱਬ ਦੇਖਣ ਦੀ ਆਸ ਹੈ ਨਾ, ਕਹਿੰਦਾ ਇੱਕ ਰੱਬ ਨੂੰ ਜੇ ਦੇਖਣਾ ਹੈ ਨਾ, ਕਹਿੰਦਾ ਜਿਹੜੇ ਸੰਤ ਜੀਵਨ ਵਾਲੇ ਬੰਦੇ ਨੇ ਨਾ ਉਹਨਾਂ ਵਿੱਚ ਰੱਬ ਮਿਲ ਜਾਏਗਾ, ਉਹ ਤੈਨੂੰ ਫਿਰ ਆਪਣੇ ਆਪ ਵਿੱਚ ਰੱਬ ਮਿਲ ਜਾਏਗਾ। जितना तक समझ आई सी आई कुछ शेयर। हाँ जी जी हरविंदर वीर जी, आप जी ने बड़ी डिटेल अच्छी तरह खोल दिता है, बस थोड़ा जा ऐड करना चाह रहे हैं ਇਹਦੇ ਵਿੱਚ। हाँ, अगर ਅਸੀਂ ਧਿਆਨ ਦਈਏ ਨਾ ਰਾਹੋ ਦੇ ਪਦੇ ਵਿੱਚ ਧਿਆਨ ਦਈਏ ਤੇ ਮਾਇਆ ਦੇ ਤਿੰਨ ਗੁਣਾ ਦਾ ਹਰਵਿੰਦਰ ਵੀਰ ਜੀ ਨੇ ਬਿਲਕੁਲ ਠੀਕ ਖੋਲਿਆ, ਤਿੰਨ ਗੁਣਾ ਦੀ ਜ਼ਿਕਰ ਕੀਤਾ। ਅਸੀਂ ਧਿਆਨ ਦਈਏ, ਅਸੀਂ ਸਾਰੇ ਕਿਰਤੀਆਂ ਕੋਈ ਨਾ ਕੋਈ ਕਾਰ ਵਿਹਾਰ ਅਸੀਂ ਕਰਦੇ ਹਾਂ ਤੇ ਗੁਰੂ ਸਾਹਿਬ ਨੇ ਜਿਹੜੀ ਵਿਚਾਰ ਦਿੱਤੀ ਹੈ ਨਾ, ਜਦੋਂ ਤੱਕ ਪਹਿਲਾਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕੁੰਭਾਰ ਤੇ ਕੁੰਭਾਰ ਦਾ ਜੀਵਨ ਕੀ ਬਣਿਆ ਹੋਇਆ, ਉਹਦੇ ਘਰ ਵਿੱਚ ਵੀ ਆਂਡੀ ਹੈ, ਉਹਦੀ ਸੂਰਤ ਵਿੱਚ ਉਹਦੀ ਕਿਰਤ ਟਿੱਕੀ ਹੋਈ ਹੈ, ਉਹਦੇ ਜਿਹੜੇ ਕਾਰ ਵਿਹਾਰ ਹਨ, ਜੋ ਕਾਰ ਵਿਹਾਰ ਕਰ ਰਿਹਾ ਹੈ, ਮਨ ਦੀ ਉਹ ਅਵਸਥਾ ਹੈ, ਮਨ ਦੇ ਉੱਤੇ ਭਾਵੇਂ ਅਸੀਂ ਵੱਖ-ਵੱਖ ਕਿਰਤ ਕਰ ਰਹੇ ਹਾਂ ਲੇਕਿਨ ਸਾਡਾ ਜੀਵਨ ਜਿਹੜਾ ਉਸ ਕਿਰਤ ਦੇ ਝਗੜਿਆਂ ਵਿੱਚ ਹੀ ਪਿਆ ਹੋਇਆ। ਜਿਸ ਤਰ੍ਹਾਂ ਜ਼ਿਕਰ ਕਰ ਰਹੇ ਹਨ ਨਾ, पहले कुम्हार के घर हांडी आचे, राजा के घर सांडी गो। राजा की कर रहा है, वो हाथी घोड़ियां दे विच उदी सूरत टिकी हुई है। बामन के घर उन्होंने हरविंदर वीर जी ने खोल दिता, पूरा पत्री का जिक्र है। फिर की हैगा उन्हां दा जीवन, उन्हां दा जीवन जेड़ा है बस उन्हीं जेड़ा उन्हां दी किरत है उसी दे झगड़ियां विच, उसी दे पैसे कमान विच, उहियो कार विहार करन विच टिकी हुई है।
ਤੇ ਬਿਲਕੁਲ ਅਖੀਰ ਵਿੱਚ ਜਿਹੜੀ ਜਦੋਂ ਮਨ ਦੀ ਅਵਸਥਾ, ਜਿੱਦੀ ਮਨ ਦੀ ਅਵਸਥਾ ਉਸ ਪਰਮਾਤਮਾ ਨਾਲ ਜੁੜ ਜਾਂਦੀ ਹੈ, ਫਿਰ ਉਹ ਇਹਨਾਂ ਸਾਰੇ ਜਿਹੜੀ ਸੁਰਤ ਸੀ, ਜਿਹੜੀ ਤਿੰਨ ਦੇ ਪ੍ਰਭਾਵ ਦੀ ਸੁਰਤ ਸੀ, ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੀ ਹੇਠ ਸੁਰਤ ਟਿੱਕੀ ਹੋਈ ਸੀ, ਉਹ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਦੇ ਹੇਠ ਤੋਂ ਨਿਕਲ ਕੇ ਚੌਥੀ ਅਵਸਥਾ ਤੇ ਪਹੁੰਚ ਗਈ। ਚੌਥੀ ਅਵਸਥਾ ਤੇ ਜਦੋਂ ਪਹੁੰਚ ਗਈ ਤੇ ਫਿਰ ਹੁਣ ਇਹ ਸੰਸਾਰ ਦੇ ਸਾਰੇ ਝਗੜੇ ਅਸੀਂ ਧਿਆਨ ਦੀ, ਅਸੀਂ ਸਾਰਾ ਦਿਨ ਅਸੀਂ ਉਹਨਾਂ ਵਿੱਚ ਹੀ ਰੁਚੀ ਵਿੱਚ ਹੀ ਲੱਗੇ ਰਹਿੰਦੇ ਹਾਂ। ਜੋ ਅਸੀਂ ਕਾਰ ਵਿਹਾਰ ਕਰਦੇ ਹਾਂ ਨਾ, ਸਾਡੀ ਗੱਲਾਂ ਹੋਈਆਂ ਹੁੰਦੀਆਂ, ਸਾਡੀ ਕਾਰ ਵਿਹਾਰ ਹੋਈਆਂ ਹੁੰਦੀਆਂ, ਸਾਡੀ ਸੁਰਤ ਉੱਥੇ ਹੀ ਹੁੰਦੀ ਹੈ। ਪਰ ਜਦੋਂ ਸੁਰਤ ਉੱਚੀ ਅਵਸਥਾ ਤੇ ਪਹੁੰਚ ਗਈ ਤੇ ਗੁਰੂ ਸਾਹਿਬ ਕਹਿ ਰਹੇ ਨੇ ਉੱਚੀ ਅਵਸਥਾ ਵਿੱਚ ਪਰਮਾਤਮਾ ਨਾਲ ਸਾਂਝ ਬਣ ਗਈ। ਹੁਣ ਕੇਵਲ ਤੇ ਕੇਵਲ ਪਰਮਾਤਮਾ ਦੀ ਗੱਲ ਹੋ ਰਹੀ ਹੈ ਮਨ ਦੇ ਵਿੱਚ। ਹੁਣ ਮਨ ਜਿਹੜਾ ਹੈ ਨਾ ਸੰਸਾਰੀ ਝਗੜਿਆਂ ਤੋਂ ਉਪਰਾਮ ਹੋ ਗਿਆ। ਹੁਣ ਮਨ ਜਿਹੜਾ ਹੈ ਸੰਸਾਰੀ ਕਾਰ ਵਿਹਾਰਾਂ ਦੇ ਝਗੜਿਆਂ ਵਿੱਚ ਪੈਂਦਾ ਹੀ ਨਹੀਂ। ਜਿਸ ਤਰ੍ਹਾਂ ਪਿੱਛੇ ਵੀ ਜ਼ਿਕਰ ਹੋ ਰਿਹਾ ਸੀ, ਪਿਛਲੇ ਵੀ ਜਿਹੜੀ ਆਸਾ ਮਾਏ ਨਿਰਾਸ਼ਾ ਦੀ ਗੱਲ ਸੁਖਿੰਦਰ ਵੀਰ ਜੀ ਨੇ ਵੀ ਖੋਲਣੀ ਕੀਤੀ ਸੀ ਕਿ ਆਸ਼ਾਵਾਂ ਵਿੱਚ ਤੇ ਸਾਡਾ ਸਰੀਰ ਰਹਿਣਾ ਹੀ ਰਹਿਣਾ, ਮਾਇਆ ਵਿੱਚ ਰਹਿਣਾ ਹੀ ਰਹਿਣਾ। ਮਾਇਆ ਦੇ ਮੋਹ ਤੋਂ, ਤ੍ਰੈਗੁਣੀ ਮਾਇਆ ਦੇ ਵਿੱਚ ਰਹਿੰਦੇ ਹੋਏ ਤ੍ਰੈਗੁਣੀ ਮਾਇਆ ਦੇ ਮੋਹ ਤੋਂ ਉਪਰਾਮ ਰਹਿ ਕੇ ਜੀਵਣਾ ਆ ਗਿਆ। ਹੁਣ ਜਿਹੜਾ ਆਖਰੀ ਵਿੱਚ ਜ਼ਿਕਰ ਕਰਦੇ ਨਾਮੇ ਬਾਦੇ ਰਾਮ ਆਛੇ ਰਾਮ ਸਿਆਮ ਗੋਬਿੰਦ ਗੋ। ਹੁਣ ਜਿਹੜਾ ਕੇਵਲ ਤੇ ਕੇਵਲ ਸੱਚ ਵਾਲੀ ਅਵਸਥਾ ਵਿੱਚ ਮਨ ਪਹੁੰਚ ਗਿਆ। ਹੁਣ ਇਹ ਫਜ਼ੂਲ ਦੇ ਝਗੜਿਆਂ ਵਿੱਚ ਮੇਰਾ ਮਨ ਨਹੀਂ ਪੈਂਦਾ ਹੈ। ਜੀ ਸੁਖਵਿੰਦਰ ਵੀਰ ਜੀ, ਇਹਨੂੰ ਤੁਸੀਂ ਹੋਰ ਥੋੜਾ ਜਿਹਾ ਖੋਲ ਕੇ ਸਮਝਾ ਦਿਓ। ਵੀਰ ਜੀ ਇੱਥੇ ਜਿਹੜਾ ਸ਼ਬਦ ਆ ਰਿਹਾ ਨਾ, ਤੀਨ ਛੰਦੇ ਖੇਲ ਆਛਾ ਹੈ, ਅਸੀਂ ਆਮ ਤੌਰ ਤੇ ਇਹਦੇ ਲਫ਼ਜ਼ ਇਹ ਕਰਦੇ ਹਾਂ ਕਿ ਪ੍ਰਮਾਤਮਾ ਨੇ ਇਹ ਵਾਲਾ ਖੇਲ ਰਚਿਆ। ਇਹ ਬਿਲਕੁਲ ਇਹ ਗੁਰਮਤਿ ਅਨੁਸਾਰ ਗੱਲ ਸਹੀ ਨਹੀਂ ਹੈ। ਇਹ ਵਾਲਾ ਖੇਲ ਪ੍ਰਮਾਤਮਾ ਨੇ ਨਹੀਂ ਰਚਿਆ, ਇਹ ਦੂਜਾ ਖੇਲ ਹੈ, ਇਹ ਮਨ ਰਚਿਆ। ਇਹ ਮਨ ਦੇ ਖੇਲ ਹੈ, ਤੀਨ ਛੰਦੇ ਵਾਲਾ ਖੇਲ। ਤੀਨ ਛੰਦੇ ਵਾਲਾ ਖੇਲ ਇਹ ਪ੍ਰਮਾਤਮਾ ਨੇ ਨਹੀਂ ਰਚਿਆ, ਇਹ ਮਨ ਦੇ ਛੰਦੇ, ਮਨ ਦੇ ਤੀਨ ਗੁਣਾ ਵਾਲੇ ਖੇਲ ਦੀ ਗੱਲ ਇੱਥੇ ਚੱਲ ਰਹੀ ਹੈ। ਤੇ ਸਤਿਗੁਰੂ ਜੀ ਨੇ ਜਿਹੜਾ ਖੇਲ ਰਚਿਆ ਨਾ, ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਉਹ ਖੇਲ ਕਿਹੜਾ ਹੈ। ਸਤਿਗੁਰੂ ਜੀ ਸਾਨੂੰ ਆਖਦੇ ਨੇ, ਕਹਿੰਦੇ ਨੇ ਪੌਣਾ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾਜ਼ੇ 10ਵਾਂ ਦਵਾਰ, ਗੁਜਰੇ ਗਿਆਨੀ ਇਹ ਵਿਚਾਰ। ਇਹ ਜਿਹੜਾ ਖੇਲ ਰਚਿਆ ਨਾ ਸਤਿਗੁਰੂ ਜੀ ਨੇ ਸਾਡੇ, ਇਹ ਖੇਲ ਸੱਚਾ ਹੈ ਔਰ ਇਹ ਤੀਨ ਛੰਦੇ ਵਾਲਾ ਖੇਲ ਨਹੀਂ ਹੈ। ਸਤਿਗੁਰੂ ਜੀ ਸਾਨੂੰ ਮਨ ਨੂੰ ਕਹਿੰਦੇ ਨੇ ਜਿਹੜਾ ਸਤਿਗੁਰੂ ਜੀ ਨੇ ਇਹ ਪੌਣ ਪਾਣੀ ਅਗਨੀ ਕਾ ਮੇਲ ਕਰਕੇ ਚੰਚਲ ਚਪਲ ਬੁੱਧ ਕਾ ਖੇਲ ਰਚਾਇਆ। ਕਹਿੰਦੇ ਇਹਦੇ ਵਿੱਚ 9 ਦਰਵਾਜ਼ੇ 10ਵਾਂ ਦਵਾਰ ਹੈ। ਤੁਸੀਂ ਇਹਨੂੰ ਬੁੱਝਣਾ ਹੈ। ਬੁੱਝ ਕੇ ਕੀ ਕਰਨਾ ਇੱਥੇ? ਹੁਣ ਬੁੱਝਣ ਤੱਕ ਗੱਲ ਛੱਡੀਏ, ਬੁੱਝ ਰਹੇ ਗਿਆਨੀ। ਹੁਣ ਮਨ ਕੀ ਕਰਦਾ? ਮਨ ਨੂੰ ਇਹ ਖੇਲ ਖੇਡੇ ਜਾਂ ਨਾ ਖੇਡੇ, ਇਹਦੇ ਵਿੱਚ ਮਨ ਨੂੰ ਆਜ਼ਾਦ ਕੀਤਾ ਹੋਇਆ ਸਤਿਗੁਰੂ ਜੀ ਨੇ। ਲੇਕਿਨ ਦੇਖੋ ਇਸ ਜਿਹੜਾ ਦੱਸ ਰਹੇ ਨਾ ਰਹਾਉ ਚ, ਕਹਿੰਦੇ ਨੇ ਤੀਨ ਛੰਦੇ ਖੇਲ ਆਛਾ। ਕਹਿੰਦੇ ਜਿਹੜਾ ਤੀਨ ਛੰਦਿਆਂ ਦਾ ਖੇਲ ਹੈ ਸਾਰਿਆਂ ਦੇ ਵਿੱਚ। ਦੇਖੋ ਕੁੰਭਾਰ ਦੇ ਘਰ ਵਿੱਚ ਵੀ ਹਾਂਡੀ ਰੂਪ ਦੇ ਵਿੱਚ ਖੇਲ ਚੱਲ ਰਿਹਾ ਤੀਨ ਛੰਦੇ ਦਾ, ਰਾਜੇ ਦੇ ਘਰ ਸਾਂਡੀ ਦੇ ਰੂਪ ਵਿੱਚ ਚੱਲ ਰਿਹਾ, ਬਾਹਮਣ ਦੇ ਘਰ ਹਾਂਡੀ ਦੇ ਰੂਪ ਵਿੱਚ ਚੱਲ ਰਿਹਾ, ਰਾਂਡੀ ਸਾਂਡੀ ਕੋ ਕਹਿੰਦੇ ਨੇ। ਲੇਕਿਨ ਇਹ ਵਾਲਾ ਖੇਲ ਨਾ, ਇਹ ਮਨ ਨੇ ਆਪਣਾ ਦੂਜਾ ਖੇਲ ਰਚਾਇਆ। ਲੇਕਿਨ ਸੰਤਾਂ ਮਦੇ ਤੇ ਨਾਮੇ ਮਦੇ ਇਹ ਖੇਲ ਨਹੀਂ ਚੱਲ ਰਿਹਾ। ਨਾਮੇ ਨੇ ਤੇ ਸੰਤਾਂ ਨੇ ਇਹ ਵਾਲਾ ਖੇਲ ਪਸੰਦ ਨਹੀਂ ਕੀਤਾ, ਕਿਉਂਕਿ ਇਹ ਮਨ ਦਾ ਖੇਲ ਸੀ। ਮਨ ਤ੍ਰੈਗੁਣੀ ਮਾਇਆ ਵਿੱਚ ਜਿਹੜਾ ਫਸਿਆ ਹੋਇਆ ਮਨ ਸੀ, ਜਿਹੜਾ ਔਗਣਾ ਵਿੱਚ ਦੂਜੀ ਦੁਰਮਤ ਵਿੱਚ ਫਸਿਆ ਹੋਇਆ ਸੀ, ਕਾਚੀ ਬਾਣੀ ਵਿੱਚ ਫਸਿਆ ਸੀ, ਉਹਦਾ ਖੇਲ ਸੀ। ਕਹਿੰਦੇ ਨੇ ਸੰਤਾਂ ਮਦੇ ਨੂੰ ਇਹ ਖੇਲ ਪਸੰਦ ਨਹੀਂ ਹੈ, ਇਹ ਦੂਜਾ ਖੇਲ ਕਰ ਦਿਖਲਾਇਆ। ਮਨ ਨੇ ਦੂਜਾ ਖੇਲ ਕੀਤਾ ਹੋਇਆ ਸੀ। ਸੰਤਾਂ ਦਾ ਇਹ ਖੇਲ ਪਸੰਦ ਨਹੀਂ। ਸੰਤਾਂ ਨੂੰ ਤਾਂ ਪੌਣ ਪਾਣੀ ਅਗਨੀ ਕਾ ਮੇਲ। ਪੌਣ ਕਿਹੜਾ ਸੀ? ਪੌਣ ਗੁਰੂ। ਪਾਣੀ ਕਿਹੜਾ ਸੀ? ਪੌਣ ਗੁਰੂ। ਪਾਣੀ ਪਿਤਾ, ਸੰਤੋਖ ਰੂਪੀ ਪਿਤਾ ਵਾਲਾ। ਅੱਗੇ ਕਹਿੰਦੇ ਨੇ ਪੌਣ ਹੈ ਪਾਣੀ ਅਗਨੀ, ਅਗਨ ਤਪ ਤਾਓ ਵਾਲਾ, ਬੁੱਧ ਵਾਲਾ। ਜਦੋਂ ਮਨ ਸੁਰਤ ਦੀ ਮੰਨਦਾ ਹੈ ਤੇ ਮਨ ਵਿੱਚ ਬੁੱਧ ਪ੍ਰਗਟ ਹੁੰਦੀ ਹੈ। ਇਹ ਵਾਲਾ ਖੇਲ ਪਸੰਦ ਆਇਆ ਸੰਤਾਂ ਨੂੰ ਤੇ ਨਾਮੇ ਮਧੇ ਰਾਮ ਆਛਾ ਹੈ। ਉਹ ਜਿਹੜਾ ਤੀਨ ਬੰਦੇ ਖੇਲ ਦੀ ਗੱਲ ਕਰੀ ਹੈ, ਉਹ ਮਨ ਦੀ ਉਹ ਵਾਲੇ ਖੇਲ ਦੇ ਜਿਹੜਾ ਮਨ ਨੇ ਦੂਜਾ ਖੇਲ ਪਸੰਦ ਕੀਤਾ ਹੋਇਆ। ਮਨ ਨੇ ਸਤਿਗੁਰੂ ਜੀ ਵਾਲਾ ਸੱਚਾ ਖੇਲ ਆਪਣੇ ਅੰਦਰ ਤਾਂ ਚਲਾਇਆ ਹੀ ਨਹੀਂ ਸ੍ਰਿਸ਼ਟੀ ਵਿੱਚ। ਉਸਨੂੰ ਪਸੰਦ ਹੀ ਨਹੀਂ ਸੀ ਆ ਰਿਹਾ ਸੀ। ਉਹ ਦੱਸ ਰਹੇ, ਕਹਿੰਦੇ ਸਾਰੀ ਦੁਨੀਆ ਹੀ ਦੇਖੋ, ਕੀ ਕਹਿੰਦੇ ਜਿਹੜੇ ਜਿਨ੍ਹਾਂ ਦੀ ਐਗਜ਼ਾਮਪਲ ਦਿੱਤੀ ਹੈ, ਕੁੰਭਾਰ ਜਾਂ ਬ੍ਰਾਹਮਣ ਜਾਂ ਹੋਰ ਜਿਤਨੇ ਵੀ, ਇਹ ਸਾਰੇ ਕਹਿੰਦੇ ਦੇਖੋ ਇਹ ਸਾਰੇ ਹੀ ਉਹ ਮਨ ਦੇ 3 ਗੁਣਾ ਵਾਲੇ ਖੇਲ ਦੂਜਾ ਖੇਲ ਦੇ ਵਿੱਚ ਇਹਨਾਂ ਦਾ ਖੇਲ ਇਹੋ ਹੀ ਖੇਡ ਰਹੇ ਨੇ। ਕਹਿੰਦੇ ਲੇਕਿਨ ਨਹੀਂ, ਸੰਤਾਂ ਮਦੇ ਗੋਬਿੰਦਾ, ਸੰਤਾਂ ਦੇ ਮਦੇ ਵੀ ਇਹ ਖੇਲ ਨਹੀਂ ਹੈ। ਉਸੇ ਨੂੰ ਨਾਮੇ ਕਹਿੰਦੇ, ਨਾਮੇ ਮਦੇ ਵੀ ਰਾਮ ਆਛਾ। ਇਹ ਖੇਲ ਨਹੀਂ ਚੱਲ ਰਿਹਾ।
ਸਾਡੇ ਅੰਦਰ ਜਿਹੜਾ ਖੇਲ ਚੱਲ ਰਿਹਾ ਹੈ, ਜਿਹੜਾ ਸਤਿਗੁਰੂ ਜੀ ਨੇ ਚਲਾਇਆ, ਸਾਨੂੰ ਉਹ ਪਸੰਦ ਆ ਰਿਹਾ ਹੈ। ਨਾਮਾ ਕਹਿੰਦਾ ਮੇਰੇ ਅੰਦਰ ਜਿਹੜਾ ਖੇਲ ਚਲਾਇਆ ਨੇ, ਮੈਨੂੰ ਰਾਮ ਜੀ ਦਾ ਖੇਲ ਚਲਾਇਆ ਸੀ, ਰਾਮ ਜੀ ਦਾ ਖੇਲ ਮੈਂ ਖੇਡਿਆ, ਮੈਂ ਜਿਨ ਬਾਜੀ ਕਰ ਆਇਆ, ਮਨ ਜੀਤੇ ਹੋ ਗਿਆ, ਮੇਰਾ ਜਗ ਜਿੱਤੇ ਆ ਗਿਆ। ਉਹ ਵਾਲੇ ਖੇਡ ਦੇ ਵਿੱਚ ਪੌਣ ਹੁੰਦੀ ਹੈ, ਸ਼ਬਦ ਗੁਰੂ ਰੂਪੀ ਪੌਣ ਹੁੰਦੀ ਹੈ, ਪਾਣੀ ਰੂਪੀ ਸੰਤੋਖ ਹੁੰਦਾ ਹੈ, ਤਪ ਤਾਉ ਦਾ ਅਗਨ ਹੁੰਦੀ ਹੈ, ਤੇ ਸੁਰਤ ਜਦੋਂ ਵਿਵੇਕ ਬੁੱਧ ਦੀ ਪ੍ਰਗਟ ਹੁੰਦੀ ਹੈ। ਇਹ ਸੱਚਾ ਖੇਲ ਹੈ, ਇਹਦੇ ਵਿੱਚ ਹੀ 10ਵਾਂ ਦੁਆਰ ਵਸਦਾ ਹੈ। ਮਨ ਦੇ 3 ਆਸੇ ਖੇਲ ਵਿੱਚ 10ਵਾਂ ਦੁਆਰ ਨਹੀਂ ਮਿਲ ਪ੍ਰਾਪਤ ਹੁੰਦਾ। ਇਹ ਖੇਲ ਸਾਨੂੰ ਸਗੋਂ ਸਤਿਗੁਰੂ ਜੀ ਨੇ ਬੁੱਝਣ ਲਈ ਆਖਿਆ, ਬੁੱਝ ਰੇ ਗਿਆਨੀ। ਇਹ ਵਿਚਾਰ ਜਿਹੜਾ ਵਿਚਾਰ ਬੁੱਝ ਲੈਂਦਾ ਉਹੀ ਅਸਲੀ ਗਿਆਨਵਾਨ, ਸਤਿਗੁਰੂ ਜੀ ਉਹਨੂੰ ਹੀ ਗਿਆਨੀ ਆਖ ਰਹੇ ਹਨ। ਹਾਂਜੀ जी सुखविंदर जी जी, बड़ा अच्छा खोलना किया आप जी ने। समा मेरे कल हो गया है।